ये कोई बिगाड़ पिछले 3 सालों तो मैनूं लगदा नहीं कि होगा। पहला तुहाडी सरकार भी रही है जी बिल्कुल ठीक है जी जी समस्यावां ਜਿਹੜੀਆਂ ਨਾ ਉਹ ਸਿਆਸਤ ਦੀ ਨੀਤੀ ਚ ਹੁੰਦੀਆਂ ਮੇਰੇ ਹਿਸਾਬ ਨਾਲ ਐਸੇ ਲੀਡਰ ਐਸੀ ਸਰਕਾਰ ਚਾਹੇ ਉਹ ਕਿਸੇ ਵੀ ਦੁਨੀਆ ਦੇ ਵਿੱਚ ਕੋਨੇ ਵਿੱਚ ਹੋਵੇ ਉਹਨੂੰ ਲੈ ਕੇ ਆਉਣ ਦੀ ਲੋੜ ਹੈ ਜਿਹੜੀ ਇਨਸਾਨਾਂ ਦੀ ਜ਼ਿੰਦਗੀ ਬਚਾਉਣ ਦੀ ਗੱਲ ਕਰੇ ਜਦੋਂ ਤੁਸੀਂ ਡਾਕਟਰ ਦੇ ਜਾਓ ਤਾਂ ਡਾਕਟਰ ਤੁਹਾਡਾ ਕ੍ਰੈਡਿਟ ਕਾਰਡ ਨਾ ਦੇਖੇ ਉਹ ਤੁਹਾਡਾ ਹੈਲਥ ਕਾਰਡ ਦੇਖੇ ਸਕੂਲਾਂ ਦੇ ਵਿੱਚ 0% ਕੰਮ ਹੋਇਆ ਲੋਕਾਂ ਨੇ ਟਾਊਨ ਹਾਲ ਕੀਤੇ ਮੈਂ ਖੁਦ ਉਹਨਾਂ ਟਾਊਨ ਹਾਲਸ ਦੇ ਵਿੱਚ ਸ਼ਾਮਲ ਹੋਇਆ ਸਾਡੀ ਗਵਰਨਮੈਂਟ ਸੀ 15 ਤੋਂ 19 ਤੱਕ ਤਾਂ ਇਸ ਏਰੀਏ ਦੇ ਵਿੱਚ 6 ਸਕੂਲ ਬਣੇ ਸੀ 6 ਨਵੇਂ ਸਕੂਲ ਬਣੇ ਸੀ ਇਹਨਾਂ ਦੀ ਗਵਰਨਮੈਂਟ ਸੀ UCP ਦੀ ਤਾਂ ਕੋਈ ਸਕੂਲ ਵੀ ਨਹੀਂ ਯੂਨੀਵਰਸਿਟੀ ਦੀਆਂ ਫੀਸਾਂ ਜਿਹੜੀਆਂ ਉਹ ਕਿੰਨੀਆਂ ਜ਼ਿਆਦਾ ਵਧੀਆਂ 60-70% ਕਈ ਕੋਰਸਿਸ ਦੇ ਵਿੱਚ ਤਾਂ 100% ਇਨਕਰੀਜ਼ ਵੀ ਹੈ NDP ਆਇਲ ਦੇ ਖਿਲਾਫ ਸਾਨੂੰ ਹਾਈਡਰੋਜਨ ਦੇ ਵਿੱਚ ਇਨਵੈਸਟਮੈਂਟ ਕਰਨ 'ਚ ਕੋਈ ਪ੍ਰੋਬਲਮ ਨਹੀਂ ਔਰ ਤੁਸੀਂ ਬਾਕੀ ਮੁਲਕਾਂ ਵੱਲ ਦੇਖੋ UK ਇਨਵੈਸਟਮੈਂਟ ਕਰ ਰਿਹਾ $500 ਮਿਲੀਅਨ ਆਸਟ੍ਰੇਲੀਆ ਇਨਵੈਸਟਮੈਂਟ ਕਰ ਲਿਆ ਨੀਦਰਲੈਂਡ ਇਨਵੈਸਟਮੈਂਟ ਕਰ ਰਿਹਾ ਜਰਮਨੀ ਇਨਵੈਸਟ ਕਰ ਰਿਹਾ ਅਨਪਲੋਇਮੈਂਟ ਦਾ ਵੀ ਇਸ਼ੂ ਉਸ ਸਮੇਂ ਬਹੁਤ ਜ਼ਿਆਦਾ ਰਿਹਾ ਤੁਸੀਂ ਮੰਨਦੇ ਹੋ ਵੀ ਕਿ ਉਸ ਚੀਜ਼ ਨੇ ਵੀ ਤੁਹਾਨੂੰ ਉਹਨਾਂ ਹਾਲਾਤ ਦੇ ਉੱਪਰ ਪਹੁੰਚਾ ਦਿੱਤਾ ਕਿ ਵੀ ਤੁਸੀਂ ਜਿੱਤਣ ਪ੍ਰਾਪਤ ਤੇ ਡਰੱਗਸ ਦਾ ਵੀ ਇਸ਼ੂ ਹੈਗਾ ਤੇ ਇੱਥੋਂ ਤੱਕ ਕਿ ਆਪਣੇ ਲੋਕ ਤਾਂ ਆਪਣੇ ਬੱਚਿਆਂ ਨੂੰ ਇਹ ਯਾਰ ਵੀ ਬੱਚਿਆਂ ਦੀ ਹੁਣ ਅੱਗੇ ਸਕੂਲ 10th ਗ੍ਰੇਡ ਜਾਂ 12th ਗ੍ਰੇਡ 'ਚ ਆ ਰਹੇ ਆ ਵੀ ਅਸੀਂ ਇਹ ਕਮਿਊਨਿਟੀ ਛੱਡ ਦਈਏ ਅਸੀਂ ਦੂਜੇ ਪਾਸੇ ਚੱਲ ਜੀ ਕਿਸੇ ਪਾਸੇ ਬਿਲਕੁਲ ਇਹ ਤੁਹਾਡੀ ਗੱਲ 100% ਜਿਹੜੀ ਆ ਉਹ ਠੀਕ ਹੈ ਪ੍ਰੋ ਪੰਜਾਬ TV ਦੇਖਣ ਵਾਲਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਹਾਂ ਕਮਲਜੀਤ ਬੁੱਟਰ ਅੱਜ ਅਸੀਂ ਗੱਲ ਕਰਾਂਗੇ ਅਲਬਰਟਾ ਦੀ ਸਿਆਸਤ ਦੇ ਉੱਪਰ ਅਲਬਰਟਾ ਦੇ ਵਿੱਚ ਦੋ ਮੁੱਖ ਪਾਰਟੀਆਂ ਆ ਯੂਨਾਈਟਿਡ ਕੰਜ਼ਰਵੇਟਿਵ UCP ਤੇ NDP ਪਾਰਟੀ NDP ਪਾਰਟੀ ਤੋਂ ਸਾਡੇ ਨਾਲ ਅੱਜ ਨੇ ਗੁਰਿੰਦਰ ਬਰਾੜ ਜਿਹੜੇ MLA ਦੀ ਇਲੈਕਸ਼ਨ ਲੜ ਰਹੇ ਨੇ ਉਹ ਬਕਾਇਦਾ ਉਹ ਪਾਰਟੀ ਵੱਲੋਂ ਨੋਮੀਨੇਟ ਹੋ ਗਏ ਆ ਤੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਪਾਰਟੀ ਦੇ ਬਾਰੇ ਗੱਲਬਾਤ ਕਰਾਂਗੇ ਤੇ ਵਿਰੋਧੀ ਪਾਰਟੀ ਦੇ ਬਾਰੇ ਵੀ ਗੱਲ ਕਰਾਂਗੇ ਤੇ ਅਲਬਰਟਾ ਦੀਆਂ ਸਮੱਸਿਆਵਾਂ ਦੇ ਬਾਰੇ ਵੀ ਗੱਲ ਕਰਾਂਗੇ ਕਿਉਂਕਿ ਇਸ ਵੇਲੇ ਜੇ ਅਸੀਂ ਦੇਖੀਏ ਕੋਵਿਡ ਤੋਂ ਬਾਅਦ ਠੀਕ ਹੈ ਕੋਵਿਡ ਦੇ ਵਿੱਚ ਬਹੁਤ ਵਧੀਆ ਸਾਡੇ ਹੈਲਥ ਡਿਪਾਰਟਮੈਂਟ ਨੇ ਕੰਮ ਕੀਤਾ ਪਰ ਇਸ ਵੇਲੇ ਜਿਹੜੀ ਹੈਲਥ ਦੀ ਸਮੱਸਿਆ ਬਹੁਤ ਵੱਡੀ ਹੋਈ ਪਈ ਹੈ ਤੇ ਪਾਰਟੀ ਦੇ ਬਾਰੇ ਵੀ ਗੱਲ ਕਰਾਂਗੇ NDP ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਕਿਉਂ ਹਾਰ ਗਈ ਸੀ ਕਿਹੜੇ ਕਾਰਨ ਸੀਗੇ ਤੇ ਹੁਣ ਪਾਰਟੀ ਦੀ ਅੰਦਰੂਨੀ ਸਥਿਤੀ ਕੀ ਹੈ ਪਿੱਛੇ ਜੇ ਉਹਨਾਂ ਦੀ ਕਨਵੈਨਸ਼ਨ ਵੀ ਹੋ ਕੇ ਹਟੀ ਆ ਉਹਦੇ ਵਿੱਚ ਕਿਹੜੀਆਂ ਗੱਲਾਂ ਹੋਈਆਂ ਉਹ ਉਹਨਾਂ ਦੇ ਬਾਰੇ ਵੀ ਸਾਰੀ ਡਿਟੇਲ ਦੇ ਵਿੱਚ ਗੱਲ ਕਰਾਂਗੇ ਬਾਈ ਜੀ ਬਹੁਤ ਸਵਾਗਤ ਹੈ ਜੀ ਥੈਂਕ ਯੂ ਬਹੁਤ ਸ਼ੁਕਰੀਆ ਤੁਹਾਡੇ ਸਾਰੇ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਕਿਵੇਂ ਚੱਲਦੀ ਹੈ ਬਾਈ ਜੀ ਕੈਂਪੇਨ ਜੀ ਕੈਂਪੇਨ ਬਹੁਤ ਠੀਕ ਚੱਲ ਸ਼ੁਰੂ ਹੋ ਗਈ ਹੈ ਨਾ ਹਾਂਜੀ ਕੈਂਪੇਨ ਆਲਮੋਸਟ ਸਟਾਰਟ ਹੈ ਡੋਰ ਨੌਕਿੰਗ ਲੋਕਾਂ ਨਾਲ ਮਿਲਣਾ ਗਿਲਣਾ ਤੇ ਇਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਜੀ ਤੇ ਪਹਿਲਾਂ ਆਪਾਂ ਇਸ ਦੇ ਉੱਪਰ ਹੀ ਗੱਲ ਕਰ ਲਈਏ ਕਿ ਇਸ ਜਿਹੜੀਆਂ ਪਿਛਲੇ ਜੇ ਕਹੀਏ ਤਾਂ ਪਿਛਲੇ 15-20 ਦਿਨਾਂ ਤੋਂ ਚਲੋ ਠੀਕ ਹੈ ਵੈਦਰ ਦੀ ਹੈਗੀ ਹੈ ਸਮੱਸਿਆ ਪਰ ਜਿਹੜਾ ਹੈਲਥ ਕ੍ਰਾਈਸਿਸ ਬਹੁਤ ਵੱਡਾ ਆ ਜੀ ਤੇ ਇਹਨੂੰ ਕਿਵੇਂ ਦੇਖਦੇ ਹੋ ਕਿ ਇਕੱਲੀ ਇਹ ਮੈਨੂੰ ਲੱਗਦਾ ਕੋਈ ਇਹ ਸ਼ਾਇਦ ਪ੍ਰੋਵਿੰਸ ਦਾ ਵੀ ਮਸਲਾ ਨਹੀਂ ਹੈਗਾ ਹੁਣ ਤਾਂ ਇਹ ਓਵਰਆਲ ਕੈਨੇਡਾ ਦੀ ਸਮੱਸਿਆ ਹੋਈ ਪਈ ਆ ਪਰ ਜੇ ਗੱਲ ਨਹੀਂ ਕਰਾਂਗੇ ਸਮੱਸਿਆ ਦੇ ਉੱਪਰ ਜੇ ਕਹਿ ਦਈਏ ਕਿ ਇਹ ਤਾਂ ਫੈਡਰਲ ਦਾ ਸਾਰਾ ਹੈਗਾ ਰੌਲਾ ਜਾਂ ਕਹਿ ਲਈਏ ਇਕੱਲੇ ਪ੍ਰੋਵਿੰਸ ਦਾ ਆ ਜੇ ਸਾਡਾ ਇਕੱਲਾ ਹੋਵੇ ਤੇ ਫਿਰ BC ਦਾ ਨਾ ਹੋਵੇ ਠੀਕ ਹੈ ਜੀ ਇਹ ਤਾਂ ਹੁਣ ਕਾਮਨ ਹੋਇਆ ਪਿਆ ਸਾਰੇ ਪਾਸੇ ਠੀਕ ਹੈ ਜੀ ਉਹਦੇ ਉੱਪਰ ਕੀ ਰਿਹਾ ਪਿਛਲੀਆਂ ਪਾਰਟੀਆਂ ਦਾ ਤੁਹਾਡੀ ਦਾ ਵੀ ਕੀ ਰਿਹਾ ਰਿਐਕਸ਼ਨ ਕਿੱਦਾਂ ਦਾ ਹੁਣ ਇਹਦੇ ਉੱਪਰ ਮਤਲਬ ਕੀ ਸਥਿਤੀ ਦੇ ਦਿਓ ਪਹਿਲਾਂ ਇਹ ਦੇਖੋ ਵੀ ਪ੍ਰੋਬਲਮ ਕਿੰਨੇ ਕੁ ਲੈਵਲ ਤੇ ਪਹੁੰਚੀ ਹੈ ਤੁਸੀਂ ਰੀਡ ਕਰਦੇ ਰਹਿੰਦੇ ਹੋ ਸਮੱਸਿਆਵਾਂ ਕਿੱਥੇ ਆ ਜੀ ਸਮੱਸਿਆਵਾਂ ਜਿਹੜੀਆਂ ਨਾ ਉਹ ਸਿਆਸਤ ਦੀ ਨੀਤੀ ਚ ਹੁੰਦੀਆਂ ਮੇਰੇ ਹਿਸਾਬ ਦੇ ਨਾਲ ਕਿ ਜਿਹੜਾ ਵੀ ਕੋਈ ਵੀ ਪਾਰਟੀ ਕੋਈ ਵੀ ਸਿਆਸਤਦਾਨ ਜਦੋਂ ਸੱਤਾ ਦੇ ਵਿੱਚ ਆਉਂਦਾ ਸਰਕਾਰ ਦੇ ਵਿੱਚ ਆਉਂਦਾ ਤਾਂ ਉਹ ਆਪਣੀ ਇੱਕ ਆਈਡੀਓਲੋਜੀ ਆਪਣੀ ਇੱਕ ਸਮਝ ਦੇ ਨਾਲ ਉਹ ਸਿਆਸਤ ਕਰਦਾ ਉਹ ਗਵਰਨ ਕਰਦਾ ਪ੍ਰੋਵਿੰਸ ਨੂੰ ਚਾਹੇ ਕੈਨੇਡਾ ਨੂੰ ਚਾਹੇ ਕਿਸੇ ਵੀ ਸੂਬੇ ਦੇ ਵਿੱਚ ਉਹ ਹੋਵੇ ਜਿਹੜਾ ਅਲਬਰਟਾ ਦੇ ਵਿੱਚ ਇਸ ਟਾਈਮ ਜੇ ਮੈਂ ਗੱਲ ਕਰਾਂ ਤਾਂ ਉਹ ਇਸ ਟਾਈਮ UCP ਦੀ ਸਰਕਾਰ ਹੈ ਆਪਾਂ ਪਹਿਲਾਂ ਦੇਖਿਆ ਕਿ ਜੇਸਨ ਕੇਨੀ ਪ੍ਰੀਮੀਅਰ ਸੀਗੇ ਇਸ ਟਾਈਮ ਡੈਨੀਅਲ ਸਮਿਥ ਹੈ ਔਰ ਦੋਨਾਂ ਪ੍ਰੀਮੀਅਰ ਕੋਈ ਵੀ ਹੋਵੇ ਲੇਕਿਨ ਉਹਨਾਂ ਦੀ ਪਾਰਟੀ ਹੈ ਜਿਹੜੀ ਉਹਨਾਂ ਦਾ ਬੇਸਿਕ ਸੰਗਠਨ ਹੈ ਜਿਹੜਾ ਉਹ ਇਹ ਚਾਹੁੰਦਾ ਕਿ ਹੈਲਥ ਕੇਅਰ ਜਿਹੜਾ ਉਹ ਪ੍ਰਾਈਵੇਟ ਹੋਵੇ ਉਹ ਪ੍ਰਾਈਵੇਟ ਹੱਥਾਂ ਦੇ ਵਿੱਚ ਜਾਵੇ ਨਿੱਜੀਕਰਨ ਜਿਹੜਾ ਸਿਹਤ ਸੇਵਾਵਾਂ ਦਾ ਉਹ ਹੋਵੇ ਜਿਹੜਾ ਸਾਡੀ ਸਮਝ ਹੈ ਉਹ ਇਹ ਹੈ ਕਿ ਜਿਹੜਾ ਹੈਲਥ ਕੇਅਰ ਆ ਉਹ ਪਬਲਿਕਲੀ ਫੰਡਡ ਤੇ ਪਬਲਿਕਲੀ ਡਿਲੀਵਰਡ ਹੋਣਾ ਚਾਹੀਦਾ ਤਾਂ ਕਿ ਹਰੇਕ ਬੰਦਾ ਉਹਨੂੰ ਪੈਸੇ ਨਾ ਖਰਚਣੇ ਪੈਣ ਜਦੋਂ ਤੁਸੀਂ ਡਾਕਟਰ ਦੇ ਜਾਓ ਤਾਂ ਡਾਕਟਰ ਤੁਹਾਡਾ ਕ੍ਰੈਡਿਟ ਕਾਰਡ ਨਾ ਦੇਖੇ ਉਹ ਤੁਹਾਡਾ ਹੈਲਥ ਕਾਰਡ ਦੇਖੇ ਕਿਉਂਕਿ ਉਸ ਵੇਲੇ ਤੁਹਾਡੀ ਸਿਹਤ ਤੇ ਬਣੀ ਹੈ ਤੁਹਾਡੀ ਜ਼ਿੰਦਗੀ ਦੀ ਲੜਾਈ ਹੈ ਤੁਸੀਂ ਆਪਣੀ
ਆਪਣੀ ਹੋਣ ਦੀ ਲੜਾਈ ਹੁੰਦੀ ਹੈ ਜਦੋਂ ਸਾਡੇ ਕੋਈ ਸਿਹਤ ਦੀ ਸਮੱਸਿਆ ਬਣ ਜਾਵੇ। ਸੋ ਅਸੀਂ ਇਹ ਸਮਝਦੇ ਹਾਂ ਕਿ ਇਹ ਇੱਕ ਬੇਸਿਕ ਹਿਊਮਨ ਰਾਈਟ ਹੈ ਔਰ ਸਾਰਿਆਂ ਨੂੰ ਇਰਰਿਸਪੈਕਟਿਵ ਕਿ ਕੌਣ ਕਿੰਨੇ ਪੈਸੇ ਕਮਾ ਰਿਹਾ ਉਹਨੂੰ ਐਕਸੈਸਿਬਲ ਹੋਣਾ ਚਾਹੀਦਾ। ਜਿਹੜੀ ਤੁਸੀਂ ਸਮੱਸਿਆ ਦੀ ਗੱਲ ਕੀਤੀ ਉਹ ਇਹਦੇ ਵਿੱਚ ਹੀ ਪਈ ਹੈ ਕਿ ਜਦੋਂ ਅਸੀਂ ਇਸ ਤਰੀਕੇ ਨਾਲ ਸੋਚਣ ਲੱਗ ਜਾਾਂਗੇ ਕਿ ਇਹਨੂੰ ਪ੍ਰਾਈਵੇਟ ਕਰੋ, ਹੋਰ ਪੈਸੇ ਲੋਕ ਦਿਆ ਕਰਨ, ਫਿਰ ਅਸੀਂ ਪੈਸਿਆਂ ਬਾਰੇ ਸੋਚਦੇ, ਫਿਰ ਅਸੀਂ ਇਨਸਾਨ ਬਾਰੇ, ਉਹਦੀ ਸਿਹਤ ਬਾਰੇ ਨਹੀਂ ਸੋਚਦੇ, ਬੰਦਿਆਂ ਬਾਰੇ ਨਹੀਂ ਸੋਚਦੇ, ਫਿਰ ਅਸੀਂ ਪੈਸਿਆਂ ਬਾਰੇ ਸੋਚਣ ਲੱਗ ਜਾਂਦੇ ਹਾਂ। ਸੋ ਮੈਨੂੰ ਇਹ ਲੱਗਦਾ ਕਿ ਇਸ ਟਾਈਮ ਸਾਨੂੰ ਪੈਸਿਆਂ ਬਾਰੇ ਨਹੀਂ, ਸਾਨੂੰ ਇਨਸਾਨ ਬਾਰੇ ਸੋਚਣ ਦੀ ਲੋੜ ਹੈ ਔਰ ਐਸੇ ਲੀਡਰ, ਐਸੀ ਸਰਕਾਰ ਚਾਹੇ ਉਹ ਕਿਸੇ ਵੀ ਦੁਨੀਆ ਦੇ ਕੋਨੇ ਵਿੱਚ ਹੋਵੇ, ਉਹਨੂੰ ਲੈ ਕੇ ਆਉਣ ਦੀ ਲੋੜ ਹੈ ਜਿਹੜੀ ਇਨਸਾਨਾਂ ਦੀ ਜ਼ਿੰਦਗੀ ਬਚਾਉਣ ਦੀ ਗੱਲ ਕਰੇ। ਕਿਉਂਕਿ ਪੈਂਡੈਮਿਕ ਦੇ ਵਿੱਚ ਅਸੀਂ ਦੇਖ ਲਿਆ ਕਿ ਕਿਸੇ ਕੋਲ ਕਿੰਨੇ ਵੀ ਪੈਸੇ ਹੋ ਸਕਦੇ ਆ, ਕੋਈ ਕਿੰਨਾ ਵੀ ਗਰੀਬ ਹੋ ਸਕਦਾ, ਕੋਈ ਕਿੰਨਾ ਵੀ ਅਮੀਰ ਹੋ ਸਕਦਾ, ਜਦੋਂ ਸਿਹਤ ਤੇ ਬਣ ਜਾਂਦੀ ਹੈ ਫਿਰ ਉਹ ਪੈਸਾ ਨਹੀਂ ਕੰਮ ਕਰਦਾ। ਫਿਰ ਅਮੀਰਾਂ ਦੇ ਘਰ ਤਬਾਹ ਹੁੰਦੇ ਦੇਖੇ ਅਸੀਂ ਪੈਂਡੈਮਿਕ ਦੇ ਵਿੱਚ, ਅਸੀਂ ਗਰੀਬਾਂ ਦੇ ਵੀ ਘਰ ਤਬਾਹ ਹੁੰਦੇ ਦੇਖੇ। ਸੋ ਇਸ ਲਈ ਜਿਹੜਾ ਹੈਲਥ ਆ ਉਹ ਲੋਕਾਂ ਦਾ ਇਸ਼ੂ ਹੈ, ਉਹ ਕੋਈ ਇਹ ਨਹੀਂ ਹੈ ਕਿ ਮੇਰੇ ਕੋਲ ਪੈਸੇ ਆ ਤਾਂ ਮੈਂ ਕੋਈ ਖਰੀਦ ਲੂੰਗਾ ਜਾਂ ਮੈਂ ਕੋਈ ਮੈਨੂੰ ਵੱਖਰੀ ਪ੍ਰਿਵਿਲੇਜ ਹੋਣੀ ਚਾਹੀਦੀ ਹੈ। ਜੇ ਮੈਨੂੰ ਬਿਮਾਰੀ ਹੈ, ਫੋਰ ਐਗਜ਼ਾਮਪਲ ਕੋਵਿਡ ਹੀ ਸੀ, ਇੱਕ ਇਨਸਾਨ ਨੂੰ ਬਿਮਾਰੀ ਸੀ, ਉਹ ਦੂਸਰੇ ਤੱਕ ਫੈਲ ਸਕਦੀ ਸੀ, ਉਹ ਬੜੀ ਈਜ਼ਲੀ ਉਹ ਦੂਸਰਿਆਂ ਤੱਕ ਫੈਲੀ ਔਰ ਇਸ ਲਈ ਇੱਕ ਦੂਸਰੇ ਦਾ ਬਚਾਅ ਹੈ ਜਿਹੜਾ ਉਹ ਕਰਨ ਦੇ ਲਈ ਅਸੀਂ ਕਿਸੇ ਨੂੰ ਇਹ ਨਹੀਂ ਕਹਿ ਸਕਦੇ ਕਿ ਜੀ ਤੁਹਾਡੇ ਕੋਲ ਪੈਸੇ ਘੱਟ ਹੈ ਤੇ ਤੁਸੀਂ ਇਲਾਜ ਨਹੀਂ ਕਰਾ ਸਕਦੇ, ਤੇ ਕਿਸੇ ਕੋਲ ਪੈਸੇ ਬਹੁਤ ਜ਼ਿਆਦਾ ਹੈ ਤੇ ਉਹ ਇਲਾਜ ਕਰਾ ਸਕਦਾ। ਇਹ ਯੂਨੀਵਰਸਲੀ ਐਕਸੈਸਿਬਲ ਔਰ ਪਬਲਿਕਲੀ ਫੰਡਡ ਡਿਲੀਵਰਡ ਹੋਣਾ ਚਾਹੀਦਾ। ਨਹੀਂ, ਇਹਦੇ ਵਿੱਚ ਮੈਂ ਜਿਹੜੀ ਤੁਹਾਡੀ ਗੱਲ ਹੈ, ਵੈਸੇ ਇਹ ਮੰਨਿਆ ਵੀ ਇਹੀ ਜਾਂਦਾ ਵੀ ਜੇ ਕੈਨੇਡਾ ਦੇ ਵਿੱਚ ਹੋਰ ਸਭ ਕੁਝ ਠੀਕ ਹੈ ਜੀ, ਮਤਲਬ ਇਹ ਕਹਿ ਲਓ ਵੀ ਅਸੀਂ ਹੋਰ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਮਤਲਬ ਬਾਕੀ ਕੰਟਰੀਆਂ ਤੋਂ ਅੱਗੇ ਹਾਂ ਜੀ, ਤੇ ਅਸੀਂ ਹੈਲਥ ਦੇ ਵਿੱਚ ਕਿਉਂ ਪਛੜ ਰਹੇ ਹਾਂ? ਮਤਲਬ ਕਿ ਜਦੋਂ ਕਿ ਸੂਬਿਆਂ ਦੇ ਕੋਲ ਸਰਪਲਸ ਬਜਟ ਪਿਆ ਜੀ, ਠੀਕ ਹੈ ਜੀ, ਜੇ ਸਰਪਲਸ ਬਜਟ ਪਿਆ ਤੇ ਹੈਲਥ ਦੇ ਵਿੱਚ ਕਿਉਂ ਨਹੀਂ ਲੱਗ ਰਿਹਾ ਉਹ ਪੈਸਾ? ਠੀਕ ਹੈ, ਸਰਪਲਸ ਤੁਸੀਂ ਕੀ ਕਰਨਾ? ਜੇ ਪਿਆ ਤਾਂ ਪਿਆ ਰਹੇ, ਠੀਕ ਹੈ ਜੀ। ਜੇ ਹੁਣ ਸਾਡੀ 21 ਘੰਟਿਆਂ ਦੀ ਵੇਟਿੰਗ ਹੈ ਹਸਪੀਟਲ ਦੇ ਵਿੱਚ, ਸਾਡਾ ਬੱਚਾ ਬਿਮਾਰ ਹੋ ਗਿਆ ਤੇ ਅਸੀਂ ਹਸਪੀਟਲ ਜਾਂਦੇ ਹਾਂ ਤੇ ਸਾਨੂੰ ਦਵਾਈ ਨਾਲ ਅਸੀਂ ਕੀ ਸਰਪਲਸ ਮਤਲਬ ਕਿ ਸਿਰ ਤੇ ਚੁੱਕਣਾ ਸਿੱਧੀ ਪੰਜਾਬੀ ਭਾਸ਼ਾ ਦੇ ਵਿੱਚ ਇਹ ਹੈ ਵੀ ਅਸੀਂ ਕੀ ਕਰਨਾ ਸਰਪਲਸ ਦੇ ਵਿੱਚ। ਤੇ ਇੱਕ ਇਹਦੇ ਨਾਲ ਮੈਂ ਤੁਹਾਨੂੰ ਇੱਕ ਹੋਰ ਵੀ ਗੱਲ ਕਰ ਲਾਂ ਵੀ ਇਹ ਵਿਗਾੜ ਜਿਹੜਾ ਪਿਛਲੇ ਹੁਣ ਜਿੱਦਾਂ ਆਪਾਂ UCP ਦੀ ਤੁਸੀਂ ਗੱਲ ਕੀਤੀ ਹੈ, ਕੋਈ ਵਿਗਾੜ ਪਿਛਲੇ 3 ਸਾਲਾਂ ਤੋਂ ਮੈਨੂੰ ਲੱਗਦਾ ਨਹੀਂ ਕਿ ਹੋਊਗਾ। ਪਹਿਲਾਂ ਤੁਹਾਡੀ ਸਰਕਾਰ ਵੀ ਰਹੀ ਹੈ, ਠੀਕ ਹੈ ਜੀ, ਤੇ ਕਹਿਣ ਦਾ ਮਤਲਬ ਵੀ ਸਰਕਾਰਾਂ ਨੇ ਇਹਦੇ ਉੱਪਰ ਫੋਕਸ ਨਹੀਂ ਕੀਤਾ, ਜਾਂ ਇਹ ਕਹਿ ਲਓ ਵੀ ਜਿਸ ਤਰ੍ਹਾਂ ਜੇ ਹੁਣ ਕੋਈ ਵੱਖਰੇ ਸੋਚਦਾ ਬੰਦਾ ਇਹ ਗੱਲ ਕਹਿ ਦੇਵੇ ਕਿ ਸਰਕਾਰਾਂ ਨੇ ਜਿਹੜੀਆਂ ਉਹ ਬਿਲਕੁਲ ਹੀ ਕਾਰਪੋਰੇਟਰਾਂ ਦੇ ਅੰਡਰ ਹੋ ਗਈਆਂ, ਉਹ ਇਹਨੂੰ ਬਚਾਉਣਾ ਹੀ ਨਹੀਂ, ਇਹ ਸੈਕਟਰ ਨੂੰ, ਪਬਲਿਕ ਸੈਕਟਰ ਨੂੰ, ਸੋਸ਼ਲ ਜਿਹੜੀ ਸਿਕਿਉਰਿਟੀ ਦਾ ਮਸਲਾ ਹੈ ਇਹਨੂੰ ਬਚਾਉਣਾ ਨਹੀਂ ਚਾਹੁੰਦੀਆਂ। ਤੇ ਇਹਦੇ ਬਾਰੇ ਕੀ ਹੈ ਵੀ ਮਤਲਬ ਜੇ ਹੁਣ ਤੁਹਾਡੀ ਪਾਰਟੀ ਦੀ ਮੈਂ ਗੱਲ ਕਰਾਂ, ਪਿੱਛੇ ਤੁਹਾਡੀ ਕਨਵੈਨਸ਼ਨ ਹੋ ਕੇ ਹਟੀ ਹੈ, ਹੈਲਥ ਦੇ ਉੱਪਰ ਗੱਲਬਾਤ ਹੋਈ? ਜੀ ਬਿਲਕੁਲ, ਹੈਲਥ ਦੇ ਉੱਤੇ ਮਤਲਬ ਪੂਰਾ ਡਿਬੇਟ, ਪੂਰੀ ਗੱਲਬਾਤ ਹੋਈ, ਈਵਨ ਪੈਨਲ ਵੀ ਬੈਠਿਆ। ਸਾਡੇ ਜਿਹੜੇ ਕੈਂਡੀਡੇਟ ਆ, ਕੋਈ ਨਰਸ ਹੈ, ਕੋਈ ਫਿਜ਼ੀਸ਼ੀਅਨ ਹੈ, ਉਹਨਾਂ ਨੇ ਪੈਨਲ ਤੇ ਬੈਠ ਕੇ ਲੋਕਾਂ ਨੂੰ ਦੱਸਿਆ ਕਿ ਇਸ ਤਰ੍ਹਾਂ ਦੀਆਂ ਪਾਲਿਸੀਜ਼ ਹੋਣੀਆਂ ਚਾਹੀਦੀਆਂ, ਇੰਨੀ ਇਨਵੈਸਟਮੈਂਟ ਹੋਣੀ ਚਾਹੀਦੀ ਹੈ, ਜੇ NDP ਦੀ ਗਵਰਨਮੈਂਟ ਆਈ ਤਾਂ ਅਸੀਂ ਹੋਰ ਕੀ ਕਰ ਸਕਦੇ ਹਾਂ। ਇਹ ਸਾਰੀ ਖੁੱਲ੍ਹੀ ਗੱਲਬਾਤ ਹੋਈ ਔਰ ਬਕਾਇਦਾ ਇਸ ਆਈਡੀਆ ਦੇ ਨਾਲ ਹੋਈ ਕਿ ਕਿਸ ਤਰੀਕੇ ਦਾ ਹੈਲਥ ਸਿਸਟਮ ਹੋਵੇ ਜਿਹਦੇ ਵਿੱਚ ਪੈਸਾ ਨਾ ਦੇਖਿਆ ਜਾਵੇ, ਇਨਸਾਨ ਦੇਖਿਆ ਜਾਵੇ, ਉਹਦੀ ਜੇਬ ਨਾ ਦੇਖੀ ਜਾਵੇ, ਉਹਦੀ ਸਿਹਤ ਦੇਖੀ ਜਾਵੇ। ਇਹ ਬਿਲਕੁਲ ਮਤਲਬ ਸਾਡਾ, ਅਸੀਂ ਹਮੇਸ਼ਾ ਹੀ ਇਹ ਕਹਿੰਦੇ ਹਾਂ ਔਰ ਸਾਡੇ ਲੀਡਰ ਵੱਲੋਂ ਆਮ ਤੌਰ ਤੇ ਜਦੋਂ ਵੀ ਕਦੇ ਫੇਸਬੁੱਕ ਵਗੈਰਾ ਤੇ ਜਾਂ ਮੇਨ ਸਟ੍ਰੀਮ ਮੀਡੀਆ ਜਦੋਂ ਵੀ ਕਿਤੇ ਗੱਲ ਕਰਦੇ ਹੋ, ਹਮੇਸ਼ਾ ਪਬਲਿਕਲੀ ਫੰਡਡ, ਪਬਲਿਕਲੀ ਡਿਲੀਵਰਡ ਹੈਲਥ ਕੇਅਰ ਸਿਸਟਮ ਦੀ ਅਸੀਂ ਗੱਲ ਕਰਦੇ ਹਾਂ। ਔਰ ਜਿਹੜੀ ਸੌਰੀ ਮੈਂ ਤੁਹਾਡੇ ਜਵਾਬ ਪੂਰਾ ਕਰਦੇ ਹਾਂ ਕਿ ਜਿਹੜੀ ਤੁਹਾਡਾ ਸਵਾਲ ਸੀ ਕਿ ਸਾਡੀ ਵੀ ਪਾਰਟੀ ਦੀ ਸਰਕਾਰ ਆਈ, ਸਾਡੇ ਕੋਲੇ ਵੀ ਟਾਈਮ ਸੀ 4 ਸਾਲ, ਉਹਨਾਂ 4 ਸਾਲਾਂ ਦੇ ਵਿੱਚ ਅਸੀਂ ਪਹਿਲੀ ਤਾਂ ਗੱਲ ਇਹ ਹੈ ਜੀ ਕਿ ਅਸੀਂ ਜਦੋਂ ਗਵਰਨਮੈਂਟ ਆਏ 2015 ਦੇ ਵਿੱਚ, ਤਾਂ ਉਸ ਤੋਂ 44 ਸਾਲ ਮਤਲਬ ਅੱਧੀ ਸਦੀ ਪਹਿਲਾਂ ਕੰਜ਼ਰਵੇਟਿਵ ਗਵਰਨਮੈਂਟ ਸੀ ਔਰ ਬਹੁਤ ਸਾਰੇ ਕੰਜ਼ਰਵੇਟਿਵ ਗਰੁੱਪ ਇਹ ਕਹਿੰਦੇ ਰਹੇ ਕਿ ਤਾਂ ਐਕਸੀਡੈਂਟਲ ਗਵਰਨਮੈਂਟ ਆਏ ਤਾਂ ਉਹੀ ਆ ਗਏ, ਲੇਕਿਨ ਉਹਦੇ ਬਾਵਜੂਦ ਕੈਲਗਰੀ ਦੇ ਵਿੱਚ ਕੈਂਸਰ ਸੈਂਟਰ ਬਣ ਲਿਆ ਔਰ ਉਹ ਕੈਂਸਰ ਸੈਂਟਰ NDP ਸਰਕਾਰ ਨੇ ਬਣਾਇਆ। ਹਸਪੀਟਲਸ ਦੇ ਵਿੱਚ ਬੈੱਡਸ ਜਿਹੜੇ ਆ ਹੋਰ ਐਡ ਕੀਤੇ ਗਏ, ਜਿਹੜੇ ਹੈਲਥ ਕੇਅਰ ਵਰਕਰ ਆ ਔਰ ਉਹਨਾਂ ਦੀ ਤਨਖਾਹ ਅਸੀਂ ਵਧਾਈ, ਹੋਰ ਐਡ ਕੀਤੇ, ਜਿਹੜੇ ਹਾਇਰਿੰਗ ਕੀਤੀ। ਔਰ ਗੱਲ ਸਿਰਫ ਪੈਸਿਆਂ ਦੀ ਵੀ ਨਹੀਂ, ਇਹ ਵੀ ਨਹੀਂ ਕਿ ਅਸੀਂ ਬਿਲਡਿੰਗ ਬਣਾਤੀ, ਇਹ ਵੀ ਨਹੀਂ ਕਿ ਅਸੀਂ ਬੰਦੇ ਹੋਰ ਰੱਖ ਲਏ। ਸਵਾਲ ਇਹ ਹੈ ਕਿ ਜਿਹੜਾ ਬੰਦਾ ਤੁਹਾਡੇ ਕੰਮ ਕਰ ਰਿਹਾ, ਕੀ ਤੁਸੀਂ ਉਹਦੀ ਰਿਸਪੈਕਟ ਕਰ ਰਹੇ ਹੋ, ਕੀ ਤੁਸੀਂ ਉਹਦੀ ਇੱਜ਼ਤ ਕਰ ਰਹੇ ਹੋ, ਕੀ ਤੁਸੀਂ ਉਹਦਾ ਧੰਨਵਾਦ ਵੀ ਕਰ ਰਹੇ ਹੋ ਕਿ ਯਾਰ ਮਤਲਬ ਤੁਸੀਂ ਆਪਦੀ ਜ਼ਿੰਦਗੀ ਦਾਅ ਤੇ ਲਾ ਕੇ ਤੁਸੀਂ ਲੋਕਾਂ ਦੀ ਜਾਨ ਬਚਾ ਰਹੇ ਹੋ। ਸੂਬੇ ਦੀ ਨਵੀਂ ਪ੍ਰੀਮੀਅਰ ਹੈ, ਉਹਨੇ ਬੋਰਡ ਭੰਗ ਕੀਤਾ ਆ, ਇਹਨੂੰ ਤੁਸੀਂ ਕਿੱਦਾਂ ਦੇਖਦੇ ਹੋ? ਸੁਧਾਰਾਂ ਵਾਲੇ ਪਾਸੇ ਕਦਮ ਹੈ ਜਾਂ ਇੱਕ ਮਤਲਬ ਜਿਹੜੀ ਇੱਕ ਹੁੰਦਾ ਨਾ ਵੀ ਇਲੈਕਸ਼ਨ ਵਾਅਦੇ ਹੁੰਦੇ ਆ ਵੀ ਲੋਕਾਂ ਨੂੰ ਇੱਕ ਵਾਰੀ ਵੋਟਾਂ ਲੈ ਲਓ ਕਹਿ ਕੇ ਜੀ ਅਸੀਂ ਭੰਗ ਕਰ ਦੇਣਾ, ਇਹ ਤੁਹਾਨੂੰ ਲੱਗਦਾ ਉਹਦੇ 'ਚ ਕੋਈ ਸੁਧਾਰ ਹੋਊਗਾ ਇੱਦਾਂ ਬੋਰਡ ਭੰਗ ਕਰਨ ਨਾਲ, ਜਾਂ
ਕੁਝ ਹੋਰ ਇਹਦੇ ਵਿੱਚ ਮਤਲਬ ਜਿਸ ਤਰ੍ਹਾਂ ਦੀਆਂ ਉਹਨਾਂ ਦੀਆਂ ਐਕਟੀਵਿਟੀਜ਼ ਉਹ ਹੈਗੀਆਂ ਕੰਜ਼ਰਵੇਟਿਵ ਦੀਆਂ, ਤੁਹਾਨੂੰ ਲੱਗਦਾ ਕੋਈ ਸੁਧਾਰ ਆਊਗਾ? ਦੇਖੋ ਜੀ, ਬੋਰਡ ਭੰਗ ਕਰਨ ਦਾ ਮਤਲਬ ਤਾਂ ਇਹ ਹੈ ਕਿ ਦੇਖੋ ਲੋਕਾਂ ਇੱਕ ਵਾਰੀ ਸਨਸਨੀਖੇਜ਼ ਚੀਜ਼ ਕਰ ਦਿਓ ਕਿ ਬੋਰਡ ਭੰਗ ਕਰਤਾ, ਪਰ ਕੀ ਉਹਦੇ ਨਾਲ ਵੇਟ ਟਾਈਮ ਥੱਲੇ ਆਇਆ? ਕੀ ਉਹਦੇ ਨਾਲ ਜਿਹੜੀਆਂ ਬੱਚਿਆਂ ਦੀਆਂ ਮੈਡੀਸਿਨਸ ਨਹੀਂ ਮਿਲ ਰਹੀਆਂ ਸਟੋਰਾਂ ਦੇ ਉੱਤੇ, ਕੀ ਉਹ ਉੱਥੇ ਸ਼ੈਲਫਾਂ ਤੇ ਆ ਗਈ? ਮਤਲਬ ਕੋਈ ਲੋਕਾਂ ਨੂੰ ਕੋਈ ਰਾਹਤ ਮਿਲੀ ਹੋਵੇ, ਫਿਰ ਤਾਂ ਬੋਰਡ ਛੱਡੋ, ਫਿਰ ਤੁਸੀਂ ਸਾਰਾ ਕੁਝ ਹੀ ਭੰਗ ਕਰ ਲਓ ਜੋ ਵੀ ਤੁਹਾਡੇ ਤੋਂ ਹੁੰਦਾ, ਕੋਈ ਲੋਕਾਂ ਨੂੰ ਤਾਂ ਫਾਇਦਾ ਹੋਵੇ ਨਾ। ਗੱਲ ਤਾਂ ਇਹ ਹੈ ਕਿ ਲੋਕ ਮਰ ਰਹੇ ਆ, ਲੋਕਾਂ ਦੇ ਕੋਲ ਪਿਛਲੇ ਹਫ਼ਤੇ ਕੋਵਿਡ ਦੇ ਜੋ ਅੰਕੜੇ ਆਏ ਆ, 32 ਡੈਥਸ ਹੋਈਆਂ ਸਾਡੇ ਹਸਪੀਟਲ ਦੇ ਵਿੱਚ, ਅਲਬਰਟਾ ਦੇ ਵਿੱਚ। ਔਰ ਮੈਂ ਸਮਝਦਾ ਜੀ ਕਿ ਤੁਸੀਂ ਬੋਰਡ ਭੰਗ ਕਰ ਦਿਓ, ਤੁਸੀਂ ਉਹਨੂੰ ਫਾਇਰ ਕਰ ਦਿਓ, ਤੁਸੀਂ ਇਹਨੂੰ ਫਾਇਰ ਕਰ ਦਿਓ, ਤੁਸੀਂ ਕੋਈ ਨਵੀਂ ਚੀਜ਼ ਫਲੋਟ ਕਰ ਦਿਓ, ਤੁਸੀਂ ਕਿਹਦੇ ਨਾਲ ਕੰਸਲਟ ਕੀਤਾ ਕਿ ਬੋਰਡ ਫਾਇਰ ਕਰਨਾ ਚਾਹੀਦਾ? ਕਿਹਦੀ ਸਲਾਹ ਸੀ ਉਹ ਤੁਹਾਡੀ ਆਈਡੀਓਲੋਜੀ ਹੈ ਨਾ, ਦਾ ਮਤਲਬ ਤੁਸੀਂ ਬੈਠ ਕੇ ਸੋਚਿਆ ਕਿ ਇਹ ਸਾਰੇ ਬੰਦੇ ਕੱਢ ਦਿਓ ਤੇ ਉਸ ਤੋਂ ਬਾਅਦ ਤੁਸੀਂ ਆਪ ਟੇਕ ਓਵਰ ਕਰ ਲਓ, ਤੇ ਉਹਦੇ ਚੋਂ ਨਿਕਲਿਆ ਕੀ? ਇੱਕ ਧਾਰਨਾ ਜੀ ਬਣੀ ਹੋਈ ਹੈ ਮਤਲਬ ਓਵਰਆਲ ਹੀ ਕਹਿ ਲਈਏ ਕੰਜ਼ਰਵੇਟਿਵ ਪਾਰਟੀ ਬਾਰੇ ਕਿ ਪਬਲਿਕ ਸੈਕਟਰ ਨੂੰ, ਸੋਸ਼ਲ ਸਿਕਿਉਰਿਟੀ ਨੂੰ ਇਹ ਬਹੁਤੀ ਤਰਜੀਹ ਨਹੀਂ ਦਿੰਦੇ, ਬਚਾਉਣਾ ਵੀ ਨਹੀਂ ਚਾਹੁੰਦੇ ਉਹਨੂੰ। ਤੇ ਕੀ ਇਹ ਤੁਸੀਂ ਇਹਨੂੰ ਫਿਰ ਆਪਾਂ ਇਹੀ ਮੰਨ ਲਈਏ ਵੀ ਇਹ ਉਸ ਪਾਸੇ ਨੂੰ ਤੁਰੇ ਹੋਏ ਆ? ਜੀ ਬਿਲਕੁਲ, ਉਹ ਤਾਂ ਔਰ ਉਹਦੇ ਵਿੱਚ ਉਹ ਸ਼ਰੇਆਮ ਕਹਿੰਦੇ ਆ ਕਿ ਅਸੀਂ ਤਾਂ ਕਾਰਪੋਰੇਟਾਂ ਦੀ ਪਾਰਟੀ। ਉਹ ਤਾਂ $4.5 ਬਿਲੀਅਨ ਦਾ ਕਾਰਪੋਰੇਟ ਹੈਂਡਆਊਟ ਦਿੱਤਾ ਨਾ ਉਹਨਾਂ ਨੇ। ਤੁਸੀਂ ਯਕੀਨ ਮੰਨੋ ਕਿ ਇੰਟਰਨੈਸ਼ਨਲ ਮੋਨੀਟਰੀ ਫੰਡ ਹੈ ਜਿਹੜਾ, ਉਹ ਕੋਈ ਲੈਫਟ ਵਿੰਗ ਆਰਗੇਨਾਈਜੇਸ਼ਨ ਨਹੀਂ, ਉਹ ਕੋਈ ਕਿਸੇ ਪਾਰਟੀ ਦੀ ਆਰਗੇਨਾਈਜੇਸ਼ਨ ਨਹੀਂ। ਉਹਨਾਂ ਨੇ ਇੱਕ ਪੈਂਫਲੇਟ ਪੂਰਾ ਡਿਟੇਲਡ ਰਿਪੋਰਟ ਛਾਪੀ ਹੈ ਕਿ ਜਿਹੜਾ ਟ੍ਰਿਕਲ ਡਾਊਨ ਇਕਨੋਮੀ ਹੈ, ਕਿ ਅਮੀਰਾਂ ਨੂੰ ਹੋਰ ਅਮੀਰ ਕਰਕੇ ਜਿਹੜਾ ਫਾਰਮੂਲਾ ਹੈ ਕਿ ਜਦੋਂ ਅਮੀਰ ਹੋਰ ਅਮੀਰ ਹੋ ਜਾਣਗੇ ਤਾਂ ਗਰੀਬਾਂ ਦਾ ਫਾਇਦਾ ਹੋ ਜਾਊਗਾ, ਇੱਕ ਟ੍ਰਿਕਲ ਡਾਊਨ ਇਕਨੋਮੀ ਦਾ ਕਨਸੈਪਟ ਹੈ। ਉਹਨਾਂ ਨੇ ਰੱਦ ਕੀਤਾ ਕਿ ਉਹ ਕਦੇ ਕਿਤੇ ਵੀ ਦੁਨੀਆ ਦੇ ਵਿੱਚ ਕਾਮਯਾਬ ਨਹੀਂ ਹੋਈ। ਇਸੇ ਤਰ੍ਹਾਂ ਜਿਹੜਾ ਇਹਨਾਂ ਦਾ ਜੇਸਨ ਕੈਨੀ ਹੋਰਾਂ ਦਾ ਜਾਂ UCP ਦਾ ਫਾਰਮੂਲਾ ਸੀ, ਈਵਨ ਡੈਨੀਅਲ ਸਮਿਥ ਦਾ ਵੀ ਸੇਮ ਹੀ ਹੈ ਕਿ ਜਿਹੜਾ $4.5 ਬਿਲੀਅਨ ਵੱਡੇ ਕਾਰਪੋਰੇਟਾਂ ਨੂੰ ਦੇਤਾ ਤੇ ਉਹਦੇ ਨਾਲ ਉਹਨਾਂ ਨੂੰ ਕੋਈ ਨੌਕਰੀ ਨਹੀਂ ਪੈਦਾ ਹੋਈ। ਉਲਟਾ ਕੋਵਿਡ ਪੈਂਡੈਮਿਕ ਤੋਂ ਪਹਿਲਾਂ ਜਦੋਂ ਇਹ ਪੈਸੇ ਦਿੱਤੇ ਗਏ ਸੀ, ਉਲਟਾ ਅਲਬਰਟਾ ਦੇ ਵਿੱਚ 55,000 ਜਿਹੜੇ ਕੰਮ ਕਰ ਰਹੇ ਲੋਕ ਸੀ ਉਹਨਾਂ ਕੰਪਨੀਆਂ ਨੇ ਲੇ ਆਫ ਕੀਤਾ। ਸੋ ਕਹਿਣ ਦਾ ਮਤਲਬ ਇਹ ਹੈ ਕਿ ਇਹ ਪਾਰਟੀ ਜਿਹੜੀ ਹੈ, ਇਹਨਾਂ ਦਾ ਸੋਸ਼ਲ ਸਰਵਿਸ ਨਾਲ ਕੋਈ ਲੈਣਾ ਦੇਣਾ ਨਹੀਂ। ਇਹਨਾਂ ਦਾ ਕੰਪਲੀਟ ਮਕਸਦ ਇਹ ਹੈ ਕਿ ਕਿਸੇ ਨਾ ਕਿਸੇ ਤਰੀਕੇ ਜਿਹੜੀਆਂ ਚੀਜ਼ਾਂ ਬਚੀਆਂ ਉਹਨਾਂ ਨੂੰ ਵੀ ਪ੍ਰਾਈਵੇਟ ਹੱਥਾਂ ਦੇ ਵਿੱਚ ਦੇ ਦਿੱਤਾ ਜਾਵੇ। ਇੱਕੋ ਪਾਰਟੀ ਜਿਹੜੀ ਆ ਉਹ ਜਿਸ ਤਰ੍ਹਾਂ ਹੁਣ ਸੂਬੇ ਦੇ ਵਿੱਚ NDP ਥੋੜਾ ਜਿਹਾ ਉਹਦੇ ਡਿਫਰੈਂਟ ਤਰੀਕੇ ਨਾਲ ਚੱਲਦੀ ਹੈ, ਫੈਡਰਲ ਲੈਵਲ ਤੇ ਡਿਫਰੈਂਟ ਤਰੀਕੇ ਨਾਲ ਚੱਲਦੀ ਆ। NDP ਨੇ ਜੋ ਹੈਲਥ ਦੀਆਂ ਗੱਲਾਂ ਕਰਕੇ ਲਿਬਰਲ ਦੇ ਨਾਲ ਚੱਲ ਰਹੀ ਆ, ਜਿਹੜਾ ਪਿੱਛੇ ਜੇ ਡੈਂਟਲ ਦਾ ਅਨਾਉਂਸ ਕੀਤਾ ਉਹਨਾਂ ਨੇ ਵੀ ਬੱਚਿਆਂ ਦੇ ਲਈ ਜਿੰਨਾ ਵੀ ਉਹਨਾਂ ਨੇ ਅਕੋਰਡਿੰਗ ਟੂ ਇਨਕਮ ਦੇ ਹਿਸਾਬ ਨਾਲ ਉਹਨਾਂ ਨੇ ਕੀਤਾ, ਵੀ ਉਹ ਸਫੀਸ਼ੀਐਂਟ ਆ? ਹਾਂਜੀ, ਉਹ ਸਫੀਸ਼ੀਐਂਟ ਆ ਉਹ ਜਿਹੜਾ ਦੇਖੋ ਡੈਂਟਲ ਦੇ ਵਿੱਚ ਲੈ ਕੇ ਆਏ? ਹਾਂਜੀ, ਉਹ ਗੁੱਡ ਸਟੈਪ। ਕਹਿਣਾ ਮਤਲਬ ਇੱਕ ਹੈ ਵੀ ਕਿਸੇ ਪਾਰਟੀ ਦੇ ਨਾਲ ਕੁਝ ਮੁੱਦਿਆਂ ਦੇ ਉੱਪਰ ਤੁਸੀਂ ਸਹਿਮਤ ਹੁੰਦੇ ਹੋ ਤੇ ਉਹ ਕਹਿਣ ਦਾ ਮਤਲਬ ਮੁੱਦੇ ਪਹਿਲਾਂ ਜਦੋਂ ਲੋਕਾਂ 'ਚ ਦਿਖਾਏ ਜਾਂਦੇ ਆ, ਪ੍ਰਚਾਰੇ ਜਾਂਦੇ ਆ, ਬਹੁਤ ਵੱਡੇ ਹੁੰਦੇ ਆ, ਫਿਰ ਕੁਝ ਕੁ ਥੋੜਾ ਹਿੱਸਾ ਲੈ ਕੇ ਤੁਸੀਂ ਉਹਨੂੰ ਕਹਿ ਦਿੰਦੇ ਹੋ ਜੀ ਇਹ ਸਫੀਸ਼ੀਐਂਟ ਹੈ। ਉਹ ਠੀਕ ਹੈ ਕਿ ਡੈਂਟਲ ਦੇ ਵਿੱਚ ਉਹ ਮਤਲਬ ਕਿ ਉਸ ਤੋਂ ਵੱਧ ਉਮਰ ਵਾਲਿਆਂ ਨੂੰ ਨਹੀਂ ਮਤਲਬ ਚਾਹੀਦਾ ਸੀ ਉਹ ਬੱਚਿਆਂ ਦੇ ਲਈ? ਨਹੀਂ, ਜਿਹੜਾ ਤੁਸੀਂ ਗੱਲ ਕਰ ਰਹੇ ਹੋ, ਕਹਿ ਲਓ ਵੀ ਜਿੰਨਾ ਕੁ ਉਹਨਾਂ ਨੇ ਅਨਾਉਂਸ ਕੀਤਾ ਹੈ, ਲਿਬਰਲ ਨੇ ਜਿਹੜਾ ਕੀਤਾ ਹੈ, ਚਲੋ ਆਪਾਂ ਇਹੀ ਮੰਨਦੇ ਆ ਨਾ ਕਿ ਆਪਾਂ ਕਰਵਾਇਆ, NDP ਨੇ ਕਰਵਾਇਆ, ਉਹਨਾਂ ਦਾ ਵਾਅਦਾ ਸੀਗਾ ਉਹ। ਹਾਂਜੀ, ਤੇ ਹੋਰ ਉਮਰ ਦੇ ਬੱਚਿਆਂ ਨੂੰ, ਵੱਡੇ ਉਮਰ ਦੇ ਬੱਚਿਆਂ ਨੂੰ ਜਾਂ ਕੋਈ ਹੋਰ ਉਹਦੇ ਲਈ ਚਾਹੀਦਾ ਸੀਗਾ ਜੀ? ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹ ਜਿੰਨੀ ਮੇਰੀ ਸਮਝ ਹੈ, ਮੈਂ ਗਲਤ ਵੀ ਹੋ ਸਕਦਾ, ਕਿ ਉਹ ਇੱਕ ਸਟੈਪ ਬਾਏ ਸਟੈਪ ਪ੍ਰੋਗਰਾਮ ਹੈ ਜੀ। ਉਹ ਇਸ ਵਾਰੀ ਬੱਚਿਆਂ ਦਾ ਤੇ ਮੇਰਾ ਖਿਆਲ ਜਿਹੜੇ ਡਿਸੇਬਲ ਲੋਕ ਆ ਉਹਨਾਂ ਦਾ, ਇਸ ਤੋਂ ਬਾਅਦ ਸੀਨੀਅਰਸ, ਇਸ ਤੋਂ ਬਾਅਦ ਆਮ ਜਨਰਲ ਪਬਲਿਕ ਨੂੰ। ਮੇਰਾ ਅੰਦਾਜ਼ਾ, ਮੈਂ ਗਲਤ ਵੀ ਹੋ ਸਕਦਾ, ਬਾਈ 2025 ਉਹ ਫੁੱਲ ਫਲੈਜ ਪ੍ਰੋਗਰਾਮ ਬਣ ਜਾਣਾ। ਉਹ ਇਸ ਤਰੀਕੇ ਦਾ ਪ੍ਰੋਗਰਾਮ, ਉਹ ਸਿਰਫ ਏਜ ਗਰੁੱਪ ਨਾਲ ਉਹਦਾ ਇੱਕ ਵਾਰੀ ਸਟਾਰਟਿੰਗ ਦੇ ਵਿੱਚ ਹੈ, ਲੇਕਿਨ ਉਸ ਤੋਂ ਬਾਅਦ ਉਹਨੇ ਐਜ਼ ਵੀ ਰੋਲ ਆਊਟ ਉਹਨੇ ਪੂਰਾ ਇੰਟਾਇਰ ਪਾਪੂਲੇਸ਼ਨ ਕਵਰ ਕਰਨੀ। ਤੇ ਦੂਜੀ ਮੈਂ ਗੱਲ ਕਰਦਾ ਹਾਂ ਕਿ ਐਜੂਕੇਸ਼ਨ ਦਾ ਵੀ ਹਾਲ ਇਸ ਵਾਰ ਮਾੜਾ ਹੀ ਹੈ। ਜਿਸ ਤਰ੍ਹਾਂ ਲਿਬਰਲ ਦੀਆਂ ਪਾਲਿਸੀਆਂ ਆ ਕਿ ਅਸੀਂ ਇੰਨਾ ਇਮੀਗ੍ਰੈਂਟਸ ਲੈ ਕੇ ਆਉਣਾ, ਪਰ ਉਹਦੇ ਲਈ ਹੈ ਨਹੀਂ, ਪ੍ਰਬੰਧ ਹੈ ਨਹੀਂ, ਸਕੂਲ ਨਹੀਂ ਹੈ ਜਾਂ ਰਹਿਣ ਦੇ ਲਈ ਪ੍ਰਬੰਧ ਨਹੀਂ ਹੈ, ਘਰਾਂ ਦਾ ਨਹੀਂ ਪ੍ਰਬੰਧ ਉਸ ਤਰੀਕੇ ਦਾ ਹੈਗਾ। ਤੇ ਜੇ ਆਪਾਂ ਇੱਥੇ ਆਉਂਦੇ ਵੀ ਨੇ ਤਾਂ ਉਹ ਆਪਾਂ ਲਾਈਨਾਂ ਦੇਖ ਸਕਦੇ ਹਾਂ ਜਿੰਨੀਆਂ ਕੋ ਲੱਗੀਆਂ ਹੁੰਦੀਆਂ ਅੱਜ ਕੱਲ੍ਹ ਸਰਵਿਸ ਆਫਿਸ ਜਿਹੜੇ ਸਰਵਿਸ ਕੈਮਰਾ ਦੇ। ਠੀਕ ਹੈ ਜੀ, ਮਤਲਬ ਇੰਨੀ ਸਨੋ ਦੇ ਵਿੱਚ ਵੀ ਉਹ ਵਾਵਾ 3-3 4-4 ਘੰਟੇ ਖੜਦੇ ਆ ਜੀ। ਬਿਲਕੁਲ ਠੀਕ ਹੈ ਜੀ। ਤੇ ਐਜੂਕੇਸ਼ਨ ਦਾ ਕੀ ਹਾਲ ਹੈ, ਮਤਲਬ ਜੇ ਆਪਾਂ ਕਰੀਏ ਅਲਬਰਟਾ ਦੀ ਗੱਲ ਕਰੀਏ ਜੀ, ਅਲਬਰਟਾ ਦੀ ਜੇ ਆਪਾਂ ਗੱਲ ਕਰੀਏ ਜੀ, ਕਿ ਖਾਸ ਕਰਕੇ ਜਿਸ ਤਰ੍ਹਾਂ ਤੁਸੀਂ ਇਮੀਗ੍ਰੈਂਟ ਪਾਪੂਲੇਸ਼ਨ ਦੀ ਗੱਲ ਕੀਤੀ ਹੈ, ਤਾਂ ਮੈਂ ਆਪਣੀ ਵੀ ਗੱਲ ਕਰਾਂ ਤੇ ਇਸ ਮੁਲਕ ਦੇ ਵਿੱਚ ਆ ਕੇ ਜ਼ਿੰਦਗੀ ਦੇ ਵਿੱਚ ਤਰੱਕੀ ਕਰਨ ਦਾ ਮੇਰੇ ਕੋਲ, ਔਰ ਇਹ ਸਿਰਫ ਮੇਰੀ ਗੱਲ ਨਹੀਂ ਹੈ, ਆਮ ਜਨਰਲ ਇਮੀਗ੍ਰੈਂਟ ਪਾਪੂਲੇਸ਼ਨ ਦੀ ਗੱਲ ਹੈ, ਕਿ ਸਾਡੇ ਕੋਲ ਇੱਕ ਹੀ ਜ਼ਰੀਆ ਹੈ ਕਿ ਅਸੀਂ
ਅਸੀਂ ਕੋਈ ਬਹੁਤ ਪੈਸੇ ਲੈ ਕੇ ਤਾਂ ਉੱਥੋਂ ਨਹੀਂ ਆਉਂਦੇ। ਮੈਜੋਰਿਟੀ ਪਾਪੂਲੇਸ਼ਨ, ਸਾਡੇ ਕੋਲ ਕੋਈ ਇੰਨੇ ਰਿਸੋਰਸ ਨਹੀਂ ਹੁੰਦੇ ਕਿ ਅਸੀਂ ਇੱਥੇ ਆਉਂਦੇ ਸਾਰ ਕੋਈ ਵੱਡੇ ਬਿਜ਼ਨਸ ਖਰੀਦ ਲਈਏ। ਸਾਡੇ ਕੋਲ ਸਿਰਫ ਇੱਕ ਤਰੀਕਾ ਹੁੰਦਾ ਅੱਗੇ ਵਧਣ ਦਾ ਜ਼ਿੰਦਗੀ 'ਚ, ਉਹ ਐਜੂਕੇਸ਼ਨ। ਔਰ ਬਹੁਤ ਸਾਰੇ ਜਿਹੜੇ ਸਾਡੇ ਪੇਰੈਂਟਸ ਫੈਮਲੀਜ਼ ਹੈ ਉਹ ਦਿਨ ਪਰ ਰਾਤ ਕੰਮ ਕਰਦੇ ਆ ਕਾਹਦੇ ਲਈ ਕਿ ਸਾਡੇ ਬੱਚੇ ਪੜ੍ਹ ਜਾਣ, ਕਿ ਇਹਨਾਂ ਨੂੰ ਇਹ ਕੰਮ ਨਾ ਕਰਨੇ ਪੈਣ, ਇਹ ਕੋਈ ਚੰਗੀ ਪੜ੍ਹਾਈ ਪੜ੍ਹ ਲਿਖ ਕੇ ਕੋਈ ਚੰਗੀ ਨੌਕਰੀ ਕਰਨ। ਇਹ ਸਾਡੇ ਇਮੀਗ੍ਰੈਂਟ ਪਾਪੂਲੇਸ਼ਨ ਦਾ ਇੱਕੋ ਇੱਕ ਹਥਿਆਰ ਹੈ, ਇੱਕੋ ਇੱਕ ਰਸਤਾ ਹੈ ਅੱਗੇ ਵਧਣ ਦਾ, ਜ਼ਿੰਦਗੀ 'ਚ ਤਰੱਕੀ ਕਰਨ ਦਾ। ਔਰ ਜੇ ਮੈਂ ਗੱਲ ਕਰਾਂ ਕੈਲਗਰੀ ਨਾਰਥ ਈਸਟ ਕੰਸਟੀਚੁਐਂਸੀ, ਮੈਂ ਉਸ ਗੱਲ ਤੇ ਆਉਣ ਲੱਗਿਆ ਸੀਗਾ। ਮੈਜੋਰਿਟੀ ਪਾਪੂਲੇਸ਼ਨ ਜਿਹੜੀ ਇੱਕ ਤਾਂ ਹੁੰਦੀ ਹੈ ਗੱਲ ਇਹ ਕਿ ਜਦੋਂ ਤੁਸੀਂ ਆਪੋਜੀਸ਼ਨ 'ਚ ਹੁੰਦੇ ਹੋ ਨਾ, ਇੱਕ ਤਾਂ ਹੁੰਦੀ ਹੈ ਦੂਸ਼ਣਬਾਜ਼ੀ, ਪੰਜਾਬੀ ਦਾ ਸਿੱਧਾ ਸ਼ਬਦ ਜੀ, ਵੀ ਯਾਰ ਭੰਡਦੇ ਰਹੋ, ਠੀਕ ਹੈ ਜੀ। ਗੱਲ ਇਹ ਹੈ ਵੀ ਅੰਕੜਿਆਂ ਦੇ ਹਿਸਾਬ ਨਾਲ ਤੁਸੀਂ ਕੀ ਦੇਖਦੇ ਹੋ ਵੀ UCP ਨੇ ਐਜੂਕੇਸ਼ਨ ਦੇ ਉੱਪਰ ਕੋਈ ਕੰਮ ਕੀਤਾ, ਤੇ ਤੁਹਾਡੀ ਪਾਰਟੀ ਨੇ ਪਹਿਲਾਂ ਕਿੰਨਾ ਕੁ ਕੀਤਾ ਸੀ, ਤੇ ਤੁਹਾਡੇ ਜਿਹੜੇ ਤੁਸੀਂ ਏਰੀਆ ਦੇ ਵਿੱਚ ਇਲੈਕਸ਼ਨ ਲੜ ਰਹੇ ਹੋ ਉੱਥੇ ਦਾ ਕੀ ਹਾਲ ਹੈ? ਜੀ, ਉਹ ਮੈਂ ਤੁਹਾਨੂੰ ਦੱਸ ਰਿਹਾ ਕਿ ਜਿਹੜੀ ਨਾਰਥ ਈਸਟ ਕੰਸਟੀਚੁਐਂਸੀ ਦੀ ਜੇ ਮੈਂ ਗੱਲ ਕਰਾਂ ਤਾਂ ਉੱਥੇ ਕੁਝ ਕਮਿਊਨਿਟੀਜ਼ ਜਿਸ ਤਰ੍ਹਾਂ ਕੋਵੈਂਟਰੀ ਹਿਲਸ, ਹਾਰਵੈਸਟਰਸ, ਉਹ ਪਹਿਲਾਂ ਦੀਆਂ ਡਿਵੈਲਪਡ ਕਮਿਊਨਿਟੀਜ਼ ਹੈ। ਬਾਕੀ ਸਾਰੀਆਂ ਕਮਿਊਨਿਟੀਜ਼ ਜਿੰਨੀਆਂ ਵੀ ਆ ਉਹ ਸਾਰੀਆਂ ਨਵੀਆਂ ਬਣ ਰਹੀਆਂ, ਚਾਹੇ ਉਹ ਸਿਟੀਸਕੇਪ ਹੋਵੇ, ਚਾਹੇ ਉਹ ਕਾਰਨਰਸਟੋਨ ਹੋਵੇ, ਚਾਹੇ ਉਹ ਰੈਡਸਟੋਨ ਹੋਵੇ, ਚਾਹੇ ਉਹ ਲਿਵਿੰਗਸਟਨ ਹੋਵੇ। ਇਹ ਸਾਰੀਆਂ ਕਮਿਊਨਿਟੀਜ਼ ਜਿਹੜੀਆਂ ਇਹ ਨਵੀਆਂ ਬਣ ਰਹੀਆਂ, ਔਰ ਇਹਨਾਂ ਕਮਿਊਨਿਟੀਜ਼ ਦੇ ਵਿੱਚ ਕੋਈ ਵੀ ਸਕੂਲ ਨਹੀਂ, ਜ਼ੀਰੋ ਸਕੂਲ, ਨਾ ਸਿਟੀਸਕੇਪ, ਨਾ ਰੈਡਸਟੋਨ, ਨਾ ਕਾਰਨਰਸਟੋਨ, ਨਾ ਲਿਵਿੰਗਸਟਨ। ਨਹੀਂ, ਸਕਾਈ ਵਿਊ ਦੇ ਵਿੱਚ ਸਕੂਲ ਆ ਗਿਆ। ਸਕਾਈ ਵਿਊ ਜਿਹੜਾ ਉਹ ਦੋ ਸਕੂਲ ਹੈ, ਇੱਕ ਕੈਥੋਲਿਕ ਸਕੂਲ ਹੈ, ਇੱਕ ਪਬਲਿਕ ਸਕੂਲ ਹੈ। ਔਰ ਦੋਨੋਂ ਦੇ ਜਿਹੜੇ ਦੋਨੇ ਸਕੂਲ ਹੈ ਉਹ 2018 ਦੇ ਵਿੱਚ, ਕੈਥੋਲਿਕ ਉਸ ਤੋਂ ਪਹਿਲਾਂ ਬਣ ਗਿਆ ਸੀ, 18 ਦੇ ਵਿੱਚ NDP ਨੇ ਅਪਰੂਵ, ਕੈਥੋਲਿਕ ਵੀ NDP ਨੇ ਅਪਰੂਵ ਕੀਤਾ ਸੀ 18 ਤੋਂ ਪਹਿਲਾਂ, ਔਰ ਜਿਹੜਾ ਹੁਣ ਬਣ ਰਿਹਾ ਸਕੂਲ ਉਹ ਵੀ NDP ਸਰਕਾਰ ਨੇ ਉਸ ਵੇਲੇ ਬਣਾਇਆ ਸੀ। UCP ਦੇ ਟਾਈਮ ਦੇ ਵਿੱਚ ਕੋਈ ਜ਼ੀਰੋ ਸਕੂਲ। ਇਹਨਾਂ ਕਮਿਊਨਿਟੀ ਜਿਹੜੀਆਂ ਡਿਵੈਲਪ ਹੋ ਰਹੀਆਂ ਕਮਿਊਨਿਟੀ, ਸਿਟੀਸਕੇਪ 'ਚ ਕੋਈ ਸਕੂਲ ਨਹੀਂ, ਕਾਰਨਰਸਟੋਨ ਕੋਈ ਉਹ ਜਿਹੜੀ ਬਿਲਡਿੰਗ ਜਿਹੜਾ ਅਨਾਉਂਸ ਤੁਸੀਂ ਕੀਤਾ ਸੀ, ਉਹ ਬਿਲਡਿੰਗ ਦਾ ਟਾਈਮ ਵੱਧ ਜਿਹੜਾ ਕੰਮ ਹੈ ਕਿ ਇੰਨੇ ਟਾਈਮ 'ਚ ਕੰਪਲੀਟ ਹੋ ਜਾਣਾ, ਉਹ ਤੁਹਾਡੇ ਵੇਲੇ ਹੋ ਗਿਆ ਸੀ ਜਾਂ UCP ਨੇ ਕਰਵਾਇਆ? ਜਿਹੜਾ ਇੱਕ ਅਨਾਉਂਸਮੈਂਟ ਵੱਖਰੀ ਹੁੰਦੀ ਹੈ, ਇੱਕ ਚੀਜ਼ ਦਾ ਢਾਂਚੇ ਦਾ ਖੜਾ ਹੋਣਾ ਵੇਖੇ, ਉਹਦੀ ਫੰਡਿੰਗ ਹੈ ਜਿਹੜੀ ਉਹ NDP ਨੇ ਦਿੱਤੀ ਸੀ। ਓਕੇ, ਤੁਸੀਂ ਇੱਥੇ ਸਕੂਲ ਬਣਾਓ, ਔਰ ਕਿਉਂਕਿ 18 'ਚ ਦਿੱਤੀ ਸੀ, 19 'ਚ ਸਰਕਾਰ ਚਲੀ ਗਈ, ਤੇ ਫਿਰ ਉਸ ਤੋਂ ਬਾਅਦ ਕੰਸਟਰਕਸ਼ਨ ਬਾਅਦ ਸਟਾਰਟ ਹੋਣੀ ਸੀ। ਜਦੋਂ ਪ੍ਰੋਜੈਕਟ ਅਪਰੂਵ ਹੋਇਆ ਗਿਆ ਫਿਰ ਤਾਂ ਕੰਮ ਹੀ ਸਟਾਰਟ ਕਰਨਾ। ਸੋ ਉਹ ਕੰਮ ਸਟਾਰਟ ਹੋ ਗਿਆ ਸੀ 19 'ਚ UCP ਦਾ ਟਾਈਮ ਦੇ ਵਿੱਚ, ਲੇਕਿਨ ਉਹ ਮੇਰਾ ਖਿਆਲ 19 'ਚ ਵੀ ਨਹੀਂ, 20 'ਚ ਵੀ ਸਟਾਰਟ ਹੋਇਆ, ਔਰ ਉਹਨੇ ਇਸ ਸਾਲ ਖੁੱਲ੍ਹਣਾ ਸੀ, ਉਹ ਥੋੜਾ ਡਿਲੇ ਹੋ ਗਿਆ। ਚਲੋ, ਉਹ ਮੈਂ ਇਹ ਨਹੀਂ ਕਹਿੰਦਾ ਕਿ ਇਹਨਾਂ ਨੇ ਡਿਲੇ ਕੀਤਾ ਜਾਂ UCP ਨੇ ਕੀਤਾ, ਉਹ ਕੋਈ ਵੀ ਕਾਰਨ ਹੋ ਸਕਦੇ ਆ ਕਿ ਕੋਵਿਡ ਪੈਂਡੇਮਿਕ ਸੀ, ਉਹਦੇ 'ਚ ਕੋਈ ਲੌਜਿਸਟਿਕ ਇਸ਼ੂ ਵੀ ਆਇਆ ਹੋ ਸਕਦਾ, ਉਹ ਕੋਈ ਆਪਾਂ ਕਿਸੇ ਤੇ ਇਲਜ਼ਾਮ ਨਹੀਂ ਲਾਉਂਦੇ। ਪਰ ਕਿਉਂਕਿ ਉਹ ਬਹੁਤ ਵੱਡੀ ਕਮਿਊਨਿਟੀ ਹੈ, ਰੈਡਸਟੋਨ, ਸਿਟੀਸਕੇਪ, ਸਕਾਈ ਵਿਊ, ਕਾਰਨਰਸਟੋਨ, ਤੇ ਮੈਨੂੰ ਨਹੀਂ ਲੱਗਦਾ ਕਿ ਦੋ ਸਕੂਲਾਂ ਉੱਥੇ ਉਹਨਾਂ ਦਾ ਕੋਈ ਹੈ। ਬਿਲਕੁਲ ਨਹੀਂ। ਔਰ ਜਿਹੜਾ ਸਕਾਈ ਵਿਊ ਸਕੂਲ ਬਣ ਰਿਹਾ ਨਾ ਜੀ, ਉਹਦੇ 'ਚ ਇਹ ਹੈ ਕਿ ਉਹਦੇ 'ਚ ਰੈਡਸਟੋਨ ਤੋਂ ਬੱਚੇ ਐਕਸੈਪਟ ਨਹੀਂ ਹੋ ਸਕਦੇ ਕਿਉਂਕਿ ਉਹਦੀ ਕਪੈਸਿਟੀ ਆਲਰੇਡੀ ਫੁੱਲ ਹੈ। ਉਹ ਜਿਸ ਦਿਨ ਉਹਨੇ ਖੁੱਲ੍ਹਣਾ ਉਸੇ ਦਿਨ ਉਹ 100% ਕਪੈਸਿਟੀ ਤੇ ਆਪਰੇਟ ਕਰਨਾ। ਸੋ ਮਤਲਬ ਓਬਵੀਅਸਲੀ ਇਹਦੇ ਵਿੱਚ ਕੋਈ ਦੁਰਾਵਾ ਨਹੀਂ ਕਿ ਉੱਥੇ ਹੋਰ ਸਕੂਲਾਂ ਦੀ ਲੋੜ ਹੈ। ਕਾਰਨਰਸਟੋਨ ਦਾ ਸਕੂਲ ਹੈ ਜਿਹੜਾ ਉਹ CBE ਨੇ ਆਲਰੇਡੀ ਰਿਕੁਐਸਟ ਕੀਤਾ ਹੋਇਆ, ਰੈਡਸਟੋਨ ਦੇ ਵਿੱਚ ਸਕੂਲ ਦੀ ਲੋੜ ਹੈ, ਸਿਟੀਸਕੇਪ ਨੂੰ ਸਕੂਲ ਦੀ ਲੋੜ ਹੈ। ਸੋ ਇਹ ਸਾਰੀਆਂ ਕਮਿਊਨਿਟੀਜ਼ ਦੇ ਵਿੱਚ ਸਕੂਲ ਹੋਣੇ ਚਾਹੀਦੇ ਆ, ਔਰ ਮੇਰਾ ਖਿਆਲ ਹੈ ਕਿ ਹੁਣ ਤੱਕ ਕੋਈ ਨਾ ਕੋਈ ਇਹਦੇ 'ਤੇ, ਚਲੋ ਜੇ ਬਣੇ ਨਹੀਂ ਸੀ ਤਾਂ ਘੱਟੋ ਘੱਟ ਕੋਈ ਨਾ ਕੋਈ ਕੰਮ ਸਟਾਰਟ ਜ਼ਰੂਰ ਹੋਇਆ ਹੋਣਾ ਚਾਹੀਦਾ ਸੀ, ਜਿਹੜਾ ਕਿ ਬਿਲਕੁਲ ਵੀ ਨਹੀਂ ਹੋਇਆ। ਨਹੀਂ, ਤੁਹਾਡੇ ਉਸ ਏਰੀਆ ਦੇ ਉੱਪਰ ਜਿਹੜੇ ਤੁਹਾਡੇ ਓਪੋਜੀਸ਼ਨ ਲੀਡਰ ਵੀ ਨੇ, ਉਹ ਤਾਂ ਮਤਲਬ ਕਹਿ ਲਓ ਹੁਣ ਤਾਂ ਤੀਜੀ ਮਿਨਿਸਟਰੀ ਆ ਉਹਨਾਂ ਕੋਲ ਜੀ, ਸਪੈਸ਼ਲੀ ਮੈਨੂੰ ਲੱਗਦਾ ਇਲੈਕਸ਼ਨ ਦੇ ਵਿੱਚ ਵਾਅਦੇ ਵੀ ਇਹੀ ਸੀਗੇ ਜੀ। ਬਿਲਕੁਲ, ਦੇਖੋ ਮਿਨਿਸਟਰੀ ਕਿਸੇ ਕੋਲ ਕੋਈ ਵੀ ਹੋ ਸਕਦੀ ਹੈ, ਐਂਡ ਆਫ ਦਾ ਡੇ ਜਦੋਂ ਕੋਈ ਵੀ ਬੰਦਾ ਹੁੰਦਾ ਹੀ ਆ ਨਾ, ਇੱਕ ਮਤਲਬ ਜੇ ਤੁਸੀਂ ਮਿਨਿਸਟਰ, ਤੁਹਾਡੀ ਮਿਨਿਸਟਰ ਕੋਈ ਗੱਲ ਸੁਣਦਾ ਤਾਂ ਹੈ ਨਾ। ਹੋਇਆ। ਦੂਸਰਾ ਇਹ ਹੈ ਕਿ ਜਦੋਂ ਤੁਸੀਂ MLA ਇਲੈਕਟ ਹੋਏ, MP ਕੋਈ ਵੀ ਤੁਸੀਂ ਪਬਲਿਕ ਆਫਿਸ ਲਈ ਇਲੈਕਟ ਹੋ ਜਾਂਦੇ ਹੋ, ਤੁਹਾਡਾ ਪਹਿਲਾ ਫਰਜ਼ ਇਹ ਹੈ ਕਿ ਜਿਹੜੇ ਲੋਕਾਂ ਨੇ ਤੁਹਾਨੂੰ ਚੁਣਿਆ ਤੁਸੀਂ ਉਹਨਾਂ ਲਈ ਕੰਮ ਕਰੋ, ਨੰਬਰ 1 ਇਸ਼ੂ। ਉਸ ਤੋਂ ਬਾਅਦ ਤੁਹਾਡਾ ਪੋਰਟਫੋਲੀਓ ਚਾਹੇ ਕੋਈ ਵੀ ਹੋਵੇ, ਤੁਸੀਂ ਉਹਦੇ ਤੇ ਉਹ ਐਡੀਸ਼ਨਲ ਕੰਮ ਹੈ, ਉਹਦੀ ਤੁਹਾਨੂੰ ਐਡੀਸ਼ਨਲ ਤਨਖਾਹ ਵੀ ਮਿਲਦੀ। ਲੇਕਿਨ ਜਿਹੜਾ ਮੇਨ ਪ੍ਰਾਇਮਰੀ ਕੰਮ ਹੈ ਉਹ ਤੁਸੀਂ ਆਪਣੇ ਹਲਕੇ ਦੇ ਲੋਕਾਂ ਵਾਸਤੇ, ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾ ਕੇ ਚੁਣਿਆ, ਤੁਸੀਂ ਉਹਨਾਂ ਲਈ ਕੰਮ ਕਰੋ। ਸਕੂਲਾਂ ਦੇ ਵਿੱਚ 0% ਕੰਮ ਹੋਇਆ। ਲੋਕਾਂ ਨੇ ਟਾਊਨ ਹਾਲ ਕੀਤੇ, ਮੈਂ ਖੁਦ ਉਹਨਾਂ ਟਾਊਨ ਹਾਲਸ ਦੇ ਵਿੱਚ ਸ਼ਾਮਲ ਹੋਇਆ। ਅਸੀਂ ਆਪ ਟਾਊਨ ਹਾਲ ਆਰਗੇਨਾਈਜ਼ ਕੀਤਾ, ਲੋਕਾਂ ਨੂੰ ਪੁੱਛਿਆ ਕਿ ਕਿਸ ਤਰੀਕੇ ਦੇ ਨਾਲ ਅੱਗੇ ਇਹਦੇ 'ਤੇ ਕੰਮ ਕੀਤਾ ਜਾ ਸਕਦਾ, ਔਰ ਅਸੀਂ ਇਹ ਕਮਿਟਮੈਂਟ ਕੀਤੀ ਹੈ ਕਿ ਜੇ ਸਾਡੀ ਗਵਰਨਮੈਂਟ ਬਣੀ ਤਾਂ ਅਸੀਂ ਨਵੀਆਂ ਕਮਿਊਨਿਟੀਜ਼ ਦੇ ਵਿੱਚ ਸਕੂਲ ਬਣਾਵਾਂਗੇ, ਖਾਸ ਕਰਕੇ ਜਿਹੜਾ ਰੈਡਸਟੋਨ ਦੇ ਵਿੱਚ ਵੱਡਾ ਇਸ਼ੂ ਹੈ। ਇੱਕ ਮੈਂ ਇਹ 'ਚ ਮੈਂ ਗੱਲ ਹੋਰ ਜੋੜ ਦੇਵਾਂ, ਇਹ ਕੁਝ ਗੱਲਾਂ ਕਹਿਣ ਦੀਆਂ ਕੁਝ ਹੋਰ ਹੁੰਦੀਆਂ, ਤੇ ਮਤਲਬ ਇੱਕ ਪੇਪਰ ਵਰਕ ਫਾਈਲਿੰਗ ਤਰੀਕੇ ਨਾਲ ਜਿਹੜੀ ਚੱਲਦੀ ਆ ਉਹ ਇੱਕ ਡਿਫਰੈਂਟ ਆ। ਠੀਕ ਹੈ, ਸਿਟੀ ਦਾ ਇਹਦੇ ਵਿੱਚ ਇੰਨਾ ਕੁ ਕੰਮ ਆ ਵੀ ਉਹ ਤੁਹਾਨੂੰ ਪਾਈਪਾਂ ਪਾ ਕੇ ਜ਼ਮੀਨ ਦੇ ਦਿੰਦੀ ਆ ਜੀ, ਠੀਕ ਹੈ ਜੀ। ਪਰ ਇੱਕ ਇਹ ਪ੍ਰੋਸੈਸ ਹੈ ਵੀ ਕਿਸ ਕਮਿਊਨਿਟੀ ਦੇ ਅਕੋਰਡਿੰਗ ਉਹ ਕਿੰਨੀ ਡਿਵੈਲਪ ਹੋ ਗਈ ਤੇ ਉਹਦੇ ਵਿੱਚ ਹੁਣ ਸਕੂਲ ਆਉਣਾ ਚਾਹੀਦਾ। ਕੋਈ ਐਦਾਂ ਦਾ ਸਮਾਂ ਬੀਤਦਾ ਵੀ ਜਾਂ ਸਾਰਾ ਕੁਝ ਪੋਲਿਟਿਕਸ ਦੇ ਅੰਡਰ ਹੀ ਹੈ ਜੀ। ਇਹਦੇ ਵਿੱਚ ਸਿਆਸੀ ਜੋ ਲੋਕ ਜੋ ਕਰਨਗੇ
ਉਹਦੇ ਕਿਉਂਕਿ ਬਾਕੀ ਚੀਜ਼ਾਂ ਦਾ ਇਹ ਨੇ ਨਾ ਵੀ ਜਿੱਦਾਂ ਇਹ ਕੰਟਰੀ ਦੇ ਸਿਸਟਮ ਹੈ ਵੀ ਤੁਹਾਨੂੰ ਕਈ ਚੀਜ਼ਾਂ ਕਰਨ ਦੀ ਲੋੜ ਨਹੀਂ ਪੈਂਦੀ, ਆਪਣੇ ਆਪ ਤੁਹਾਡੀਆਂ ਹੋ ਜਾਂਦੀਆਂ ਜੀ। ਠੀਕ ਹੈ ਜੀ, ਮਤਲਬ ਹਰ ਮਹਿਕਮਾ ਜਿਹੜਾ ਉਹ ਇੰਨਾ ਕੁ ਤੇਜ਼ ਤਰਾਰ ਹੈ ਕੰਮ ਕਰਦਾ, ਪਰ ਐਜੂਕੇਸ਼ਨ ਵਾਲਾ ਸਿਸਟਮ ਕਿਉਂ? ਦੇਖੋ, ਜਿਹੜਾ ਇਸ ਮੁਲਕ ਦੇ ਵਿੱਚ ਤੁਸੀਂ ਇਹ ਗੱਲ ਕੀਤੀ ਕਿ ਇੱਥੇ ਆਪਣੇ ਆਪ ਹੋ ਜਾਂਦਾ, ਉਹ ਵੀ ਸਿਆਸਤ ਦੇ ਕਰਕੇ ਹੀ ਹੁੰਦਾ ਕਿ ਇੱਕ ਸਿਸਟਮ ਸਿਆਸਤ ਨੇ ਐਸਾ ਸੈਟਅਪ ਕੀਤਾ ਹੋਇਆ ਕਿ ਉਹਦੇ ਵਿੱਚ ਲੋਕਾਂ ਨੂੰ ਕੋਈ ਰਿਸ਼ਵਤਖੋਰੀ ਦੀ ਲੋੜ ਨਹੀਂ ਪੈਂਦੀ, ਸਿਫਾਰਿਸ਼ਾਂ ਦੀ ਲੋੜ ਨਹੀਂ ਪੈਂਦੀ, ਉਹ ਕੰਮ ਹੋ ਜਾਂਦਾ, ਇੱਕ ਪ੍ਰੋਸੈਸ ਹੈ। ਜਿਹੜਾ ਐਜੂਕੇਸ਼ਨ ਦੀ ਤੁਸੀਂ ਗੱਲ ਕੀਤੀ ਹੈ ਉਹਦੇ ਵਿੱਚ ਇਹ ਹੈ ਜੀ ਕਿ ਸੀਬੀ ਦੇ ਨਾਲ ਕੰਮ ਕਰਨ ਦੀ ਲੋੜ ਹੈ ਕਿ ਸੀਬੀ ਨੇ ਜਿਹੜੇ ਸਕੂਲ ਰਿਕੁਐਸਟ ਕੀਤੇ ਹੋਏ ਆ ਕਿ ਤੁਸੀਂ ਉਹਨਾਂ ਦੇ ਪੈਸੇ ਦੇ ਦਿੱਤੇ, ਜਿਹੜੇ 2 ਸਟੈਪ ਹੋ ਗਏ ਉਹ ਤਾਂ ਹੋ ਗਏ ਨਾ, ਹੁਣ ਤੀਸਰਾ ਤੁਹਾਡਾ ਸਟੈਪ ਹੈ, UCP ਦਾ ਸਟੈਪ ਸੀ, ਗਵਰਨਮੈਂਟ ਸੀ ਇਹਨਾਂ ਦਾ ਸਟੈਪ ਸੀ ਕਿ ਕਾਰਨਰਸਟੋਨ ਸਕੂਲ ਨੂੰ ਪੈਸੇ ਦਿੰਦੇ ਕਿ ਤੁਸੀਂ ਜੀ ਇਸ ਸਕੂਲ ਦੀ ਕੰਸਟਰਕਸ਼ਨ ਸਟਾਰਟ ਕਰੋ, ਨਹੀਂ ਦਿੱਤੇ। ਰੈਡਸਟੋਨ ਦੇ ਵਿੱਚ ਸਕੂਲ ਤੁਹਾਡੀ ਮੰਗ ਕਰ ਰਹੇ ਆ, ਔਰ ਜਿਹੜਾ ਤੁਸੀਂ ਕ੍ਰਾਈਟੇਰੀਆ ਦੀ ਗੱਲ ਕਰ ਰਹੇ ਹੋ ਕਿ ਜੀ ਇਸ ਦਾ ਕ੍ਰਾਈਟੇਰੀਆ ਇੰਨੀ ਪੋਪੂਲੇਸ਼ਨ ਹੋਵੇ, ਇਹਦਾ ਕ੍ਰਾਈਟੇਰੀਆ ਇੰਨੀ ਪੋਪੂਲੇਸ਼ਨ, ਜਦੋਂ ਤੁਹਾਨੂੰ ਪਤਾ ਹੈ ਕਿ ਜਿਹੜੇ ਲੋਕਾਂ ਨੇ ਤੁਹਾਨੂੰ ਚੁਣਿਆ, ਚਾਹੇ ਉਹ ਕੋਈ ਵੀ, ਮੈਂ ਫਿਰ ਕਹਿ ਰਿਹਾ ਕਿ ਮੈਂ ਕਿਸੇ ਇੱਕ ਬੰਦੇ ਦੀ ਗੱਲ ਨਹੀਂ ਕਰ ਰਿਹਾ, ਕਿਸੇ ਵੀ ਪੋਜੀਸ਼ਨ ਤੇ ਹੋ ਤੁਸੀਂ, ਲੋਕਾਂ ਨੇ ਤੁਹਾਨੂੰ ਚੁਣਿਆ, ਤੁਸੀਂ ਕੋਈ ਇਨਫਲੂਐਂਸ ਕਰ ਸਕਦੇ ਹੋ, ਤਾਂ ਤੁਹਾਡਾ ਕ੍ਰਾਈਟੇਰੀਆ ਜਿਹੜਾ ਤੁਹਾਨੂੰ ਲੱਗ ਰਿਹਾ ਕਿ ਇਹ ਕ੍ਰਾਈਟੇਰੀਆ ਸਾਡੇ ਲੋਕਾਂ ਦੀ ਨੀਡ ਹੈ, ਜਿਹੜੀ ਲੋੜ ਆ, ਉਹਦੇ ਨਾਲ ਮੈਚ ਨਹੀਂ ਕਰ ਰਿਹਾ। ਕਿ ਜੇ ਤੁਹਾਡਾ ਕ੍ਰਾਈਟੇਰੀਆ ਹੈ ਕਿ 70,000 ਦੀ ਪੋਪੂਲੇਸ਼ਨ ਹੋਵੇ ਤਾਂ ਸਕੂਲ ਆਊਗਾ, ਜਾਂ 50,000 ਦੀ, ਜਾਂ ਵਟਸੋਐਵਰ ਐਕਸ ਅਮਾਊਂਟ ਆਫ ਪੀਪਲ, ਤੁਹਾਨੂੰ ਲੱਗ ਰਿਹਾ ਕਿ ਇਹ ਕ੍ਰਾਈਟੇਰੀਆ ਦੇ ਨਾਲ ਸਾਡੇ ਲੋਕ ਸੈਟੀਸਫਾਈਡ ਨਹੀਂ ਹੈ, ਤੇ ਤੁਸੀਂ ਉਸ ਪੋਜੀਸ਼ਨ ਤੇ ਬੈਠੇ ਹੋ ਕਿ ਤੁਸੀਂ ਕ੍ਰਾਈਟੇਰੀਆ ਬਦਲ ਸਕਦੇ ਹੋ, ਤੇ ਕ੍ਰਾਈਟੇਰੀਆ ਬਦਲੋ। ਫਿਰ ਕ੍ਰਾਈਟੇਰੀਆ ਕਿਹਨੇ ਬਦਲਣਾ, ਪ੍ਰੋਸੈਸ ਕਿਹਨੇ ਬਦਲਣਾ, ਪਾਲਿਸੀਆਂ ਕਿਹਨੇ ਬਣਾਉਣੀਆਂ, ਉਹ ਲੋਕਾਂ ਨੇ ਤਾਂ ਨਹੀਂ ਬਣਾਉਣੀਆਂ, ਉਹ ਲੋਕਾਂ ਨੇ ਤੁਹਾਨੂੰ ਜਿਹੜੇ ਵੀ ਚੁਣੇ ਹੋਏ ਨੁਮਾਇੰਦੇ ਉਹਨਾਂ ਨੂੰ ਚੁਣੀ ਇਸ ਕਰਕੇ ਕਿ ਤੁਸੀਂ ਪਾਲਿਸੀਆਂ। ਜੇ ਇਕੱਲੀ ਮੈਂ ਤੁਹਾਡੀ ਇਕੱਲੇ ਹਲਕੇ ਦੀ ਮੈਂ ਗੱਲ ਨਾ ਵੀ ਕਰਾਂ ਤੇ ਇਕੱਲੇ ਨਾਰਥ ਈਸਟ ਦੇ ਵਿੱਚ ਸਾਰਿਆਂ ਦੇ ਸਕੂਲਾਂ ਦੇ ਵਿੱਚ ਹੁਣ ਹਾਲ ਇਹ ਹੈ ਕਿ ਜੇ ਕਿਸੇ ਘਰ ਦੇ ਵਿੱਚ 2 ਬੱਚੇ ਆ ਤੇ ਇੱਕ ਬੱਚਾ ਉਹਨਾਂ ਦਾ ਨੇੜੇ ਜਾ ਰਿਹਾ, ਇੱਕ ਬੱਚਾ ਉਹਨਾਂ ਦੇ 3 ਬੱਸਾਂ ਚੇਂਜ ਕਰਕੇ ਜਾ ਰਿਹਾ। ਬਿਲਕੁਲ ਠੀਕ ਹੈ ਜੀ, ਕਿਉਂਕਿ ਕਲਾਸਾਂ ਦੇ ਵਿੱਚ ਮਤਲਬ ਸਫੀਸ਼ੀਐਂਟ ਨਹੀਂ ਉਹਨਾਂ ਕੋਈ ਬੱਚੇ ਬਹੁਤ ਜ਼ਿਆਦਾ। ਇਮੀਗ੍ਰੈਂਟਸ ਦੀ ਜੇ ਗੱਲ ਕਰੀਏ ਤਾਂ ਵੱਡਾ ਹਿੱਸਾ ਜਿਹੜਾ ਉਹ ਆਪਣੇ ਏਰੀਆ ਨਾਰਥ ਈਸਟ ਏਰੀਆ ਦੇ ਵਿੱਚ ਜ਼ਿਆਦਾ ਆ, ਤੇ ਫਿਰ ਉੱਥੇ ਸਕੂਲਾਂ ਦੀ ਜ਼ਰੂਰਤ ਤਾਂ ਹੈ ਜੀ। ਬਿਲਕੁਲ। ਔਰ ਜਦੋਂ ਸਾਡੀ ਗਵਰਨਮੈਂਟ ਸੀ 15 ਤੋਂ 19 ਤੱਕ, ਤਾਂ ਇਸ ਏਰੀਏ ਦੇ ਵਿੱਚ 6 ਸਕੂਲ ਬਣੇ ਸੀ, 6 ਨਵੇਂ ਸਕੂਲ ਬਣੇ ਸੀ। ਇਹਨਾਂ ਦੀ ਗਵਰਨਮੈਂਟ ਸੀ UCP ਦੀ, ਤਾਂ ਕੋਈ ਸਕੂਲ ਵੀ ਨਹੀਂ ਬਣਿਆ। ਇਹ ਫਰਕ ਹੈ 2 ਸਰਕਾਰਾਂ ਦਾ, ਇਹ ਫਰਕ ਹੈ। ਉਹ 2 ਕਿੰਨੇ ਸਕੂਲ ਬਣੇ ਤੁਹਾਡੇ? 6 ਸਕੂਲ, ਜਿਹੜੇ ਨਾਰਥ ਈਸਟ ਕੁਆਡਰੈਂਟ ਦੀ ਤੁਸੀਂ ਗੱਲ ਕਰ ਰਹੇ ਹੋ, 6 ਇਨਕਲੂਡਿੰਗ ਸੈਡਲ ਰਿਜ ਵਾਲਾ ਉਹ ਏਰੀਆ, ਕੈਲਗਰੀ ਮਕੌਲ ਕੰਸਟੀਚੁਐਂਸੀ ਤੋਂ ਸਾਡੇ ਇਰਫਾਨ ਸਾਹਿਬ MLA ਉਦੋਂ ਮਿਨਿਸਟਰ ਸੀਗੇ, ਉਦੋਂ ਟੋਟਲ ਰਲਾ ਕੇ ਮੈਂ ਗੱਲ ਕਰ ਰਿਹਾ। ਤੁਹਾਡੀ ਸਰਕਾਰ ਦੇ ਵੇਲੇ ਕੋਈ ਅੰਕੜਾ ਹੈ? ਉਸ ਵੇਲੇ ਦੀ ਗੱਲ ਕਰ ਰਹੇ ਹਾਂ 15 ਨਹੀਂ ਟੋਟਲ ਜਿਹੜਾ ਅਲਬਰਟਾ ਦਾ ਵੀ ਕਿੰਨਾ, ਟੋਟਲ ਅਲਬਰਟਾ ਚ 200 ਐਜੂਕੇਸ਼ਨ ਦੇ ਉੱਪਰ ਕਿੰਨਾ ਕੰਮ ਕੀਤਾ ਤੁਹਾਡੀ? 244 ਸਕੂਲ ਬਣਾਏ ਗਏ ਤੇ ਮਾਡਰਨਾਈਜ਼ ਕੀਤੇ ਗਏ। 244 4 ਸਾਲ ਚ, ਜੇ ਤੁਸੀਂ ਉਹਨੂੰ ਬ੍ਰੇਕ ਡਾਊਨ ਕਰੋ ਤਾਂ ਹਰੇਕ ਸਾਲ 60 ਤੇ ਹਰੇਕ ਮਹੀਨੇ 5 ਨਵੇਂ ਸਕੂਲ ਜਿਹਦੇ ਤੇ ਕੰਮ ਕੀਤਾ ਗਿਆ। UCP ਦੇ ਕੋਈ ਤੁਸੀਂ ਪਿਛਲੇ ਬਜਟ ਦੇ ਵਿੱਚ ਸਿਟੀ ਆਫ ਕੈਲਗਰੀ ਚ ਮੇਰਾ ਖਿਆਲ 1 ਜਾਂ 2 ਸਕੂਲ ਸੀ, ਉਸ ਤੋਂ ਪਿਛਲੇ ਬਜਟ ਤਾਂ ਸਕੂਲ ਹੀ ਕੋਈ ਨਹੀਂ ਸੀ, ਔਰ ਪਿਛਲੇ ਬਜਟ ਦੇ ਵਿੱਚ ਐਡਮਿੰਟਨ ਚ ਕੋਈ ਸਕੂਲ ਨਹੀਂ ਸੀ। ਔਰ ਇਸ ਟਾਈਮ ਜੇ ਤੁਸੀਂ ਦੇਖੋ ਇਸ ਸਮੈਸਟਰ ਦੇ ਵਿੱਚ ਜੋ ਆંકੜੇ ਆਏ ਸੀ ਕਿ 8000 ਦੇ ਕਰੀਬ ਨਵੇਂ ਸਟੂਡੈਂਟ ਐਡ ਹੋਏ, ਔਰ ਉਹਨਾਂ ਨੂੰ ਕਿਵੇਂ ਸੰਭਾਲੋਗੇ ਤੁਸੀਂ? $300 ਮਿਲੀਅਨ ਦਾ ਆਪਰੇਸ਼ਨਲ ਫੰਡਿੰਗ ਤੇ ਕੱਟ ਸੀਗਾ ਐਜੂਕੇਸ਼ਨ ਦੇ ਉੱਤੇ, ਔਰ ਨਾਲ ਦੀ ਨਾਲ ਜਿਹੜਾ ਪਰ ਸਟੂਡੈਂਟ ਫੰਡਿੰਗ, ਜੇ ਇਨਫਲੇਸ਼ਨ ਤੁਸੀਂ ਦੇਖੋ ਮਹਿੰਗਾਈ ਵੱਧ ਰਹੀ ਹੈ, ਕੱਲਾ ਡਾਲਰ ਵੈਲਿਊ ਨਹੀਂ ਹੈ, ਡਾਲਰ ਅਮਾਊਂਟ ਨਹੀਂ ਹੈ, ਡਾਲਰ ਦੀ ਵੈਲਿਊ ਕੀ ਹੈ, $1 ਜਿਹੜਾ ਉਹਦੀ ਅੱਜ ਕੀਮਤ ਕਿੰਨੀ ਹੈ, ਉਹ ਵੀ ਮੈਟਰ ਕਰਦੀ ਹੈ ਨਾ ਜਦੋਂ ਮਹਿੰਗਾਈ ਹੋਵੇ। ਤੇ ਮਹਿੰਗਾਈ ਉੱਪਰ ਜਾ ਰਹੀ ਹੈ, ਜੇ ਤੁਸੀਂ $100 ਤੁਹਾਡਾ ਪਹਿਲਾਂ ਬਜਟ ਸੀ ਤੇ ਮਹਿੰਗਾਈ ਥੋੜੀ ਜ਼ਿਆਦਾ ਉੱਪਰ ਚਲੀ ਗਈ ਤੇ ਤੁਸੀਂ $110 ਵੀ ਖਰਚ ਹੁੰਦਾ, ਤੁਹਾਡਾ $110 ਘੱਟ ਹੈ $100 ਨਾਲ। ਸੋ ਇਸ ਲਈ ਪਰ ਸਟੂਡੈਂਟ ਦੀ ਜਿਹੜੀ ਫੰਡਿੰਗ ਜੇ ਇਨਫਲੇਸ਼ਨ ਨਾਲ ਤੁਸੀਂ ਐਡਜਸਟ ਕਰੋ ਤੇ ਉਹ ਪੈਸੇ ਘੱਟ ਹੈ। ਔਰ ਐਜੂਕੇਸ਼ਨਲ ਅਸਿਸਟੈਂਟ ਜਿਹੜੇ ਆ ਉਹ ਇਸ ਗਵਰਨਮੈਂਟ ਨੇ ਪੈਂਡੈਮਿਕ ਦੇ ਦੌਰਾਨ ਕੱਢੇ 25,000 ਐਜੂਕੇਸ਼ਨਲ ਅਸਿਸਟੈਂਟ। ਇੱਕ ਲੇਬਰ ਕ੍ਰਾਈਸਿਸ ਬਹੁਤ ਜ਼ਿਆਦਾ ਆਇਆ ਜੀ। ਕੀ ਤੁਸੀਂ ਜਿੱਦਾਂ ਮੈਂ ਪਹਿਲਾਂ ਵੀ ਗੱਲ ਕਰਕੇ ਆਇਆ ਵੀ ਹੁਣ ਪਾਰਟੀ ਤੁਹਾਡੀ ਕੀ ਕਹਿੰਦੀ ਹੈ ਲੇਬਰ ਦੇ ਲਈ? ਕਿਉਂਕਿ ਮੰਨ ਕੇ ਚੱਲਦੇ ਹੁੰਦੇ ਆਪਾਂ ਵੀ ਕਿ ਸਾਡੀ ਸਰਕਾਰ ਆਉਣੀ ਹੈ ਤੇ ਕੋਈ ਪਲੈਨਿੰਗ ਤਾਂ ਕੋਈ ਹੋਣੀ ਹੈ ਨਾ। ਦੇਖੋ, ਜਿਹੜੀ ਇਮੀਗ੍ਰੇਸ਼ਨ ਕ੍ਰਾਈਸਿਸ ਨੂੰ ਕਿਵੇਂ ਦੇਖਦੇ ਹੋ? ਜਿਹੜੀ ਅਲਬਰਟਾ ਦੀ ਜੇ ਮੈਂ ਗੱਲ ਕਰਾਂ ਤੇ ਅਲਬਰਟਾ ਦੇ ਵਿੱਚ ਜਿਹੜੇ ਸਾਡੇ ਯੰਗ ਯੂਥ ਹੈ ਉਹ ਅਲਬਰਟਾ ਨੂੰ ਛੱਡ ਕੇ ਜਾ ਰਿਹਾ। ਉਹ ਛੱਡ ਕੇ ਕਿਉਂ ਜਾ ਰਿਹਾ? ਉਹਦੇ ਥੋੜ੍ਹੇ ਬਹੁਤ ਰੀਜ਼ਨ ਹੈ। ਸਭ ਤੋਂ ਪਹਿਲਾਂ ਕਿ ਡਿਫਰੈਂਸ ਉਹਨਾਂ ਦੀ ਮਿਨੀਮਮ ਵੇਜ ਦੇ ਵਿੱਚ। ਜਿਹੜਾ ਇੱਕ ਯੰਗ ਸਟੂਡੈਂਟ ਹੈ ਜਿਹਨੇ ਇੱਥੇ ਕੰਮ ਕਰਕੇ ਆਪਣੀ ਫੀਸ ਕੱਢਣੀ ਹੈ, ਜਿਹੜੇ ਆਪਣੇ ਮਾਂ-ਬਾਪ ਦੀ ਹੈਲਪ ਕਰਨੀ ਹੈ, ਉਹਦੀ ਮਿਨੀਮਮ ਵੇਜ $13, $15 ਦੀ ਜਗ੍ਹਾ ਤੇ $2 ਘੰਟੇ ਦਾ ਉਹਦਾ ਉਹ ਫਰਕ ਪੈ ਗਿਆ। ਫਿਰ ਉਸ ਤੋਂ ਬਾਅਦ ਜਿਹੜਾ ਯੂਨੀਵਰਸਿਟੀ ਜਾਣਾ, ਉਹਨੇ ਕਾਲਜ ਪੜ੍ਹਨਾ। ਪਰ UCP ਤਾਂ ਕਹਿੰਦੀ
ਬਾਹਰੋਂ ਬੰਦੇ ਬਹੁਤ ਆ ਰਹੇ ਸੀ, ਦੂਜੀਆਂ ਸਟੇਟਾਂ 'ਚ ਤਾਂ ਅਸੀਂ ਫਲੈਕਸ ਬੋਰਡ ਲਾ ਕੇ ਅਸੀਂ ਉੱਥੋਂ ਲੈ ਕੇ ਆਏ, ਬੰਦਿਆਂ ਨੂੰ ਦੱਸ ਕੇ ਆਏ ਵੀ ਅਲਬਰਟਾ ਬਹੁਤ ਵਧੀਆ ਜੀ। ਜਿਹੜੇ ਇਹਨਾਂ ਨੇ ਫਲੈਕਸ ਬੋਰਡ ਲਾਏ, ਸਾਰਾ ਕੁਝ ਕੀਤਾ ਇਹਨਾਂ ਨੇ, ਉਹਦਾ ਜੇ BC ਦੇ ਨਾਲ ਤੁਸੀਂ ਕੰਪੇਅਰ ਕਰੋ ਤਾਂ BC ਵਾਲੇ ਆਪਣੇ ਅੰਕੜੇ ਦੇ ਰਹੇ ਆ ਕਿ ਸਾਡੇ ਕੋਲ ਜ਼ਿਆਦਾ ਲੋਕ ਆਏ ਐਸ ਕੰਪੇਅਰ ਟੂ ਅਲਬਰਟਾ। ਅਲਬਰਟਾ ਦੇ ਅਕੋਰਡਿੰਗ ਉੱਥੇ ਜ਼ਿਆਦਾ ਬੰਦੇ। ਉਹ ਇਹ ਉਹਨਾਂ ਦੀ ਵਰਡਿੰਗ ਹੈ, ਉਹਨਾਂ ਦੇ ਮਿਨਿਸਟਰ ਜਿਹੜੇ ਰਵੀ ਕਾਹਲੋਂ ਹੈ, ਇਹ ਉਹਨਾਂ ਦੀ ਮੈਂ ਦੇਖਿਆ ਸੀ, ਇੱਕ ਟਵੀਟ ਕੀਤੀ ਉਹਨਾਂ ਨੇ ਕਿਹਾ ਸੀ ਕਿ ਸਾਡੇ ਕੋਲ ਜ਼ਿਆਦਾ ਇਨਫਲਕਸ ਹੈ ਪਾਪੂਲੇਸ਼ਨ ਦੀ। ਔਰ ਦੂਸਰੇ ਪਾਸੇ ਜਿਹੜੀ ਮੈਂ ਤੁਹਾਨੂੰ ਗੱਲ ਦੱਸ ਰਿਹਾ ਸੀ ਕਿ ਯੂਨੀਵਰਸਿਟੀ ਦੀਆਂ ਫੀਸਾਂ ਜਿਹੜੀਆਂ ਉਹ ਕਿੰਨੀਆਂ ਜ਼ਿਆਦਾ ਵਧੀਆਂ, 60-70%, ਕਈ ਕੋਰਸਿਸ ਦੇ ਵਿੱਚ ਤਾਂ 100% ਇਨਕਰੀਜ਼ ਵੀ ਹੈ। ਔਰ ਸਟੂਡੈਂਟ ਲੋਨ ਹੈ ਜਿਹੜਾ, ਇਹ ਗੱਲ ਤਾਂ ਬਿਲਕੁਲ ਸਹੀ ਹੈ ਕਿ ਸਟੂਡੈਂਟ ਜਿਹੜਾ ਆ ਉਹ ਅਲਬਰਟਾ ਜਿਹੜਾ ਜਿੱਦਾਂ ਕਹ ਲਓ ਆਪਣੇ ਸਾਰੇ ਥਾਂ ਤੋਂ ਆਉਂਦੇ ਆ ਸਟੂਡੈਂਟ, ਪੰਜਾਬ ਤੋਂ ਵੀ ਆਪਣੇ ਵੀ ਬਹੁਤ ਜ਼ਿਆਦਾ ਆ ਰਹੇ ਨੇ, ਤੇ ਉਹ ਅਲਬਰਟਾ ਦੀ ਬਜਾਏ ਜਾਂ BC ਨੂੰ ਪਸੰਦ ਕਰਦੇ ਆ ਜਾਂ ontario ਨੂੰ ਪਸੰਦ ਕਰਦੇ ਆ। ਤੇ ਜੇ ਕਾਲਜਸ ਨਹੀਂ ਹੈ ਜਾਂ ਕਾਲਜਸ ਸੀਟਾਂ ਘੱਟ ਨੇ ਜਾਂ ਕੁਝ ਵੀ ਹੈ, ਇਹ ਤਾਂ ਹੈ ਕਿ ਤੁਸੀਂ ਦੂਜੇ ਪਾਸੇ ਸੂਬਿਆਂ ਤੋਂ ਲਿਆਉਣ ਦੀ ਬਜਾਏ ਤੁਹਾਡੇ ਕੋਲ ਸਿੱਧੇ ਕਿਉਂ ਨਹੀਂ ਆ ਰਹੇ। ਐਗਜ਼ੈਕਟਲੀ, ਸਵਾਲ ਤਾਂ ਇਹ ਵੀ ਹੈਗਾ। ਤੇ ਕਿੱਥੇ ਉਹਦੇ ਵਿੱਚ ਕਮੀ? ਉਹਦੇ 'ਚ ਕਾਫੀ ਕਮੀ ਹੈ ਜੀ। ਮੈਂ ਖੁਦ ਆਪ ਇੱਕ ਇੰਟਰਨੈਸ਼ਨਲ ਸਟੂਡੈਂਟ ਆਇਆ ਸੀ, ਮੈਂ ਵੀ ਸਟੇਟ ਦੇ ਵਿੱਚ ਪੜ੍ਹਿਆ ਜੀ, ਔਰ ਮੈਂ ਦੇਖਿਆ ਕੰਪੈਰੀਜ਼ਨ ਕਰਕੇ ਕਿ ਜਿਹੜੀ ਇਮੀਗ੍ਰੇਸ਼ਨ ਪਾਲਿਸੀ ਹੈ ਨਾ, ਉਹ ਕੰਸਿਸਟੈਂਟ ਤੇ ਸਟੇਬਲ ਨਹੀਂ ਅਲਬਰਟਾ 'ਚ। ਉਹ 6 ਮਹੀਨੇ ਸਾਲ ਇੱਕ ਪਾਲਿਸੀ ਲੈ ਕੇ ਆ ਜਾਂਦੇ ਆ, 6 ਮਹੀਨੇ ਸਾਲ 2 ਸਾਲਾਂ ਬਾਅਦ ਫਿਰ ਡਿਫਰੈਂਟ ਪਾਲਿਸੀ ਲੈ ਕੇ ਆ ਜਾਂਦੇ ਆ। ਚਲੋ ਥੋੜ੍ਹੀਆਂ ਬਹੁਤ ਚੇਂਜਸ ਕਰਨੀਆਂ ਪੈਂਦੀਆਂ, ਆਈ ਅੰਡਰਸਟੈਂਡ, ਲੇਕਿਨ ਇਹ ਨਹੀਂ ਹੈ ਕਿ ਤੁਸੀਂ ਬਿਲਕੁਲ ਹੀ ਉਥਲ-ਪੁਥਲ ਕਰ ਦਿਓ। ਔਰ ਜਦੋਂ ਤੁਹਾਨੂੰ ਲੋੜ ਹੈ ਨਵੀਂ ਲੇਬਰ ਦੀ, ਪੜ੍ਹੀ ਲਿਖੀ ਲੇਬਰ ਦੀ, ਤੇ ਫਿਰ ਤੁਸੀਂ ਇਮੀਗ੍ਰੇਸ਼ਨ ਫਰੈਂਡਲੀ ਕੋਈ ਪਾਲਿਸੀ ਲੈ ਕੇ ਆਓ। ਤੁਸੀਂ ਕੋਈ ਐਸੀ ਪਾਲਿਸੀ ਲੈ ਕੇ ਆਓ ਕਿ ਤੁਹਾਡੇ ਇੰਸਟੀਟਿਊਸ਼ਨਸ 'ਚ ਬੱਚੇ ਵੀ ਆਉਣ, ਉਹ ਇੱਥੇ ਕੰਮ ਵੀ ਕਰਨ, ਤੇ ਉਹਨਾਂ ਦੀ ਲੁੱਟ ਵੀ ਨਾ ਹੋਵੇ। ਜਿਹੜੇ ontario BC ਆਪਾਂ ਗੱਲ ਕਰ ਰਹੇ ਹਾਂ, ਉੱਥੇ ਬਹੁਤ ਸਾਰੇ ਕੇਸਿਸ ਆਪਾਂ ਦੇਖਦੇ ਹਾਂ ਕਿ ਜਿੱਥੇ ਇੰਟਰਨੈਸ਼ਨਲ ਸਟੂਡੈਂਟ ਦੀ ਐਕਸਪਲੋਇਟੇਸ਼ਨ ਵੀ ਬਹੁਤ ਹੈ। ਸੋ ਸਾਨੂੰ ਇੱਕ ਐਸਾ এনवायरमेंट ਦੇਣਾ ਪਊਗਾ ਜਿੱਥੇ ਉਹਨਾਂ ਲਈ ਇੱਕ ਵੈਲਕਮਿੰਗ ਪਲੇਸ ਹੋਵੇ। ਇਹ ਨਹੀਂ ਕਿ ਅਸੀਂ ਉਹਨਾਂ ਨੂੰ ਕੈਸ਼ ਕਾਊਜ਼ ਟਰੀਟ ਕਰੀਏ, ਇਹ ਨਹੀਂ ਕਿ ਅਸੀਂ ਉਹਨਾਂ ਦੀ ਕੋਈ ਐਕਸਪਲੋਇਟੇਸ਼ਨ ਕਰੀਏ। ਉਹਨਾਂ ਨੂੰ ਵੈਲਕਮ ਵੀ ਕਰੋ ਤੇ ਉਹਨਾਂ ਨੂੰ ਕੰਮ ਤੇ ਵੀ ਲਾਓ, ਔਰ ਉਹ ਇਨ ਰਿਟਰਨ ਉਹ ਸਾਡੀ ਇਕਨੋਮੀ ਦੇ ਵਿੱਚ ਕੰਟਰੀਬਿਊਟ ਵੀ ਕਰ ਰਹੇ। ਇਮੀਗ੍ਰੈਂਟ ਦੀ ਇਹ ਵੀ ਸਮੱਸਿਆ ਕਿ ਆਪਣੇ ਇੱਥੇ ਡਾਇਰੈਕਟ ਇਮੀਗ੍ਰੈਂਟ ਵੀ ਬਹੁਤ ਘੱਟ ਆਉਂਦਾ। ਇਕੱਲੇ ਚਲੋ ਸਟੂਡੈਂਟ ਦੀ ਆਪਾਂ ਗੱਲ ਨਾ ਕਰੀਏ, ਜਿਹੜਾ ਡਾਇਰੈਕਟ ਇਮੀਗ੍ਰੈਂਟਸ ਆਉਂਦਾ ਆ ਉਹ ਵੀ ਬਾਕੀ ਸੂਬਿਆਂ ਦੇ ਅਕੋਰਡਿੰਗ ਇੱਥੇ ਘੱਟ ਆ। ਚਲੋ ਆਪਣੀ ਮਿਨਿਸਟਰ ਵੀ ਬਣੀ ਆ, ਸੋ ਦੇਖਦੇ ਹਾਂ ਉਹਦੇ ਵਿੱਚ ਕੀ ਉਹਦੇ ਵਿੱਚ ਕੰਮ ਹੁੰਦਾ ਆ। ਸੋ ਬਾਕੀ ਮੈਂ ਇਹਦੇ ਵਿੱਚ ਹੋਰ ਇੱਕ ਚੀਜ਼ ਐਡ ਕਰਨੀ ਚਾਹੁੰਦਾ ਸੀਗਾ, ਸਪੈਸ਼ਲੀ ਜਿਹੜੀ ਐਜੂਕੇਸ਼ਨ ਹੈ, ਠੀਕ ਹੈ ਜੀ, ਤੇ ਸਕੂਲਾਂ ਦੇ ਵਿੱਚ ਜਿਹੜਾ ਹੈਗਾ ਪੱਧਰ ਉਹ ਕਿਵੇਂ ਦਾ ਤੁਹਾਨੂੰ ਲੱਗਦਾ ਵੀ ਇਹਦੇ ਵਿੱਚ ਹੋਰ ਕੀ ਇਹਦੇ 'ਚ ਹੋ ਸਕਦਾ? ਸਕੂਲਾਂ ਦੇਖੋ, ਇੱਕ ਤਾਂ ਨਵੇਂ ਸਕੂਲ ਬਣਨੇ ਬਹੁਤ ਜ਼ਰੂਰੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਸਾਨੂੰ ਨਵੀਆਂ ਬਿਲਡਿੰਗਸ ਦੀ ਲੋੜ ਹੈ, ਨਵੇਂ ਸਕੂਲਾਂ ਦੀ ਲੋੜ ਹੈ, ਮਾਡਰਨ ਬਿਲਡਿੰਗ ਦੀ ਲੋੜ ਹੈ। ਦੂਸਰਾ, ਸਾਨੂੰ ਉਹਨਾਂ ਦੇ ਵਿੱਚ ਟੀਚਰ ਚਾਹੀਦੇ ਆ ਕਿ ਬਿਲਡਿੰਗ ਬਣਾ ਦੇਣੀ ਅਲੱਗ ਗੱਲ ਹੈ, ਲੇਕਿਨ ਉਹਦੇ ਵਿੱਚ ਕੰਮ ਕਰਨ ਵਾਲੇ ਲੋਕ ਵੀ ਚਾਹੀਦੇ ਨੇ। ਅਦਰਵਾਈਜ਼ ਖਾਲੀ ਬਿਲਡਿੰਗ ਤਾਂ ਕਿਸੇ ਕੰਮ ਦੀ ਨਹੀਂ। ਉਹਦੇ ਵਿੱਚ ਟੀਚਰ ਚਾਹੀਦੇ ਆ, ਐਜੂਕੇਸ਼ਨਲ ਅਸਿਸਟੈਂਟ ਚਾਹੀਦੇ ਆ, ਜਿਹੜੇ ਇਹ ਮੈਂ ਇਸ ਗੱਲ ਤੇ ਆਉਣਾ ਚਾਹੁੰਦਾ ਸੀ ਵੀ ਇਹ ਬੜਾ ਹੀ ਮੇਨ ਹੈ ਨਾ ਕਿ ਸਾਨੂੰ ਡਾਕਟਰਸ ਦੀ ਲੋੜ ਹੈ, ਸਾਨੂੰ ਟੀਚਰਸ ਦੀ ਲੋੜ ਹੈ। ਉਹਨਾਂ ਦੇ ਲਈ ਸਾਡਾ ਕੋਈ ਡਾਇਰੈਕਟ ਸਿੱਧਾ ਨਹੀਂ ਹੈ ਪਲਾਨ ਕੋਈ, ਤੇ ਉਹਦੇ ਲਈ ਇਹ UCP ਦੀਆਂ ਪਾਲਿਸੀਆਂ ਕਈ ਵਾਰੀ ਇਹ ਵੀ ਕਹਿੰਦੀਆਂ ਕਿ ਸਾਨੂੰ ਫੈਡਰਲ ਤੋਂ ਕਈ ਚੀਜ਼ਾਂ ਦੇ ਕੈਪ ਵੀ ਨੇ। ਹਾਂਜੀ, ਉਹ ਹੈ, ਬਿਲਕੁਲ ਠੀਕ ਹੈ। ਵੀ ਕਈ 500 ਐਪਲੀਕੇਸ਼ਨਾਂ ਦਾ ਨੋਮੀਨੇਸ਼ਨਸ ਦਾ ਕੈਪ ਹੈ ਇਹਨਾਂ ਦਾ ਇਮੀਗ੍ਰੇਸ਼ਨ ਦੇ ਉੱਤੇ, ਉਹ ਫੈਡਰਲ ਗਵਰਨਮੈਂਟ ਦਾ ਸੈੱਟ ਕੈਪ ਹੈ, ਔਰ ਠੀਕ ਹੈ, ਉਹਦੇ ਤੇ ਕੰਮ ਕਰਨ ਦੀ ਲੋੜ ਹੈ, ਉਹਨੂੰ ਇਨਕਰੀਜ਼ ਕਰਨ ਦੀ ਲੋੜ ਹੈ। ਲੇਕਿਨ ਉਸ ਤੋਂ ਬਿਨਾਂ ਵੀ ਜਿਹੜੇ ਸਾਡੇ ਇੱਥੇ 25,000 ਐਜੂਕੇਸ਼ਨਲ ਅਸਿਸਟੈਂਟ ਜਿਹੜੇ ਫਾਇਰ ਕੀਤੇ ਆ, ਪਹਿਲਾਂ ਜਿਹੜੇ ਸਾਡੇ ਕੋਲ ਹੈ ਉਹਨਾਂ ਨੂੰ ਤਾਂ ਯੂਜ਼ ਕਰੋ ਨਾ। ਤੁਸੀਂ ਜਿਹੜੇ ਕੰਮ ਕਰ ਰਹੇ ਹੋ ਉਹਨਾਂ ਨੂੰ ਫਾਇਰ ਕਰ ਰਹੇ ਹੋ, ਤੇ ਉਸ ਤੋਂ ਬਾਅਦ ਤੁਸੀਂ ਕਹਿ ਰਹੇ ਹੋ ਕਿ ਜੀ ਨਹੀਂ, ਅਸੀਂ ਤਾਂ ਸਾਡੇ ਕੋਲ ਤਾਂ ਬੰਦੇ ਆ ਨਹੀਂ, ਅਸੀਂ ਹੋਰ ਲੈ ਕੇ ਆਉਣੇ। ਸੋ ਜੀ, ਵੈਲਕਮਿੰਗ, ਆਈ ਮੀਨ ਇਮੀਗ੍ਰੇਸ਼ਨ ਲਈ ਸਾਨੂੰ ਹਮੇਸ਼ਾ ਆਪਣੇ ਦਰਵਾਜ਼ੇ ਖੁੱਲ੍ਹੇ ਰੱਖਣੇ ਚਾਹੀਦੇ ਆ, ਔਰ ਫੋਰਨ ਕ੍ਰੈਡੈਂਸ਼ੀਅਲ ਦੇ ਉੱਤੇ ਬਿਲਕੁਲ ਕੰਮ ਕਰਨ ਦੀ ਲੋੜ ਹੈ ਕਿ ਜਿਹੜੇ ਸਾਡੇ ਪੜ੍ਹੇ ਲਿਖੇ ਨੌਜਵਾਨ ਜਿਹੜੇ ਉੱਥੋਂ ਬੈਚਲਰਸ ਕਰਕੇ ਐਕਸਪੀਰੀਅੰਸ ਲੈ ਕੇ ਸਾਰੀਆਂ ਚੀਜ਼ਾਂ ਕਰਕੇ ਆਏ ਆ, ਉਹਨਾਂ ਨੂੰ ਯੂਟਿਲਾਈਜ਼ ਕਰੋ ਜਿਹੜੇ ਆਲਰੇਡੀ ਇੱਥੇ ਬੈਠੇ ਆ। ਮੈਂ ਆਪਣੀ ਕਜ਼ਨ ਦੀ ਗੱਲ ਕਰ ਰਿਹਾ ਕਿ ਉਹ ਬੈਚਲਰ ਆਫ ਨਰਸਿੰਗ ਕਰਕੇ ਇੰਡੀਆ ਤੋਂ, ਬਕਾਇਦਾ ਉੱਥੇ ਐਕਸਪੀਰੀਅੰਸ ਵੀ ਸੀ, ਇੱਥੇ ਉਹ ਆਏ। ਚਲੋ ਅਸੀਂ ਐਕਸਪੈਕਟ ਵੀ ਨਹੀਂ ਕਰਦੇ ਕਿ ਆਉਂਦੇ ਸਾਰ ਉਹ ਨਰਸ ਦੀ ਜੌਬ ਕਰਨ ਲੱਗ ਜਾਣ, ਲੇਕਿਨ ਇੱਕ ਪਾਥਵੇ ਹੋਵੇ, ਇੱਕ ਪ੍ਰੋਪਰ ਚੈਨਲ ਹੋਵੇ ਕਿ ਜਿਹਦੇ ਨਾਲ ਉਹ ਸਿਸਟਮ ਦੇ ਵਿੱਚ ਐਂਟਰ ਹੋਣ, ਤੇ ਉਸ ਤੋਂ ਬਾਅਦ ਉਹ ਸਟੱਡੀ ਕਰਨ, ਉਸ ਤੋਂ ਬਾਅਦ ਉਹ ਆਪਣੀ ਜੌਬ ਕਰਨ। ਅਲਬਰਟਾ ਦੇ ਵਿੱਚ ਇਸ ਟਾਈਮ ਇੰਨਾ ਸਖਤ ਰੂਲ ਰੈਗੂਲੇਸ਼ਨ ਹੈ, ਔਰ ਇੰਨਾ ਵੇਟ ਟਾਈਮ ਹੈ
ਕਿ ਤੁਸੀਂ ਅਸੈਸਮੈਂਟ ਤੇ 18-20 ਮਹੀਨੇ, ਫਿਰ ਉਸ ਤੋਂ ਬਾਅਦ ਜਿਹੜਾ ਤੁਸੀਂ ਪੜ੍ਹਾਈ ਕਰਨੀ ਉਹਦੀ ਵੇਟ ਟਾਈਮ, ਕਿ ਜੇ ਤੁਸੀਂ ਪੜ੍ਹਾਈ ਸ਼ੁਰੂ ਨਹੀਂ ਕੀਤੀ, ਪੜ੍ਹਾਈ ਦੇ ਵਿੱਚ ਐਡਮਿਸ਼ਨ ਲੈਣ ਲਈ 18-20 ਮਹੀਨੇ 2 ਸਾਲ ਦੀ ਵੇਟ, ਉਸ ਟਾਈਮ ਤੱਕ ਮਤਲਬ ਤੁਸੀਂ ਆਪਦਾ ਟੈਲੈਂਟ ਜਿਹੜਾ ਤੁਹਾਡੇ ਕੋਲ ਪਿਆ ਉਹਨੂੰ ਤੁਸੀਂ ਯੂਟਿਲਾਈਜ਼ ਹੀ ਨਹੀਂ ਕਰ ਰਹੇ, ਉਹਨੂੰ ਤੁਸੀਂ ਖਰਾਬ ਕਰ ਰਹੇ ਹੋ। ਔਰ ਇੱਕ ਪ੍ਰੋਪਰ ਚੈਨਲ ਹੋਣਾ ਚਾਹੀਦਾ, ਕਿ ਇੱਕ ਤਰੀਕਾ ਹੋਣਾ ਚਾਹੀਦਾ, ਪ੍ਰੋਸੈਸ ਹੋਣੀ ਚਾਹੀਦੀ ਕਿ ਜਿਹਦੇ ਵਿੱਚ ਕੋਈ ਫੋਰਨ ਬੰਦਾ ਆਵੇ, ਉਹ ਉਹਦੇ ਵਿੱਚ ਐਂਟਰ ਕਰੇ ਔਰ ਉਸ ਤੋਂ ਬਾਅਦ ਉਹ ਈਜ਼ੀਲੀ ਸਿਸਟਮ ਦੇ ਵਿੱਚ ਸਟ੍ਰੀਮਲਾਈਨ ਹੋ ਕੇ ਐਡਜਸਟ ਹੋਵੇ। ਐਨਡੀਪੀ ਦੀ ਸਰਕਾਰ ਇੱਕੋ ਵਾਰੀ ਬਣਦੀ ਆ ਤੇ ਤੁਹਾਨੂੰ ਲੱਗਦਾ ਹੈ ਕਿ ਲੋਕ ਤੁਹਾਨੂੰ ਦੁਬਾਰਾ ਲੈ ਕੇ ਆਉਣਗੇ? ਦੇਖੋ ਜੀ, ਮੈਂ ਜਿਹੜੀ ਇਹ ਕੋਈ ਜਿਹੜੇ ਪਿਛਲੀ ਵਾਰੀ ਹਾਰ ਹੋਈ ਹੈ ਉਹਦੇ ਵਿੱਚ ਉਹਦੇ ਕੀ ਕੋਈ ਕਾਰਨ ਸਾਨੂੰ ਦੱਸ ਸਕੋਗੇ ਜੀ? ਕੋਈ ਬਹੁਤ ਲੰਮਾ ਸਮਾਂ ਹੋ ਗਿਆ ਉਹਦੇ ਤੁਸੀਂ ਕਰ ਲਿਆ ਹੋਣਾ ਸਾਰਾ। ਹਾਂਜੀ, ਨਹੀਂ ਉਹ ਉਸ ਤੋਂ ਬਾਅਦ ਹੀ ਕਰ ਲਿਆ ਸੀ, ਔਰ ਉਹਦੇ 'ਚ ਸਾਨੂੰ ਕੋਈ ਇਹ ਹਰਜ ਨਹੀਂ। ਸਾਡੇ ਲੀਡਰ ਰੇਚਲ ਨੋਟਲੀ ਨੇ ਖੁਦ ਆਪ ਇਹ ਗੱਲ ਲੋਕਾਂ ਦੇ ਸਾਹਮਣੇ ਆਖੀ ਹੈ ਕਿ ਜਦੋਂ ਸਾਡੀ ਗਵਰਨਮੈਂਟ ਆਈ, ਅਸੀਂ 44 ਸਾਲ ਬਾਅਦ ਸਰਕਾਰ ਦੇ ਵਿੱਚ ਆਏ, ਐਨਡੀਪੀ ਗਵਰਨਮੈਂਟ 'ਚ ਆਈ, ਤੇ ਉਹਨਾਂ ਨੇ ਆ ਕੇ ਜਿਹੜੀਆਂ ਪਾਲਿਸੀਜ਼ ਲਾਗੂ ਕੀਤੀਆਂ, ਕੁਝ ਚੀਜ਼ਾਂ ਦੇ ਵਿੱਚ ਇਹ ਸੀਗਾ ਕਿ ਲੋਕਾਂ ਦੇ ਨਾਲ ਕੰਸਲਟ ਨਹੀਂ ਕੀਤਾ ਗਿਆ ਕਿ ਜਦੋਂ ਕੋਈ ਵੀ ਪਾਲਿਸੀ ਲਾਗੂ ਕਰਨੀ, ਉਹ ਲਾਗੂ ਤਾਂ ਲੋਕਾਂ ਤੇ ਹੋਣੀ ਨਾ। ਔਰ ਜਦੋਂ ਤੁਸੀਂ ਕਈ ਵਾਰੀ ਜਲਦਬਾਜ਼ੀ 'ਚ ਕਰ ਦਿੰਦੇ ਹੋ, ਤੁਸੀਂ ਬੇਸ਼ੱਕ ਇਹ ਸੋਚ ਕੇ ਕਰਦੇ ਹੋ ਕਿ ਠੀਕ ਹੋ ਜਾਣੀ, ਲੇਕਿਨ ਉਹਦਾ ਇੰਪੈਕਟ ਕਈ ਵਾਰੀ ਗਲਤ ਵੀ ਪੈ ਜਾਂਦਾ। ਇਸ ਲਈ ਜਿਹੜੇ ਸਭ ਤੋਂ ਬੈਸਟ ਤੁਹਾਡੇ ਪਾਲਿਸੀ ਐਡਵਾਈਜ਼ਰ ਹੁੰਦੇ ਆ, ਉਹ ਤੁਹਾਡੇ ਲੋਕ ਹੁੰਦੇ ਆ। ਤੁਸੀਂ ਲੋਕਾਂ ਕੋਲੇ ਜਾਓ, ਲੋਕਾਂ ਕੋਲੋਂ ਪੁੱਛੋ ਤੇ ਫਿਰ ਸਲਾਹ। ਤੁਹਾਡੇ ਦੇ ਉੱਪਰ ਇਹ ਵੀ ਦੋਸ਼ ਲੱਗ ਕਿ ਤੁਸੀਂ ਅਲਬਰਟਾ ਸੂਬੇ ਦਾ ਜੇ ਅੱਜ ਸਰਪਲਸ ਬਜਟ ਹੈ ਤੇ ਉਹਦੇ ਵਿੱਚ ਮੇਨ ਹੈਗੀ ਚੀਜ਼ ਆਇਲ ਜੀ, ਤੇ ਕਹਿੰਦੇ ਵੀ ਐਨਡੀਪੀ ਆਇਲ ਦੇ ਖਿਲਾਫ ਆ। ਨਹੀਂ, ਉਹ ਦੇਖੋ, ਉਹ ਯੂਸੀਪੀ ਦਾ ਇੱਕ ਨੈਰੇਟਿਵ ਹੈ। ਜਦੋਂ ਉਹ ਲੋਕਾਂ ਕੋਲ ਜਾ ਕੇ ਉਹਨਾਂ ਨੇ ਵੋਟ ਮੰਗਣੀ ਹੁੰਦੀ ਹੈ ਤਾਂ ਉਹ ਤੁਸੀਂ ਪਾਈਪਲਾਈਨਾਂ ਦੇ ਹੱਕ 'ਚ ਨਹੀਂ ਰਹੇ ਕਹਿੰਦੇ। ਅਸੀਂ ਅਲਬਰਟਾ ਸੂਬੇ ਦੇ ਵਿੱਚ ਜੇ ਤੁਸੀਂ ਗੱਲ ਕਰੋ ਤਾਂ ਜਿਹੜੀ ਪਾਈਪਲਾਈਨ ਬਣੀ ਹੈ ਉਹ ਐਨਡੀਪੀ ਸਰਕਾਰ ਦੇ ਦੌਰਾਨ ਬਣੀ। ਐਨਡੀਪੀ ਨੇ ਫੈਡਰਲ ਸਰਕਾਰ ਨੂੰ ਪੁਸ਼ ਕਰਕੇ ਉਹਨਾਂ ਨੂੰ ਕਿਹਾ ਕਿ ਤੁਸੀਂ ਇਹ ਪਾਈਪਲਾਈਨ ਖਰੀਦੋ ਤੇ ਪਾਈਪਲਾਈਨ ਜਿਹੜੀ ਆ ਕੋਸਟ ਤੱਕ ਬਣਾਓ। ਇਹ ਐਨਡੀਪੀ ਗਵਰਨਮੈਂਟ ਵੇਲੇ ਬਣਿਆ। ਪਿਛਲੇ 44 ਸਾਲ ਇਹਨਾਂ ਦੀ ਸਰਕਾਰ ਸੀ, ਕਿਹੜੀ ਪਾਈਪਲਾਈਨ ਬਣਾਈ? ਪਿਛਲੇ 4 ਸਾਲ ਤੋਂ ਇਹਨਾਂ ਦੀ ਸਰਕਾਰ ਹੈ, ਇਹਨਾਂ ਨੇ ਪਾਈਪਲਾਈਨ ਦੀ ਗੱਲ ਕੀਤੀ। ਪਾਈਪਲਾਈਨ ਇਹਨਾਂ ਨੇ ਕਿਹਾ ਕਿ ਅਸੀਂ ਯੂਐਸ ਨੂੰ ਬਣਾਵਾਂਗੇ, ਪਾਈਪਲਾਈਨ ਯੂਐਸ ਤੱਕ ਜਾਊਗੀ, ਔਰ ਉਹਦਾ 1.3 ਬਿਲੀਅਨ ਡਾਲਰ ਮਤਲਬ ਇਹਨਾਂ ਨੇ ਉਸ ਕੰਪਨੀ ਨੂੰ ਦਿੱਤਾ। ਤੇ ਪਹਿਲੇ ਦਿਨ ਆ ਕੇ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਉਹ ਪਾਈਪਲਾਈਨ ਕੈਂਸਲ ਕੀਤੀ ਤੇ ਅਲਬਰਟਾ ਦਾ ਜਿਹੜਾ 1.3 ਬਿਲੀਅਨ ਡਾਲਰ ਖਰਾਬ ਹੋਇਆ। ਇਹਨਾਂ ਨੂੰ ਵੇਟ ਕਰਨੀ ਚਾਹੀਦੀ ਸੀ ਕਿ ਬਾਈਡਨ ਪ੍ਰੈਜ਼ੀਡੈਂਟ ਬਣ ਰਹੇ ਆ ਕਿ ਟਰੰਪ ਪ੍ਰੈਜ਼ੀਡੈਂਟ ਬਣ ਰਹੇ ਆ, ਕਿਉਂਕਿ ਉਹ ਉਹਨਾਂ ਦਾ ਇਲੈਕਸ਼ਨ ਪ੍ਰੋਮਿਸ ਸੀ ਜੋ ਬਾਈਡਨ ਦਾ ਕਿ ਜੇ ਮੈਂ ਆਇਆ ਤਾਂ ਮੈਂ ਪਾਈਪਲਾਈਨ ਪਹਿਲੇ ਦਿਨ ਕੈਂਸਲ ਕਰਨੀ। ਤੇ ਇਹਨਾਂ ਨੂੰ ਵੇਟ ਕਰ ਲੈਂਦੇ ਤਾਂ 1.3 ਬਿਲੀਅਨ ਡਾਲਰ ਬਚ ਜਾਣਾ ਸੀ। ਚਲੋ ਪਾਈਪਲਾਈਨ ਤਾਂ ਜੋ ਬਣਦੀ ਨਾ ਬਣਦੀ ਬਾਅਦ ਦੀ ਗੱਲ ਹੈ, ਲੇਕਿਨ ਉਹ ਬਚ ਜਾਣਾ ਸੀ। ਇਹਨਾਂ ਨੇ ਉਹ ਪੈਸਾ ਵੀ ਖਰਾਬ ਕੀਤਾ, ਪਾਈਪਲਾਈਨ ਵੀ ਨਹੀਂ ਬਣਾਈ। ਅਸੀਂ ਗਵਰਨਮੈਂਟ ਸੀ, ਅਸੀਂ ਕਦੇ ਵੀ ਕੋਈ ਪੈਸਾ ਨਹੀਂ ਖਰਾਬ ਕੀਤਾ। ਉਲਟਾ ਅਸੀਂ ਉਹਨੂੰ ਫੈਡਰਲ ਗਵਰਨਮੈਂਟ ਨੂੰ ਪੁਸ਼ ਕੀਤਾ ਕਿ ਤੁਸੀਂ ਬਾਏ ਕਰੋ, ਤੁਹਾਡਾ ਸਟੇਕ ਹੈ, ਤੁਹਾਡਾ ਰਿਸੋਰਸ ਹੈ। ਜੇ ਤੁਸੀਂ ਪੈਸੇ ਖਰਚ ਕਰ ਰਹੇ ਹੋ 4.4 ਬਿਲੀਅਨ ਡਾਲਰ, ਤਾਂ ਉਹਦੇ ਨਾਲ ਜਿਹੜੀ ਰੈਵਨਿਊ ਆਊਗੀ ਉਹ ਵੀ ਤਾਂ ਸਰਕਾਰ ਦੀ ਹੈ, ਉਹ ਵੀ ਤਾਂ ਤੁਹਾਡੇ ਜੇਬ 'ਚ ਪੈਸੇ ਆ ਰਹੇ, ਤਾਂ ਉਹਦਾ ਰਿਟਰਨ ਵੀ ਹੈ। ਔਰ ਉਹਦੇ 'ਚ ਇੱਕ ਸ਼ਰਤ ਵੀ ਰੱਖੀ ਸੀ ਕਿ ਜਿੰਨਾ ਚਿਰ ਪਾਈਪਲਾਈਨ ਬਣਦੀ ਨਹੀਂ, ਜਿੰਨਾ ਚਿਰ ਮਤਲਬ ਤੇਲ ਲੰਘਦਾ ਨਹੀਂ ਉਹਦੇ ਵਿੱਚ ਦੀ, ਉਹਨਾਂ ਚਿਰ ਅਲਬਰਟਾ ਗਵਰਨਮੈਂਟ ਪੈਸੇ ਨਹੀਂ ਦੇ ਰਹੀ। ਸੋ ਬਹੁਤ ਸਾਰੀਆਂ ਕੰਡੀਸ਼ਨਸ ਦੇ ਨਾਲ ਕਿ ਲੋਕਾਂ ਦਾ ਪੈਸਾ ਵੀ ਖਰਾਬ ਨਾ ਹੋਵੇ ਤੇ ਪਾਈਪਲਾਈਨ ਵੀ ਬਣ ਜਾਵੇ। ਇਹ ਐਨਡੀਪੀ ਸਰਕਾਰ ਵੇਲੇ ਹੋਇਆ। ਇਹ ਦੱਸ ਦੇਣ ਇਹਨਾਂ ਨੇ ਪਿਛਲੇ ਟਾਈਮ ਦੇ ਵਿੱਚ ਕਿਹੜੀ ਪਾਈਪਲਾਈਨ ਬਣਾਈ। ਅਨਐਮਪਲੋਇਮੈਂਟ ਦਾ ਵੀ ਇਸ਼ੂ ਉਸ ਸਮੇਂ ਬਹੁਤ ਜ਼ਿਆਦਾ ਰਿਹਾ। ਤੁਸੀਂ ਮੰਨਦੇ ਹੋ ਵੀ ਕਿ ਉਸ ਚੀਜ਼ ਨੇ ਵੀ ਤੁਹਾਨੂੰ ਉਹਨਾਂ ਹਾਲਾਤ ਦੇ ਉੱਪਰ ਪਹੁੰਚਾ ਦਿੱਤਾ ਕਿ ਵੀ ਤੁਸੀਂ ਜਿੱਤਣ ਪ੍ਰਾਪਤ ਨਹੀਂ ਕਰ ਸਕਦੇ? ਜੀ ਬਿਲਕੁਲ। ਜਿਹੜਾ ਅਨਐਮਪਲੋਇਮੈਂਟ ਹੈ ਜੀ, ਉਹਦੇ ਵਿੱਚ ਇਹ ਹੋ ਗਿਆ ਕਿ ਜਿਹੜਾ ਆਇਲ ਪ੍ਰਾਈਸ ਹੈ ਇੰਟਰਨੈਸ਼ਨਲ ਲੈਵਲ ਤੇ ਉਹਦੀ ਕੀਮਤ ਥੱਲੇ ਆ ਗਈ। ਮਤਲਬ 18 ਡਾਲਰ 20 ਡਾਲਰ ਤੱਕ ਵੀ ਉਹਦੀ ਕੀਮਤ ਰਹੀ। ਔਰ ਜਦੋਂ ਇੰਨਾ ਥੱਲੇ ਆ ਗਿਆ, ਉਹ ਕਿਸੇ ਦੇ ਕੰਟਰੋਲ 'ਚ ਨਹੀਂ ਸੀ। ਉਹ ਐਨਡੀਪੀ ਕੰਟਰੋਲ ਨਹੀਂ ਸੀ ਕਰਦੀ ਉਹ ਪ੍ਰਾਈਸ। ਈਵਨ ਅੱਜ ਦਾ ਜਿਹੜਾ ਸਰਪਲਸ ਹੈ, ਜੇ ਅੱਜ 13 ਬਿਲੀਅਨ ਡਾਲਰ ਸਰਪਲਸ ਤੇ ਅਸੀਂ ਬੈਠੇ ਹਾਂ, ਉਹ ਯੂਸੀਪੀ ਦਾ ਕੋਈ ਉਹਦੇ ਵਿੱਚ ਯੋਗਦਾਨ ਨਹੀਂ। ਉਹ ਇੰਟਰਨੈਸ਼ਨਲ ਲੈਵਲ ਦੇ ਉੱਤੇ ਆਇਲ ਦੀ ਕੀਮਤ ਉੱਤੇ ਚਲੀ ਗਈ। ਇਸੇ ਕਰਕੇ ਅਸੀਂ ਹਮੇਸ਼ਾ ਇਹ ਕਹਿੰਦੇ ਹੁੰਦੇ ਹਾਂ ਕਿ ਜਿਹੜੀ ਅਲਬਰਟਾ ਉਹਨੂੰ ਡਾਈਵਰਸੀਫਾਈ ਹੋਣ ਦੀ ਲੋੜ ਹੈ। ਇਹਦੇ ਵਿੱਚ ਮੈਂ ਇਸੇ ਗੱਲ ਦੇ ਉੱਪਰ ਆਉਣ ਲੱਗਿਆ ਸੀ। ਤੁਸੀਂ ਇਸੇ ਕਰਕੇ ਇਹ ਮੰਨਿਆ ਜਾਂਦਾ ਹੈ ਕਿ ਤੁਸੀਂ ਆਇਲ ਦੀ ਗੱਲ ਘੱਟ ਕਰਦੇ ਹੋ, ਡਾਈਵਰਸੀਫਿਕੇਸ਼ਨ ਦੀ ਗੱਲ ਕਰਦੇ ਹੋ, ਜਦੋਂ ਕਿ ਇੱਥੋਂ ਦਾ ਵੈਦਰ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਜ਼ਮੀਨੀ ਪੱਧਰ ਤੇ ਹੋ ਨਹੀਂ ਸਕਦੀਆਂ, ਤੁਹਾਡੀ ਓਪੋਜੀਸ਼ਨ ਪਾਰਟੀ ਕਹਿੰਦੀ ਹੈ, ਤਾਂ ਕਰਕੇ ਉਹ ਕਹਿ ਲਓ ਜਾਂ ਵੀ ਸੋਲਿਊਸ਼ਨ ਨਹੀਂ ਹੈ ਜਾਂ ਕੁਝ ਵੀ ਹੈ। ਤੇ ਤੁਹਾਨੂੰ ਕੀ ਲੱਗਦਾ ਡਾਈਵਰਸੀਫਿਕੇਸ਼ਨ ਇੰਨਾ ਸੌਖਾ ਰਾਹ ਹੈ? ਮਤਲਬ ਆਇਲ ਦਾ ਬਦਲ ਤੁਸੀਂ ਇਸੇ ਕਰਕੇ ਕਹਿੰਦੇ ਵੀ ਆਇਲ ਦਾ ਤੁਸੀਂ ਬਦਲ ਤਾਂ ਦੱਸੋ ਵੀ ਕੀ ਹੈ ਤੁਹਾਡੇ ਕੋਲ? ਨਹੀਂ, ਅਸੀਂ ਕਦੇ ਵੀ ਇਹ ਦੇਖੋ, ਇਹ ਫਿਰ ਮੈਂ ਕਹਿੰਦਾ ਕਿ ਇਹ ਉਹਨਾਂ ਨੇ ਫੀਅਰ ਮੌਂਗਰਿੰਗ ਕਰਨੀ ਹੁੰਦੀ ਹੈ, ਲੋਕਾਂ ਨੂੰ ਡਰਾਉਣਾ ਹੁੰਦਾ ਕਿ ਇਹ ਜੀ ਤੇਲ ਦਾ ਬਦਲ ਇਹ ਹੈ। ਅਸੀਂ ਇਹ ਕਹਿੰਦੇ ਹਾਂ ਕਿ ਤੇਲ ਜੋ ਚੱਲ ਰਿਹਾ ਉਹ ਠੀਕ ਹੈ, ਚੱਲ ਰਿਹਾ, ਸਾਨੂੰ ਉਹਨੂੰ ਛੇੜਨ ਦੀ ਲੋੜ ਨਹੀਂ ਹੈ।
ਲੇਕਿਨ ਇਹ ਨਹੀਂ ਹੈ ਕਿ ਅਸੀਂ ਇੱਕੋ ਚੀਜ਼ ਦੇ ਉੱਤੇ ਡਿਪੈਂਡੈਂਟ ਹੋਈਏ ਕਿ ਕਦੇ ਅਸੀਂ ਬਹੁਤ ਹੀ ਅਮੀਰ ਹੋ ਜਾਂਦੇ ਹਾਂ ਤੇ ਕਦੇ ਅਸੀਂ ਜਮਾਂ ਹੀ ਕੰਗਾਲ ਹੋ ਜਾਂਦੇ ਹਾਂ। ਇਹ ਸਰਕਲ ਦੇ ਵਿੱਚੋਂ, ਬੂਮ ਬਸਟ ਸਾਈਕਲ ਦੇ ਵਿੱਚੋਂ ਸਾਨੂੰ ਬਾਹਰ ਨਿਕਲਣ ਲਈ ਸਾਨੂੰ ਹੋਰ ਸੈਕਟਰ ਵੀ ਬਰਾਬਰ ਚਲਾ ਲੈਣੇ ਚਾਹੀਦੇ। ਉਹਦੇ 'ਚ ਕੀ ਹਰਜ ਹੈ? ਸਾਨੂੰ ਹਾਈਡਰੋਜਨ ਦੇ ਵਿੱਚ ਇਨਵੈਸਟਮੈਂਟ ਕਰਨ 'ਚ ਕੋਈ ਪ੍ਰੋਬਲਮ ਨਹੀਂ। ਔਰ ਤੁਸੀਂ ਬਾਕੀ ਮੁਲਕਾਂ ਵੱਲ ਦੇਖੋ, UK ਇਨਵੈਸਟਮੈਂਟ ਕਰ ਰਿਹਾ $500 ਮਿਲੀਅਨ, ਆਸਟ੍ਰੇਲੀਆ ਇਨਵੈਸਟਮੈਂਟ ਕਰ ਲਿਆ, ਨੀਦਰਲੈਂਡ ਇਨਵੈਸਟਮੈਂਟ ਕਰ ਰਿਹਾ, ਜਰਮਨੀ ਇਨਵੈਸਟ ਕਰ ਰਿਹਾ। ਓਵਰਆਲ ਮਾਰਕੀਟ ਜਿਹੜੀ ਆ ਕੈਨੇਡਾ ਦੀ ਜੇ ਮੈਂ ਗੱਲ ਕਰਾਂ ਤਾਂ ਉਹ $100 ਬਿਲੀਅਨ ਦੇ ਪੋਟੈਂਸ਼ੀਅਲ ਹੈ ਬਲੂਮਬਰਗ ਦੀ ਵੈਬਸਾਈਟ ਦੇ ਹਿਸਾਬ ਦੇ ਨਾਲ। ਤੇ ਉਹਨਾਂ ਦੇ ਬਲੂਮਬਰਗ ਦੀ ਵੈਬਸਾਈਟ ਦੇ ਹਿਸਾਬ ਦੇ ਨਾਲ $100 ਬਿਲੀਅਨ ਦੀ ਪੋਟੈਂਸ਼ੀਅਲ, ਤੇ ਅਸੀਂ ਉਸ ਪੋਟੈਂਸ਼ੀਅਲ ਨੂੰ ਕਿਉਂ ਨਾ ਐਕਸਪਲੋਇਟ ਕਰੀਏ? ਅਸੀਂ ਉਹਨਾਂ ਓਪਰਚੁਨਿਟੀਜ਼ ਵੱਲ ਕਿਉਂ ਨਾ ਦੇਖੀਏ? ਅਗਲਾ ਗੱਲ ਜਿਹੜੀ ਹੈ, ਜਿਸ ਤਰ੍ਹਾਂ ਤੁਸੀਂ ਕਿਹਾ ਕਿ UCPA ਕਹਿੰਦੀ ਹੈ ਕਿ ਇਹ ਜ਼ਮੀਨੀ ਪੱਧਰ ਤੇ ਪੋਸੀਬਲ ਨਹੀਂ। ਅਲਬਰਟਾ ਦੇ ਵਿੱਚ 71,000 ਦੇ ਕਰੀਬ ਜਿਹੜੇ ਆਇਲ ਵੈਲਜ਼ ਆ ਉਹ ਖਾਲੀ ਪਏ ਆ, ਜਿਹੜੇ ਕਿਸੇ ਕੰਮ ਨਹੀਂ ਹੈ, ਜਿਹੜੇ ਅੱਜ ਦੀ ਤਰੀਕ ਦੇ ਵਿੱਚ ਸਾਡੀ ਲਾਇਬਿਲਿਟੀ ਹੈ। ਅਸੀਂ ਉਹਨਾਂ ਨੂੰ ਜੀਓਥਰਮਲ ਐਨਰਜੀ ਦੇ ਵਿੱਚ, ਜੇ ਅਸੀਂ ਲੋਕਲ ਜਿਹੜੀਆਂ ਮਿਊਨਿਸਪੈਲਿਟੀਆਂ ਉਹਨਾਂ ਦੇ ਨਾਲ ਮਿਲ ਕੇ ਛੋਟੇ ਪ੍ਰੋਜੈਕਟ ਲਾਈਏ ਕਿ ਜਿਹੜੀ ਧਰਤੀ ਦੀ ਤਪਸ਼ ਹੈ ਜਿਹੜੀ ਉਹਨੂੰ ਬਾਹਰ ਕੱਢ ਕੇ ਇਲੈਕਟ੍ਰਿਸਿਟੀ, ਬਿਜਲੀ ਪੈਦਾ ਕਰੀਏ। ਪਰ ਉਹ ਤਾਂ UCP ਕਹਿੰਦੀ ਹੈ ਉਹਨਾਂ ਨੂੰ ਤਾਂ ਅਸੀਂ ਮਤਲਬ ਉਹਦੇ ਉੱਪਰ ਤਾਂ ਹੋਰ ਪੈਸਾ ਖਰਚ ਕਰਨਾ ਪੈਣਾ ਉਹਨਾਂ ਨੂੰ ਹਟਾਉਣ ਦੇ ਲਈ। ਤੇ ਉਹਨਾਂ ਨੂੰ ਫਿਲਹਾਲ ਵੀ ਅੱਜ ਵੀ ਉਹ ਲਾਇਬਿਲਿਟੀ ਹੈ ਸਾਡੀ। ਇੱਕ ਵੈਲ ਦਾ ਜਿਹੜਾ ਕੀਮਤ ਹੈ ਉਹ $2 ਲੱਖ ਦੇ ਕਰੀਬ ਸਾਡੇ, ਅਸੀਂ ਉਹਨੂੰ ਜੇ ਠੀਕ ਕਰਾਂਗੇ ਤਾਂ $2 ਲੱਖ ਉਹਨੂੰ ਭਰਨ 'ਚ ਵੀ ਆ ਜਾਣਾ। ਤਾਂ ਕਿਉਂ ਨਾ ਉਹਨੂੰ ਯੂਟਿਲਾਈਜ਼ ਕੀਤਾ ਜਾਵੇ? ਉਹਨੂੰ ਖਾਲੀ ਖੂਹ ਤਾਂ ਨਹੀਂ ਨਾ ਅਸੀਂ ਛੱਡ ਸਕਦੇ। ਤੇ ਉਹਨੂੰ ਸਾਡੇ ਕੋਲ ਖੂਹ ਤਾਂ ਪੱਟਿਆ ਵੀ, ਉਹਨੂੰ ਯੂਟਿਲਾਈਜ਼ ਕਿਉਂ ਨਹੀਂ ਕਰਦੇ? ਤੇ UCP ਇੱਕ ਸੈਸ਼ਨ ਆ ਰਿਹਾ ਤਾਂ ਉਹਦੇ ਵਿੱਚ ਇਹ ਵੀ ਜਿਹੜਾ ਵੱਧ ਅਧਿਕਾਰਾਂ ਦਾ ਸੋਵਰਨਟੀ ਐਕਟ ਦੀ ਗੱਲ ਹੈ, ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਵੀ ਉਹ ਕੋਈ ਫਾਇਦਾ ਰਹਿਣਾ ਉਹਦਾ ਸੂਬੇ ਨੂੰ? ਜਾਂ ਦੇਖੋ, ਸੋਵਰਨਟੀ ਐਕਟ ਬਾਰੇ ਤੁਹਾਨੂੰ ਮੇਰੇ ਤੋਂ ਸ਼ਾਇਦ ਸਵਾਲ ਪੁੱਛਣ ਦੀ ਲੋੜ ਹੀ ਨਹੀਂ। ਤੁਸੀਂ UCP ਦੇ ਜਿਹੜੇ ਬਾਕੀ ਜਿਹੜੇ ਲੀਡਰਸ਼ਿਪ ਦੇ ਰੇਸ ਦੇ ਵਿੱਚ ਸੀਗੇ, ਉਹਨਾਂ ਨੇ ਸਾਰਿਆਂ ਨੇ ਆਪ ਪ੍ਰੈਸ ਕਾਨਫਰੰਸ ਕਰਕੇ ਆਖਿਆ ਸੀ ਕਿ ਜਿਹੜਾ ਇਹ ਅਨਕਨਸਟੀਟਿਊਸ਼ਨਲ ਹੈ, ਇਹ ਐਂਟੀ ਅਲਬਰਟਾ ਹੈ, ਇਹ ਕੇਓਸ ਕ੍ਰੀਏਟ ਕਰੂਗਾ, ਬਿਜ਼ਨਸ ਇਨਵੈਸਟਮੈਂਟ ਪਾਸੇ ਜਾਊਗੀ। ਇਹ ਤਾਂ ਉਹ ਆਪ ਹੀ ਕਹਿ ਰਿਹਾ ਹੈ, ਇਹਦਾ ਮਤਲਬ ਸਾਨੂੰ ਕਹਿਣ ਦੀ ਲੋੜ ਹੀ ਨਹੀਂ। ਸੋ ਇਹ ਤਾਂ ਉਹਨਾਂ ਦੇ ਆਪਣੇ MLAs, ਆਪਣੇ ਕੈਬਨਿਟ ਮਿਨਿਸਟਰਸ ਦੀ ਜ਼ੁਬਾਨੀ ਹੈ ਜੋ ਮੈਂ ਤੁਹਾਨੂੰ ਦੱਸ ਰਿਹਾ। ਉਹਨਾਂ ਨੇ ਪ੍ਰੈਸ ਕਾਨਫਰੰਸਾਂ ਕੀਤੀਆਂ, ਉਹਨਾਂ ਨੇ ਆਪਣੀਆਂ ਮੀਡੀਆ ਇੰਟਰੈਕਸ਼ਨਸ ਦੇ ਵਿੱਚ ਇਹ ਗੱਲ ਆਖੀ, ਸੋਸ਼ਲ ਮੀਡੀਆ ਤੇ ਇਹ ਗੱਲ ਆਖੀ, ਇਹ ਉਹਨਾਂ ਦੇ ਆਨਲਾਈਨ ਬਿਆਨ ਪਏ। ਸੋ ਇੱਕ ਜਿਹੜੇ ਆਪਣੀ ਕਮਿਊਨਿਟੀ ਦੇ ਨਾਲ ਜੁੜਿਆ ਹੋਇਆ ਮੁੱਦਾ ਆ, ਉਹ ਚਾਹੇ ਡਰੱਗਸ ਦਾ ਵੀ ਹੈਗਾ, ਕਿਤੇ ਨਾ ਕਿਤੇ ਜੁੜਿਆ ਹੋਇਆ। ਤੇ ਉਹਨੂੰ ਮੈਂ ਕੋਈ ਬਹੁਤ ਹੀ ਇਸ ਗੱਲ ਦੇ ਨਹੀਂ ਸਮਝਦਾ, ਕਿਉਂਕਿ ਉਹ ਕੋਈ ਆਪਣੇ ਇੱਕ ਕਿਸੇ ਕਮਿਊਨਿਟੀ ਦਾ ਨਹੀਂ ਹੈ ਮਸਲਾ, ਓਵਰਆਲ ਮਸਲਾ ਆ। ਸੋ ਜਿਹੜਾ ਗੋਲੀਬਾਰੀ ਦੀਆਂ ਘਟਨਾਵਾਂ ਵੀ ਕਈ ਵਾਰੀ ਹੁੰਦੀਆਂ ਆ, ਤੇ ਉਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਵੀ ਇਹ ਕੀ ਆਪਣੀ ਕਮਿਊਨਿਟੀ ਦੇ ਕਈ ਬੰਦੇ ਤਾਂ ਚਲੋ ਇਹ ਵੀ ਕਹਿ ਦਿੰਦੇ ਆ ਵੀ ਇਹਦੇ ਲਈ ਤਾਂ ਜੀ ਸਖਤ ਹੋਣਾ ਚਾਹੀਦਾ ਆ, ਕਾਨੂੰਨ ਸਖਤ ਹੋਣੇ ਚਾਹੀਦੇ ਆ, ਐਕਸ਼ਨ ਸਖਤ ਹੋਣੇ ਚਾਹੀਦੇ ਆ, ਤੇ ਬੰਦਾ ਫੜਾ ਕੇ ਆਉਂਦੇ ਆ ਤੇ ਉਹ ਛੱਡ ਦਿੰਦੇ ਆ, ਠੀਕ ਹੈ ਜੀ। ਤੇ ਇਹਨੂੰ ਓਵਰਆਲ ਆਪਾਂ ਕ੍ਰਾਈਮ 'ਚ ਕਰ ਲਈਏ ਜਾਂ ਡਰੱਗ ਦੀ ਗੱਲ ਕਰ ਲਈਏ, ਇਹਦੇ ਬਾਰੇ ਕੀ ਸੋਚਦੇ ਹੋ ਤੁਸੀਂ? ਦੇਖੋ, ਇਹਦੇ ਬਾਰੇ ਜੀ ਕਾਫੀ ਮਤਲਬ ਪਰਸਪੈਕਟਿਵ ਤੋਂ ਗੱਲ ਕਰਨ ਦੀ ਲੋੜ ਹੈ। ਇਹਦੇ ਵਿੱਚ ਪੇਰੈਂਟਸ ਨੂੰ ਇਨਵੋਲਵ ਕਰਨ ਦੀ ਲੋੜ ਹੈ, ਜਨਰਲ ਕਮਿਊਨਿਟੀ, ਕਿਉਂਕਿ ਸਕੂਲਾਂ ਦੇ ਵਿੱਚ ਵੀ ਇਹ ਬਿਗ ਟਾਈਮ ਇਸ਼ੂ ਹੈ। ਆਪਣੇ ਜਿਹੜੇ ਏਰੀਏ ਦੇ ਵਿੱਚ, ਮੈਂ ਤਾਂ ਜਿਹੜੇ ਤੁਹਾਡੇ ਏਰੀਏ ਜਾਂ ਪੁਰਾਣੇ ਇਸ ਤੋਂ ਪਹਿਲਾਂ ਸਕੂਲ ਨੇ, ਉੱਥੇ ਡਰੱਗਸ ਦਾ ਵੀ ਇਸ਼ੂ ਹੈਗਾ, ਬਿਗ ਟਾਈਮ ਇਸ਼ੂ ਹੈ। ਤੇ ਇੱਥੋਂ ਤੱਕ ਕਿ ਆਪਣੇ ਲੋਕ ਤਾਂ ਆਪਣੇ ਬੱਚਿਆਂ ਨੂੰ ਇਹ ਯਾਰ ਵੀ ਬੱਚਿਆਂ ਨੇ ਹੁਣ ਅੱਗੇ ਸਕੂਲ 10th ਗ੍ਰੇਡ ਜਾਂ 12th ਗ੍ਰੇਡ 'ਚ ਆ ਰਹੇ ਆ ਵੀ ਅਸੀਂ ਇਹ ਕਮਿਊਨਿਟੀ ਛੱਡ ਦਈਏ, ਅਸੀਂ ਦੂਜੇ ਪਾਸੇ ਚੱਲ ਜੀ ਕਿਸੇ ਪਾਸੇ। ਬਿਲਕੁਲ, ਇਹ ਤੁਹਾਡੀ ਗੱਲ 100% ਜਿਹੜੀ ਆ ਉਹ ਠੀਕ ਹੈ। ਔਰ ਇਹਦਾ ਸੋਲੂਸ਼ਨ ਇਹ ਹੈ ਜੀ ਕਿ ਇਹਦਾ ਸੋਲੂਸ਼ਨ ਗਵਰਨਮੈਂਟ ਨੂੰ ਰਿਸੋਰਸ ਦੇਣੇ ਪੈਣਗੇ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਚਾਹੇ ਉਹ ਪ੍ਰੋਵਿੰਸ਼ੀਅਲ ਹੋਵੇ, ਫੈਡਰਲ ਹੋਵੇ, ਸਿਟੀ ਹੋਵੇ, ਇਹ ਤਿੰਨੇ ਲੈਵਲ ਆਫ ਗਵਰਨਮੈਂਟ ਨੂੰ ਰਲ ਕੇ ਕੰਮ ਕਰਨ ਦੀ ਲੋੜ ਹੈ, ਤਾਂ ਕਿ ਸਕੂਲ ਹੈ ਜਿਹੜੇ ਉਹ ਸੇਫ ਪਲੇਸ ਹੋਵੇ ਬੱਚੇ ਦੇ ਪੜ੍ਹਨ ਲਿਖਣ ਲਈ, ਉਹਨੂੰ ਜਿਹੜੀ ਐਜੂਕੇਸ਼ਨ ਲੈਣ ਲਈ, ਨਾ ਕਿ ਡਰੱਗਸ ਤੇ ਗੈਂਗਸ ਤੇ ਕ੍ਰਾਈਮ ਦੇ ਵਿੱਚ ਜਾਣ ਲਈ। ਜਿਹੜੀ ਅਗਲੀ ਗੱਲ ਉਹ ਹੈ ਕਿ ਸਾਡੀਆਂ ਬਹੁਤ ਸਾਰੀਆਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ। ਜੇ ਨਾਰਥ ਈਸਟ ਕਮਿਊਨਿਟੀਜ਼ ਦੀ ਮੈਂ ਗੱਲ ਕਰਾਂ, ਉਹਨਾਂ ਨੂੰ ਇਨਵੋਲਵ ਕਰਨ ਦੀ ਲੋੜ ਹੈ, ਪੁਲਿਸ ਨੂੰ ਇਨਵੋਲਵ ਕਰਨ ਦੀ ਲੋੜ ਹੈ, ਔਰ ਪੁਲਿਸ ਦੇ ਵਿਦਨ ਵੀ ਕੰਮ ਕਰਨ ਦੀ ਲੋੜ ਹੈ। ਕਈ ਵਾਰੀ ਪੁਲਿਸ ਨੂੰ ਅਸੀਂ ਇਸ ਤਰੀਕੇ ਨਾਲ ਸੋਚ ਜਾਂਦੇ ਹਾਂ ਕਿ ਯਾਰ ਪੁਲਿਸ ਵਾਲੇ ਫੜ ਕੇ ਲੈ ਜਾਣਗੇ। ਪੁਲਿਸ ਹੈ ਜਿਹੜੀ ਉਹ ਸਾਡਾ ਇੱਕ ਰੀਸੋਰਸ ਹੈ, ਉਹ ਸਾਨੂੰ ਇੱਕ ਜ਼ਰੂਰੀ ਨਹੀਂ ਕਿ ਉਹਦਾ ਕੰਮ ਸਿਰਫ ਬੰਦੇ ਫੜ ਕੇ ਜੇਲ੍ਹ 'ਚ ਸਿੱਟਣਾ ਨਹੀਂ ਹੋਣਾ ਚਾਹੀਦਾ, ਜਾਂ ਉਹਦਾ ਕੰਮ ਹੈ ਜਿਹੜਾ ਉਹ ਲੋਕਾਂ ਨੂੰ ਸਿੱਧੇ ਰਸਤੇ ਤੇ ਲੈ ਕੇ ਆਉਣਾ ਵੀ ਹੋਣਾ ਚਾਹੀਦਾ। ਇੱਕ ਲੋਕਾਂ ਨੂੰ ਚਾਹੇ ਉਹ ਰਿਹੈਬਿਲੀਟੇਸ਼ਨ ਦੇ ਥਰੂ ਲੈ ਕੇ ਆਉਣ, ਔਰ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਜਿਹੜੀਆਂ ਉਹ ਕੰਮ ਵੀ ਕਰ ਰਹੀਆਂ ਇਸ ਦੇ ਉੱਤੇ, ਉਹਨਾਂ ਨੂੰ ਵੀ ਰੈਕਗਨਾਈਜ਼ ਕਰਨ ਦੀ ਲੋੜ ਹੈ। ਜਿਵੇਂ ਸਾਡੇ ਕਲੱਬਸ ਹੈ, ਹਾਕੀ ਦੇ ਕਲੱਬ ਹੈ, ਫੁੱਟਬਾਲ ਦੇ ਕਲੱਬ ਹੈ, ਕ੍ਰਿਕਟ ਦੇ ਕਲੱਬ ਹੈ, ਉਹ ਲੋਕਾਂ ਬੱਚਿਆਂ ਨੂੰ ਖੇਡਾਂ ਵੱਲ ਲੈ ਕੇ ਆ ਰਹੇ ਆ। ਰਿਲੀਜੀਅਸ ਆਰਗੇਨਾਈਜੇਸ਼ਨਸ ਇਹਦੇ ਉੱਤੇ ਕੰਮ ਕਰ ਰਹੀਆਂ, ਉਹ ਆਪਣਾ ਯੋਗਦਾਨ ਦੇ ਰਹੇ ਆ। ਸੋ ਸਾਰੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਹੈ, ਲੈਵਲ ਆਫ ਗਵਰਨਮੈਂਟ ਹੈ, ਤੇ ਕਮਿਊਨਿਟੀ ਐਟ ਲਾਰਜ ਜਿਹੜੀ ਇੰਪੋਰਟੈਂਟ ਚੀਜ਼ ਹੈ, ਮਾਂ-ਬਾਪ ਹੈ ਜਿਹੜੇ, ਉਹ ਇਨਵੋਲਵ ਹੋਣ। ਅਸੀਂ ਇਹ ਕੋਸ਼ਿਸ਼ ਕੀਤੀ ਵੀ ਹੈ, ਪਿੱਛੇ ਟਾਊਨ ਹਾਲ ਕੀਤਾ ਸੀਗਾ
ਜੈਨੇਸਿਸ ਸੈਂਟਰ ਦੇ ਵਿੱਚ। ਉਹਦੇ ਵਿੱਚ ਪੁਲਿਸ ਨੂੰ ਅਸੀਂ ਇਨਵਾਈਟ ਕੀਤਾ ਸੀ, ਪੇਰੈਂਟਸ ਨੂੰ, ਕਿ ਤੁਸੀਂ ਦੱਸੋ ਕਿ ਕਿਸ ਤਰੀਕੇ ਦੇ ਬੱਚੇ ਦਾ ਬਿਹੇਵੀਅਰ ਹੋ ਜਾਂਦਾ ਹੈ ਜਦੋਂ ਕੋਈ ਡਰੱਗ ਦੇ ਵਿੱਚ ਪਵੇ, ਤੁਸੀਂ ਕਿਵੇਂ ਆਇਡੈਂਟੀਫਾਈ ਕਰ ਸਕਦੇ ਹੋ, ਕਿਹੜੇ ਰਿਸੋਰਸ ਆ ਜਿਨ੍ਹਾਂ ਤੱਕ ਤੁਸੀਂ ਰੀਚ ਆਊਟ ਕਰ ਸਕਦੇ ਹੋ। ਸੋ ਇਹਦੇ ਤੇ ਸਟੈਪ ਬਾਏ ਸਟੈਪ ਕੰਮ ਕਰਨ ਦੀ ਲੋੜ ਹੈ। ਇੱਕ ਬਹੁਤ ਸਾਰੇ ਜਿਹੜੇ ਤੁਹਾਡੀ ਸਰਕਾਰ ਦੇ ਸਮੇਂ ਕੁਝ ਕੈਪ ਲੱਗੇ ਹੋਏ ਸੀਗੇ, ਤੁਸੀਂ ਉਹ ਸੋਚਿਆ ਵੀ ਇਹ ਚੀਜ਼ ਨੂੰ ਰੋਕਣਾ ਚਾਹੀਦਾ, ਚਾਹੇ ਉਹ ਇੰਸ਼ੋਰੈਂਸ ਦੀ ਗੱਲ ਸੀਗੀ, ਜਿਸ ਤਰ੍ਹਾਂ ਹੁਣ ਇਹ ਹੈ ਵੀ ਕਿ ਤੁਸੀਂ ਲਾਇਸੈਂਸ ਲੈਣਾ, ਮੰਨ ਲਓ ਟਰੱਕਿੰਗ ਦਾ, ਜੇ ਟਰੱਕਿੰਗ ਦੀ ਆਪਾਂ ਗੱਲ ਨਾ ਕਰੀਏ ਤਾਂ ਉਹ ਵੀ ਮਤਲਬ ਨਾਇਨਸਾਫੀ ਵਾਲੀ ਗੱਲ ਹੈ, ਕਿਉਂਕਿ ਆਪਣੀ ਬਹੁਤ ਵੱਡੀ ਗਿਣਤੀ ਜਿਹੜੀ ਉਹਦੇ ਵਿੱਚ ਹੈ। ਸੋ ਕਹਿਣ ਦਾ ਮਤਲਬ ਵੀ ਉਹ ਜੇ ਹੁਣ ਤੁਸੀਂ ਇੱਕ ਪਾਸੇ ਤੇ ਬਹੁਤ ਵੱਡੀ ਸ਼ਾਰਟੇਜ ਚੱਲ ਰਹੀ ਹੈ, ਇੱਕ ਪਾਸੇ ਤੁਸੀਂ ਤੁਹਾਡਾ ਲਾਇਸੈਂਸ ਜਿਹੜਾ $8-10,000 ਤੇ ਜਾ ਕੇ ਤੁਹਾਡਾ ਬਣਦਾ ਆ, ਤੇ ਉਸ ਤੋਂ ਬਾਅਦ ਤੁਸੀਂ ਇੰਸ਼ੋਰੈਂਸ ਲੈਂਦੇ ਹੋ, ਨਵੇਂ ਬੰਦੇ ਹੁੰਦੇ, ਬਹੁਤ ਮਹਿੰਗੀ ਇੰਸ਼ੋਰੈਂਸ ਨੇ। ਇੰਸ਼ੋਰੈਂਸ ਚਾਹੇ ਉਹ ਘਰਾਂ ਦੀ ਆ, ਹਾਂਜੀ ਠੀਕ ਹੈ ਜੀ, ਉਹ ਵੀ ਆਪਾਂ ਦੇਖਿਆ ਕਿ ਪਿੱਛੇ ਜਿਹੜਾ ਕੰਮ ਹੋਇਆ ਸਪੈਸ਼ਲੀ ਨਾਰਥ ਈਸਟ ਦਾ ਤਾਂ ਬੜਾ ਨੁਕਸਾਨ ਹੋਇਆ ਸੀ। ਤੇ ਉਹ ਚੀਜ਼ ਨੂੰ ਤੁਸੀਂ ਕੀ ਦੇਖਦੇ ਹੋ ਕਿ ਜਿਹੜੇ ਇਹਨਾਂ ਨੇ ਕੈਪ ਹਟਾਏ ਆ, ਤੇ ਹੋ ਸਕਦਾ ਇਹ ਵੀ ਦੁਬਾਰਾ ਉਸ ਗੱਲ ਦੇ ਉੱਪਰ ਹੁਣ ਆਉਣੇ ਸ਼ੁਰੂ ਹੋ ਗਏ ਆ ਕਿ ਹਾਂ ਇਹਨਾਂ ਨੂੰ ਅਸੀਂ ਕਰਨਾ ਚਾਹੀਦਾ, ਤੁਸੀਂ ਕੀ ਦੇਖਦੇ ਹੋ ਕਿ ਉਹ ਚੀਜ਼ਾਂ ਨੂੰ ਦੁਬਾਰਾ ਤੁਸੀਂ ਸੈਟਅਪ ਕਰੋਗੇ? ਹਾਂਜੀ ਬਿਲਕੁਲ, ਉਹ ਆਲਰੇਡੀ ਅਸੀਂ ਕਮਿਟ ਕਰ ਚੁੱਕੇ ਹਾਂ, ਔਰ ਉਹ ਫਸਟ ਸਟੈਪ ਸੀਗਾ ਕਿ ਕੈਪ ਲਾਓ, ਕਿ ਇੱਕ ਤਰੀਕੇ ਦੇ ਨਾਲ ਅਗਲੀ ਪਾਲਿਸੀ ਬਣਾਓ ਉਸ ਤੋਂ ਪਹਿਲਾਂ ਕਿ ਲੋਕਾਂ ਨੂੰ ਰਾਹਤ ਦਿਓ। ਉਹ ਅਸੀਂ ਇਲੈਕਟ੍ਰਿਸਿਟੀ ਤੇ ਵੀ ਕੈਪ ਲਾਇਆ ਸੀ, ਇੰਸ਼ੋਰੈਂਸ ਤੇ ਵੀ ਕੈਪ ਲਾਇਆ ਸੀ, ਔਰ ਖਾਸ ਕਰ ਆਟੋ ਇੰਸ਼ੋਰੈਂਸ ਜਿਹੜੀ ਬਹੁਤ ਮਹਿੰਗੀ ਹੈ ਅਲਬਰਟਾ ਦੇ ਵਿੱਚ। ਔਰ ਇਸ ਸਰਕਾਰ ਨੇ ਆਉਂਦੇ ਸਾਰ, ਮੈਂ ਤੁਹਾਡੀ ਜਿਸ ਤਰ੍ਹਾਂ ਤੁਸੀਂ ਪਹਿਲਾਂ ਆਪਾਂ ਗੱਲਬਾਤ ਕਰ ਰਹੇ ਸੀ, ਤੁਸੀਂ ਕਿਹਾ ਕਿ UCP ਜਾਂ ਕੰਜ਼ਰਵੇਟਿਵ ਪਾਰਟੀ ਜਿਹੜੀ ਹੈ ਉਹ ਕਾਰਪੋਰੇਟਾਂ ਦੀ ਪਾਰਟੀ ਹੈ, ਉਹ ਇੱਥੋਂ ਵੀ ਸਿੱਧ ਹੁੰਦਾ ਕਿ ਇਹਨਾਂ ਨੇ ਵੱਡੀਆਂ ਇੰਸ਼ੋਰੈਂਸ ਕੰਪਨੀਆਂ ਨੂੰ ਕੈਪ ਹਟਾ ਕੇ ਅਲਾਉ ਕੀਤਾ ਕਿ ਤੁਸੀਂ ਜਿੰਨੀ ਮਰਜ਼ੀ ਇੰਸ਼ੋਰੈਂਸ। ਮੇਰੇ ਕਹਿਣ ਦਾ ਮਤਲਬ ਇਹ ਸੀ ਨਹੀਂ ਜਿਸ ਤਰ੍ਹਾਂ ਗੱਲ ਹਮੇਸ਼ਾ ਆਮ ਹੀ ਕਿਉਂਕਿ ਲੋਕਾਂ ਦੇ ਵਿੱਚੋਂ ਜਿਹੜੀਆਂ ਗੱਲਾਂ ਨਿਕਲ ਕੇ ਆਉਂਦੀਆਂ ਨਹੀਂ, ਇਹ ਆਪ ਹੀ ਮੰਨਦੇ ਆ, ਇਹ ਮੈਂ ਤੁਹਾਨੂੰ ਦੱਸਿਆ ਸੀ ਕਿ ਉਹ ਆਪ ਹੀ ਕਹਿੰਦੇ ਇਹਦੇ ਵਿੱਚ ਕੋਈ ਉਹ ਲੁਕੋ ਨਹੀਂ ਹੈ, ਉਹ ਆਪ ਖੁਦ ਕਹਿੰਦੇ ਆ ਕਿ ਕਾਰਪੋਰੇਸ਼ਨ ਜਿਹੜੀਆਂ ਉਹ ਉਹਨਾਂ ਦੇ ਦੋਸਤ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਅਗਲੀ ਗੱਲ ਜਿਹੜੀ ਹੈ ਉਹ ਇਲੈਕਟ੍ਰਿਸਿਟੀ ਦਾ ਕੈਪ, ਇੰਸ਼ੋਰੈਂਸ ਦਾ ਕੈਪ ਇਹ ਲਾਏ, ਇਹਦੇ ਨਾਲ ਲੋਕਾਂ ਨੂੰ ਰਾਹਤ ਮਿਲੀ, ਜਿਹੜੀ ਮਹਿੰਗਾਈ ਹੈ ਉਹਦੇ ਨਾਲ ਥੋੜਾ ਉਹਨਾਂ ਨੂੰ ਉਹਨਾਂ ਦੀ ਜੇਬ ਦੇ ਵਿੱਚ 4 ਪੈਸੇ ਬਚਣ ਲੱਗੇ। ਇਨ ਦਾ ਮੀਨ ਟਾਈਮ ਇਹ ਸਰਕਾਰ ਨੇ ਆਉਂਦੇ ਸਾਰ ਦੋਨਾਂ ਚੀਜ਼ਾਂ ਦੇ ਉੱਤੋਂ ਪ੍ਰਾਈਸ ਹਟਾਏ। ਜਿਹੜੀ ਇੰਸ਼ੋਰੈਂਸ $200 ਸੀ ਉਹ ਅੱਜ $500 ਦੇ ਕਰੀਬ ਹੈ, ਜਿਹੜੇ ਬਿਜਲੀ ਦਾ ਬਿੱਲ $300 ਸੀ ਉਹ ਅੱਜ $700 ਆ ਰਿਹਾ। ਇਹਨਾਂ ਨੇ ਆ ਕੇ ਕੀ ਕੀਤਾ ਕਿ ਅਸੀਂ ਤੁਹਾਨੂੰ $50 ਦਾ ਕ੍ਰੈਡਿਟ ਦੇ ਦਿੰਦੇ ਹਾਂ, ਵਧਾਈ 400 300 $50 ਵਿੱਚੋਂ ਘਟਾਤੇ, ਤੇ ਉਹ ਆਮ ਲੋਕਾਂ ਨੂੰ ਉਹਦਾ ਕੋਈ ਫਾਇਦਾ ਨਹੀਂ ਹੋਇਆ। ਔਰ ਫਿਰ ਕਮਿੰਗ ਬੈਕ ਟੂ ਉਹੀ ਗੱਲ ਕਿ ਸਰਪਲਸ $13 ਬਿਲੀਅਨ ਹੈ, ਤੇ ਇਹ ਜੇ ਸਰਪਲਸ ਤੋਂ ਕੀ ਕਰਾਉਣਾ। ਅੱਜ ਡੇਨੀਅਲ ਸਮਿਥ ਹੋਈ ਕੋਈ ਅਨਾਊਂਸਮੈਂਟਸ ਕਰਨ ਦੀ ਉਹਨਾਂ ਦੀ ਖਬਰ ਹੈ ਕਿ ਅੱਜ ਸ਼ਾਮ ਨੂੰ ਉਹਨਾਂ ਨੇ ਅਨਾਊਂਸਮੈਂਟਸ ਕਰਨੀਆਂ, ਔਰ ਉਹਦੇ ਵਿੱਚ ਇਹ ਕਿਹਾ, ਔਰ ਅਜੇ ਕੋਈ ਅਫੀਸ਼ੀਅਲ ਨਹੀਂ ਹੈ, ਮੈਂ ਇਹਦੇ 'ਤੇ ਕੋਈ ਕਮੈਂਟ ਵੀ ਨਹੀਂ ਕਰਨਾ ਚਾਹੁੰਦਾ, ਲੇਕਿਨ ਇਹ ਗੱਲ ਇਹ ਚੱਲ ਰਹੀ ਹੈ ਜਿਹੜੇ ਪੋਲੀਟੀਕਲ ਸਰਕਲਸ ਦੇ ਵਿੱਚ ਕਿ ਉਹ ਸ਼ਾਇਦ ਕੈਸ਼ ਪੈਸੇ ਦੇ ਦੇਣ ਜਾਂ ਕੋਈ ਇਸ ਤਰੀਕੇ ਦੀ ਗੱਲ ਚੱਲਦੀ ਹੈ, ਪਰ ਲੇਕਿਨ ਉਹ ਕੋਈ ਸੋਲੂਸ਼ਨ ਨਹੀਂ ਹੈ। ਬਿਲਕੁਲ, ਉਹ ਤਾਂ ਚਲੋ ਠੀਕ ਹੈ, ਤੁਹਾਡੀ ਗੱਲ ਠੀਕ ਹੈ, ਤੇ ਵੈਸੇ ਮੈਂ ਨਿੱਜੀ ਪਰਸਨਲ ਤੌਰ ਤੇ ਮੈਂ ਵੀ ਉਸ ਗੱਲ ਦੇ ਸਹਿਮਤ ਨਹੀਂ ਹਾਂ ਜਿੱਥੇ ਤੁਹਾਨੂੰ 20 ਘੰਟੇ ਤੁਹਾਡੇ ਹਸਪੀਟਲਾਂ ਵਿੱਚ ਟਾਈਮ ਲੱਗ ਰਿਹਾ ਹੋਵੇ, ਠੀਕ ਹੈ ਜੀ, ਇੱਕ ਪਾਸੇ ਤੁਸੀਂ ਲੋਕਾਂ ਦੀਆਂ ਜੇਬਾਂ ਹਰ ਪੱਧਰ ਦੇ ਉੱਪਰ ਕੱਟ ਰਹੇ ਹੋਵੋ, ਠੀਕ ਹੈ ਜੀ, ਤੇ ਉਸ ਤੋਂ ਬਾਅਦ ਤੁਸੀਂ ਕਹੋਗੇ ਆ ਚੱਕੋ ਜੀ ਤੁਹਾਨੂੰ $200 $500। ਸੋ ਇਹ ਪਾਲਿਸੀ ਨਹੀਂ ਹੈ, ਇਹ ਬੇਸਿਕਲੀ ਮਤਲਬ ਤੁਸੀਂ 13 ਬਿਲੀਅਨ ਪਿਆ। ਮੈਨੂੰ ਲੱਗਦਾ ਵੀ ਆਮ ਜਿਸ ਤਰ੍ਹਾਂ ਇੱਕ ਕਾਮਨ ਅਸੀਂ ਸਧਾਰਨ ਬੰਦੇ ਆ, ਸਧਾਰਨ ਬੰਦਾ ਵੀ ਬਿਲਕੁਲ ਲੱਗਦਾ ਇਹ ਚੀਜ਼ ਨੂੰ ਕੋਈ ਐਕਸੈਪਟ ਨਹੀਂ ਕਰੂਗਾ। ਔਰ ਪਿਛਲੇ 3 ਸਾਲ ਤੋਂ ਵੀ ਤੁਸੀਂ 400 ਦੇ ਕੇ 800 ਕੱਢਣ ਦੀਆਂ ਗੱਲਾਂ ਕਰੋ ਜੇ, ਪਿਛਲੇ 3 ਸਾਲ ਤੋਂ ਇੰਸ਼ੋਰੈਂਸਾਂ ਵੱਧ ਰਹੀਆਂ, ਪਿਛਲੇ 3 ਸਾਲ ਤੋਂ ਲੋਕਾਂ ਦੀ ਗੜੇਮਾਰੀ ਹੋਈ, ਚੌਥਾ ਵੱਡਾ ਡਿਜ਼ਾਸਟਰ ਸੀ, ਕੋਈ ਹੈਲਪ ਨਹੀਂ ਹੋਈ। ਸਾਡੇ ਲੋਕਾਂ ਨੇ ਕੋਵਿਡ 'ਚ ਇੰਨਾ ਕੰਮ ਕੀਤਾ, ਕੋਈ ਚਾਹੇ ਅਸੀਂ ਕੋਈ ਵੀ ਕੰਮ ਕਰਦੇ ਸੀ, ਸਕਿਪ ਦਾ ਡਿਸ਼ 'ਤੇ ਅਸੀਂ ਕੰਮ ਕਰਦੇ ਸੀ, ਊਬਰ ਅਸੀਂ ਚਲਾਈ, ਟੈਕਸੀਆਂ ਅਸੀਂ ਚਲਾਈਆਂ, ਟਰੱਕ ਅਸੀਂ ਚਲਾਏ, ਹੈਲਥ ਦੇ ਵਿੱਚ 11,000 ਜਿਹੜਾ ਇਹਨਾਂ ਨੇ ਹੈਲਥ ਵਰਕਰ ਇਹਨਾਂ ਨੇ ਫਾਇਰ ਕੀਤੇ, ਉਹਦੇ 'ਚੋਂ ਮੈਜੋਰਟੀ ਸਾਡੀ ਕਮਿਊਨਿਟੀਜ਼ ਦੇ ਵਿੱਚ, ਫਿਲੀਪੀਨੋ ਕਮਿਊਨਿਟੀ ਵੀ, ਸਾਡੇ ਐਥਨਿਕ ਕਮਿਊਨਿਟੀਜ਼ ਦੇ ਵਿੱਚ ਲੋਕ ਸੀਗੇ। ਮਤਲਬ ਇੰਨਾ ਘੱਟ, ਇੰਨਾ ਕੁਛ ਤੁਸੀਂ ਕੀਤਾ। ਉਸ ਤੋਂ ਬਾਅਦ ਆ ਕੇ ਰੇਡੀਓ 'ਤੇ ਇਹਨਾਂ ਦੀ ਸਰਕਾਰ ਦੇ ਜਿਹੜੇ ਮੁਖੀ ਸੀਗੇ ਉਹ ਆ ਕੇ ਇਲਜ਼ਾਮ ਵੀ ਦੇ ਰਹੇ ਆ ਕਿ ਕੋਵਿਡ ਫੈਲਾ ਸਾਊਥ ਏਸ਼ੀਅਨ ਕਮਿਊਨਿਟੀ ਰਹੀ ਹੈ, ਤੇ ਹੁਣ ਤੁਸੀਂ ਕਹਿ ਰਹੇ ਹੋ ਕਿ $200 $300 ਲੈ ਲਓ ਤੇ ਪਿਛਲੀਆਂ ਗੱਲਾਂ ਭੁੱਲ ਜਾਓ। ਇਹ ਨਹੀਂ ਹੋ ਸਕਦਾ ਮੇਰੇ ਹਿਸਾਬ ਦੇ ਨਾਲ ਕਿ ਜਿਹੜਾ ਬੰਦਾ ਜਿਹਨੂੰ ਲੋਕਾਂ ਨੇ ਚੁਣਿਆ ਉਹਦੀ ਪਹਿਲੀ ਜ਼ਿੰਮੇਵਾਰੀ ਉਹਨਾਂ ਲੋਕਾਂ ਪ੍ਰਤੀ ਹੈ, ਉਹਨਾਂ ਲੋਕਾਂ ਦਾ ਲਈ ਕੰਮ ਕਰਨਾ, ਉਹਨਾਂ ਨੂੰ ਰਿਪਰੈਜ਼ੈਂਟ ਕਰਨਾ। ਔਰ ਉਹ ਮੇਰੇ ਹਿਸਾਬ ਦੇ ਨਾਲ UCP ਦੇ ਜਿਹੜੇ ਸਾਡੇ MLA ਹੈ, ਮਿਨਿਸਟਰ ਹੈ, ਉਹ ਕੰਪਲੀਟਲੀ ਫੇਲ ਹੋਏ ਆ ਇਸ ਇਸ਼ੂ ਦੇ ਉੱਤੇ ਆ ਕੇ ਕਿ ਉਹਨਾਂ ਨੇ ਲੋਕਾਂ ਨੂੰ ਰਿਪਰੈਜ਼ੈਂਟ ਨਹੀਂ ਕੀਤਾ, ਉਹਨਾਂ ਨੇ ਆਪਣੀ ਪਾਰਟੀ ਨੂੰ ਆ ਕੇ ਲੋਕਾਂ 'ਚ ਰਿਪਰੈਜ਼ੈਂਟ ਕੀਤਾ। ਥੈਂਕ ਯੂ ਬਾਈ ਜੀ, ਤੁਸੀਂ ਟਾਈਮ ਦਿੱਤਾ ਤੇ ਉਮੀਦ ਕਰਦੇ ਹਾਂ ਅਸੀਂ ਤੇ ਤੁਹਾਡਾ
ਜੋ ਵੀ ਤੁਸੀਂ ਕਾਰਜ ਲੱਗੇ ਹੋ ਸਫਲ ਹੋਵੋ ਤੇ ਅਸੀਂ ਉਮੀਦ ਕਰਦੇ ਹਾਂ ਜਿਹੜੀਆਂ ਗੱਲਾਂ ਤੁਸੀਂ ਕਹਿੰਦੇ ਹੋ ਇਹਨਾਂ ਤੇ ਤੁਸੀਂ ਖਰੇ ਉਤਰੋ ਤੇ ਖੜੇ ਰਹੋ। ਜੀ ਬਿਲਕੁਲ। ਠੀਕ ਹੈ ਜੀ। ਤੇ ਕਈ ਵਾਰੀ ਇਹ ਨਾ ਹੋਵੇ ਕਿ ਸਭ ਗੱਲਾਂ ਵਾਅਦਿਆਂ 'ਚ ਹੀ ਰਹਿੰਦੀਆਂ ਤੇ ਅਗਲੇ ਵਾਅਦੇ ਕਿਉਂਕਿ ਟ੍ਰਾਂਸਫਰ ਹੁੰਦੇ ਰਹਿੰਦੇ ਗਾਂ ਦੀ। ਹਾਂਜੀ ਨਹੀਂ ਮੈਂ ਲਾਸਟ ਮੇਰੀ ਗੱਲ ਇਹ ਬਿਲਕੁਲ। ਹੈ ਕਿ ਮੈਂ ਹਮੇਸ਼ਾ ਲੋਕਾਂ ਕੋਲ ਜਦੋਂ ਵੀ ਜਾਂਦਾ ਮੈਂ ਕਦੇ ਵੀ ਕਿਸੇ ਨੂੰ ਨਹੀਂ ਕਹਿੰਦਾ ਕਿ ਠੀਕ ਹੈ ਜੀ ਹਾਂ ਡੋਰ ਨੋਕਿੰਗ ਕਰ ਰਹੇ ਹੋ ਕੀ ਤੁਹਾਨੂੰ ਆ ਰਿਹਾ ਰਿਸਪੌਂਸ? ਜਾਂ ਉਹਦੇ ਵਿੱਚ ਇਹ ਹੈ ਜੀ ਕਿ ਮੈਂ ਹਮੇਸ਼ਾ ਲੋਕਾਂ ਨੂੰ ਇਹ ਕਹਿੰਦਾ ਕਿ ਜੀ ਮੈਂ ਇਲੈਕਸ਼ਨ ਦੇ ਵਿੱਚ ਖੜਾ, ਮੈਨੂੰ ਇਲੈਕਸ਼ਨ ਜਿੱਤਣ ਲਈ ਤੁਹਾਡੀ ਵੋਟ ਦੀ ਲੋੜ ਹੈ। ਇਟਸ ਮੈਟਰ ਆਫ ਫੈਕਟ। ਤੇ ਤੁਸੀਂ ਮੇਰੀ ਇਸ ਗੱਲ ਤੇ ਯਕੀਨ ਨਾ ਕਰੋ ਜੋ ਵੀ ਮੈਂ ਤੁਹਾਨੂੰ ਕਹਿ ਰਿਹਾ। ਲੈਟਸ ਸੇ ਫੋਰਗੇਟ ਅਬਾਊਟ ਮੀ ਫॉर ਅ ਸੈਕਿੰਡ। ਤੁਸੀਂ 2 ਸਰਕਾਰਾਂ ਦੀਆਂ ਕਾਰਗੁਜ਼ਾਰੀਆਂ ਜਿਹੜੀਆਂ ਪਿਛਲੇ 8 ਸਾਲ ਦੇ ਵਿੱਚ 7 ਸਾਲ ਦੇ ਵਿੱਚ ਉਹ ਤੁਸੀਂ ਕੰਪੇਅਰ ਕਰੋ ਕਿ ਮੈਂ ਉਸ ਪਾਰਟੀ ਤੋਂ ਦਾ ਨੁਮਾਇੰਦਾ ਜਿਨ੍ਹਾਂ ਨੇ ਕੈਂਸਰ ਹਸਪੀਟਲ ਬਣਾਇਆ, 244 ਸਕੂਲ ਬਣਾਏ, ਮਾਡਰਨਾਈਜ਼ ਕੀਤੇ, ਟੀਚਰ ਹਾਇਰ ਕੀਤੇ, ਨਰਸਿਸ ਹਾਇਰ ਕੀਤੀਆਂ, ਬੈੱਡਸ ਐਡ ਕੀਤੇ, ਜਿਹੜੇ ਡਿਸੇਬਲ ਲੋਕ ਹੈ ਏਜ ਦੇ ਲੋਕ ਉਹਨਾਂ ਦੀ ਜਿਹੜੀ ਆਮਦਨ ਆ ਉਹ ਵਧਾ ਕੇ ਇੰਡੈਕਸ ਕੀਤੀ, ਮਤਲਬ ਸੀਨੀਅਰਸ ਦੇ ਬੈਨੀਫਿਟ ਇਨਕਲੂਡ ਕੀਤੇ, ਹੋਰ ਬਹੁਤ ਸਾਰੇ ਕੰਮ ਕੀਤੇ। ਦੂਸਰੇ ਪਾਸੇ ਉਹ ਗਵਰਨਮੈਂਟ ਹੈ ਅੱਜ ਦੀ ਤਰੀਕ ਦੇ ਵਿੱਚ UCP ਦੀ ਜਿਨ੍ਹਾਂ ਨੇ ਏਜ ਤੇ ਕੱਟ ਲਾਇਆ, ਸੀਨੀਅਰ ਬੈਨੀਫਿਟ ਤੇ ਕੱਟ ਲਾਇਆ, ਸੋਸ਼ਲ ਸਿਕਿਉਰਿਟੀ ਤੇ ਕੱਟ ਲਾਇਆ, ਐਜੂਕੇਸ਼ਨ ਤੇ ਕੱਟ, ਹੈਲਥ ਕੇਅਰ ਤੇ ਕੱਟ, ਸਾਰੀਆਂ ਚੀਜ਼ਾਂ ਦੇ ਉੱਤੇ ਕੱਟ ਹੈ ਤੇ ਫਾਇਦਾ ਸਿਰਫ ਵੱਡੀਆਂ ਕਾਰਪੋਰੇਸ਼ਨਾਂ ਨੂੰ ਦਿੱਤਾ। ਸੋ ਤੁਸੀਂ ਇਹ 2 ਸਰਕਾਰਾਂ ਦਾ ਜਿਹੜਾ ਕੰਪੈਰੀਜ਼ਨ ਕਰਕੇ ਕਾਰਗੁਜ਼ਾਰੀ ਨੂੰ ਬਰਾਬਰ ਰੱਖ ਕੇ ਫਿਰ ਤੁਸੀਂ ਆਪ ਡਿਸਾਈਡ ਕਰੋ ਕਿ ਤੁਸੀਂ ਕਿੱਧਰ ਵੋਟ ਦੇਣੀ। ਸੋ ਮੈਂ ਹਮੇਸ਼ਾ ਹੀ ਇਹ ਗੱਲ ਕਹਿਣਾ ਕਿ ਮੈਂ ਹੋ ਸਕਦਾ ਕਿ ਮੈਂ ਵੋਟ ਲੈਣ ਦੇ ਲਈ ਕੁਝ ਵੀ ਕਰ ਸਕਦਾ। ਖਜ਼ਾਨਾ ਤਾਂ ਤੁਹਾਨੂੰ ਭਰ ਕੇ ਦੇ ਚੱਲੇ ਆ ਨਾ, ਖਜ਼ਾਨਾ ਤਾਂ ਭਰਿਆ ਕੱਟ ਜਾਏ ਜਿੰਨੇ ਮਰਜ਼ੀ ਲੈ। ਔਰ ਖਜ਼ਾਨਾ ਜਿਹੜਾ ਭਰਿਆ ਉਹਨੂੰ ਯੂਟਿਲਾਈਜ਼ ਕਰਨ ਦੇ ਲਈ ਅਸੀਂ ਜਿਹੜੇ ਚੀਫ ਇਕਨੋਮਿਸਟ ਹੈ ਟੌਡ ਹਰਸ਼, ਮੈਂ ਉਹਨਾਂ ਦੇ ਨਾਲ ਪੈਨਲ ਤੇ ਵੀ ਮੌਜੂਦ ਸੀਗਾ ਜਿਹੜਾ ਸਾਡੀ ਕਨਵੈਨਸ਼ਨ ਤੇ ਇਕਨੋਮਿਕ ਪੈਨਲ ਸੀ। ਉਹਨਾਂ ਦੀ ਜ਼ਿੰਮੇਵਾਰੀ ਸਾਡੇ ਲੀਡਰ ਰੇਚਲ ਨੌਟਲੀ ਨੇ ਲਾਈ ਹੈ ਕਿ ਤੁਸੀਂ ਐਡਵਾਈਜ਼ ਕਰੋ ਕਿ ਇਹ ਜਿਹੜਾ ਖਜ਼ਾਨਾ ਹੈ $13 ਬਿਲੀਅਨ ਦਾ ਇਹਨੂੰ ਕਿਸ ਤਰੀਕੇ ਨਾਲ ਯੂਟਿਲਾਈਜ਼ ਕੀਤਾ ਜਾਵੇ। ਔਰ ਮੈਂ ਇਹ ਸਮਝਦਾ ਹੀ ਹਾਂ ਕਿ ਜਿਹੜੇ ਬੰਦੇ ਦਾ ਜੋ ਕੰਮ ਹੈ ਜਿਸ ਦਾ ਕੰਮ ਉਸੀ ਕੋ ਸਾਜੇ, ਜਿਹਦਾ ਜੋ ਕੰਮ ਉਹਨੂੰ ਉਹ ਕਰਨ ਦੇਣਾ ਚਾਹੀਦਾ ਹੈ। ਚੀਫ ਇਕਨੋਮਿਸਟ ਦਾ ਕੰਮ ਹੈ ਦੱਸਣਾ ਕਿ ਪੈਸੇ ਕਿਵੇਂ ਯੂਟਿਲਾਈਜ਼ ਕਰੋ। ਤੇ ਅੱਜ ਉਹਨਾਂ ਦੀ ਵੀਡੀਓ ਸੀ ਲਿੰਕਡਇਨ ਦੇ ਉੱਤੇ, ਉਹਨਾਂ ਨੇ ਇਹ ਸਪਸ਼ਟ ਗੱਲ ਕੀਤੀ ਹੈ ਕਿ ਸਭ ਤੋਂ ਬੈਸਟ ਤਰੀਕਾ ਇਸ ਖਜ਼ਾਨੇ ਨੂੰ ਯੂਟਿਲਾਈਜ਼ ਕਰਨ ਦਾ ਕਿ ਐਜੂਕੇਸ਼ਨ ਤੇ ਇਨਵੈਸਟਮੈਂਟ ਕਰਨੀ ਚਾਹੀਦੀ ਹੈ। ਸੋ ਔਰ ਨਾਰਥ ਈਸਟ ਏਰੀਆ ਦੀ ਸਭ ਤੋਂ ਵੱਡੀ ਇਸ਼ੂ ਜਿਹੜਾ ਉਹ ਐਜੂਕੇਸ਼ਨ ਹੈ। ਸਾਡੇ ਕੋਲ ਪੈਸੇ ਹੈ, ਸਾਡੇ ਕੋਲ ਉਹ ਲੋਕ ਹੈ ਜਿਹੜੇ ਉਹ ਕੰਮ ਕਰਨ ਲਈ ਤਿਆਰ ਹੈ ਤੇ ਮੈਂ ਉਸ ਇਸ਼ੂ ਦੇ ਉੱਤੇ ਲੋਕਾਂ ਦੇ ਵੱਲੋਂ ਕੰਮ ਕਰਨ ਲਈ ਤਿਆਰ ਹਾਂ। ਔਰ ਮੇਰਾ ਇਹ ਵਾਅਦਾ ਕਿ ਜੇ ਲੋਕਾਂ ਨੇ ਮੈਨੂੰ ਇਹ ਚੁਣਿਆ ਤੇ ਮੈਂ ਐਜੂਕੇਸ਼ਨ ਦੇ ਉੱਤੇ ਬਿਲਕੁਲ ਇਹਦੇ ਤੇ ਪਹਿਲੇ ਦਿਨ ਤੋਂ ਕੰਮ ਕਰਨ ਲਈ ਰੈਡੀ। ਸਕੂਲਾਂ ਦੇ ਨਾਲ ਮੈਨੂੰ ਲੱਗਦਾ ਆਪਣੀ ਕਮਿਊਨਿਟੀ ਦੇ ਲਈ ਹਸਪੀਟਲ ਵੀ ਇੱਕ ਵੱਡਾ ਹੈਗਾ ਆ, ਕਿਉਂਕਿ ਇੱਕੋ ਹਸਪੀਟਲ ਹੈ। ਮੈਨੂੰ ਲੱਗਦਾ ਵੀ ਐਡੀ ਵੱਡੀ ਕਮਿਊਨਿਟੀ ਨੂੰ ਇਸ ਪਾਸੇ ਨੂੰ ਜੀ ਬਿਲਕੁਲ ਇਹਦੇ ਵਿੱਚ ਹੈਲਥ ਸੈਂਟਰ ਦੀ ਇੱਕ ਪ੍ਰਪੋਜ਼ਲ ਹੈ ਜਿਹੜੀ ਕੋਵੈਂਟਰੀ ਹਿਲਸ ਵਾਲੇ ਪਾਸੇ, ਉਹ ਕਮਿਊਨਿਟੀ ਕਾਫੀ ਦੇਰ ਤੋਂ ਐਡਵੋਕੇਟ ਕਰ ਰਿਹਾ ਕਿਉਂਕਿ ਜਿਹੜਾ ਏਡਰੀ ਦਾ ਹੈਲਥ ਸੈਂਟਰ ਹੈ ਉੱਥੇ ਪੇਸ਼ੈਂਟਸ ਰੈਫਰ ਕੀਤੇ ਜਾਂਦੇ ਆ ਨਦਰਨ ਕਮਿਊਨਿਟੀਜ਼ ਦੇ, ਔਰ ਉਹਦੇ ਤੇ ਵੀ ਕੱਟ ਲੱਗੇ ਤਾਂ ਉਹਦੇ ਤੇ ਵੀ ਸਟਾਫ ਸ਼ਾਰਟੇਜ ਆ ਗਈ ਸੀ, ਉਹ ਵੀ ਕੁਝ ਦਿਨਾਂ ਲਈ ਬੰਦ ਕਰਨਾ ਪਿਆ ਸੀ। ਤੇ ਇਸ ਲਈ ਹੋਰ ਤਾਂ ਨਵੇਂ ਕੀ ਬਣਾਉਣੇ, ਜਿਹੜੇ ਪੁਰਾਣੇ ਚੱਲਦੇ ਸੀ ਉਹਨਾਂ ਤੇ ਵੀ ਕੱਟ ਲੱਗ ਰਹੇ ਸੀ। ਸਾਡੀ ਗਵਰਨਮੈਂਟ ਦੇ ਵਿੱਚ ਇਹ ਇਸ਼ੂ ਕਦੇ ਵੀ ਨਹੀਂ ਸੀ ਆਇਆ ਤੇ ਜੇ ਅਸੀਂ ਦੁਬਾਰਾ ਗਵਰਨਮੈਂਟ ਚਾਹੇ ਤਾਂ ਅਸੀਂ ਬਿਲਕੁਲ ਵੀ ਇਸ ਇਸ਼ੂ ਦੇ ਉੱਤੇ 100% ਕੰਮ ਕਰਾਂਗੇ ਔਰ ਕਦੇ ਵੀ ਲੋਕਾਂ ਨੂੰ ਹੈਲਥ ਕੇਅਰ ਦੇ ਉੱਤੇ ਕਦੇ ਵੀ ਕੋਈ ਕੰਪਲੇਂਟ ਨਹੀਂ ਆਊਗੀ। ਠੀਕ ਹੈ ਅਸੀਂ ਕੋਈ ਗਲਤੀਆਂ ਵੀ ਕਰ ਸਕਦੇ ਹਾਂ ਲੇਕਿਨ ਉਹਨਾਂ ਦਾ ਮਕਸਦ ਜਿਹੜਾ ਆਈਡੀਓਲੋਜੀਕਲ ਮਿਸਟੇਕਸ ਨਹੀਂ ਹੋਣਗੀਆਂ, ਉਹ ਇੱਕ ਜੈਨੂਅਨ ਇੰਪਰੂਵਮੈਂਟ ਦੇ ਵਿੱਚ ਜੋ ਮਿਸਟੇਕਸ ਹੁੰਦੀਆਂ ਉਹ ਹੋ ਸਕਦੀਆਂ। ਅਸੀਂ ਵੀ ਇਨਸਾਨ ਹਾਂ, ਸਾਡੇ ਤੋਂ ਵੀ ਗਲਤੀਆਂ ਹੋ ਸਕਦੀਆਂ। ਥੈਂਕ ਯੂ ਬਾਈ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਵੈਰੀ ਮਚ, ਬਹੁਤ ਸ਼ੁਕਰੀਆ ਜੀ, ਥੈਂਕ ਯੂ। ਤੇ ਇਹ ਸਨ ਗੁਰਵਿੰਦਰ ਬਰਾੜ ਜਿਹੜੇ NDP ਤੋਂ MLA ਦੀ ਇਲੈਕਸ਼ਨ ਲੜ ਰਹੇ ਨੇ। ਤੇ ਜਿਸ ਤਰ੍ਹਾਂ NDP ਦੇ ਇਹਨਾਂ ਨੇ ਗੱਲ ਕੀਤੀ ਹੈ ਕਿ ਅਸੀਂ ਸੋਸ਼ਲ ਸਿਕਿਉਰਿਟੀ ਦੇ ਉੱਪਰ ਵਚਨਬੱਧ ਸੀ, ਪਹਿਲਾਂ ਵੀ ਸੀ, ਸੋਸ਼ਲ ਸਿਕਿਉਰਿਟੀ ਨੂੰ ਬਚਾਉਣ ਦੇ ਲਈ। ਐਜੂਕੇਸ਼ਨ ਹੈ, ਹੈਲਥ ਹੈ, 2 ਮੇਨ ਮੁੱਖ ਜਿਹੜੇ ਹੈਗੇ ਨੇ ਲੋਕਾਂ ਦੇ ਨਾਲ ਜੁੜੇ ਹੋਏ ਨੇ ਕਿ ਅਸੀਂ ਉਸ ਚੀਜ਼ ਦੇ ਉੱਪਰ ਕਾਇਮ ਰਹਾਂਗੇ। ਤੇ ਦੇਖਦੇ ਹਾਂ ਅੱਗੇ ਇਲੈਕਸ਼ਨਾਂ ਜਿੱਤਦੇ ਆ ਕੀ ਬਣਦਾ ਆ, ਇਹ ਅੱਗੇ ਆ ਕੇ ਅਸੀਂ ਦੇਖਾਂਗੇ ਇਹਨਾਂ ਵਿੱਚ।